ਪਹਿਲੇ ਸੈਸ਼ਨ ਵੱਲ ਅਸੀਂ ਵਧਾਂਗੇ ਜੀ। ਪਹਿਲਾ ਸੈਸ਼ਨ ਜੋ ਹੈ ਉਹ ਸਾਡੇ ਮੁੱਖ ਪਰਚਾਕਾਰ ਹਨ ਡਾਕਟਰ ਬੀਰ ਬਿਕਰਮ ਸਿੰਘ ਜੀ, ਜੋ ਕਿ ਪ੍ਰੋਫੈਸਰ ਹਨ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਵਿਖੇ। ਫਿਜ਼ਿਕਸ ਦੇ ਪ੍ਰੋਫੈਸਰ ਹਨ ਅਤੇ ਅਸਿਸਟੈਂਟ ਡੀਨ ਵੀ ਪਹਿਲਾਂ ਰਹਿ ਚੁੱਕੇ ਹਨ। ਉਹ ਮੁੱਖ ਪਰਚਾਕਾਰ ਰਹਿਣਗੇ ਅਤੇ ਉਹਨਾਂ ਦੇ ਨਾਲ ਪੈਨਲ ਵਿੱਚ ਹੋਣਗੇ ਜੀ ਡਾਕਟਰ ਬਲਵਿੰਦਰਪਾਲ ਸਿੰਘ ਜੀ, ਡਾਕਟਰ ਸਰਬਜੀਤ ਸਿੰਘ ਜੀ ਰੇਣੂਕਾ ਅਤੇ ਬੀਬੀ ਕਮਲਜੀਤ ਕੌਰ ਜੀ। ਸੋ ਮੈਂ ਬੇਨਤੀ ਕਰਾਂਗਾ ਕਿ ਪਹਿਲੇ ਪੈਨਲਿਸਟਸ ਨੂੰ ਕਿ ਉਹ ਸਟੇਜ 'ਤੇ ਆਉਣ ਅਤੇ ਆਪਣੀ ਸੀਟ 'ਤੇ ਆ ਕੇ ਬਿਰਾਜਣ ਜੀ। ਡਾਕਟਰ ਬਲਵਿੰਦਰਪਾਲ ਸਿੰਘ ਜੀ, ਡਾਕਟਰ ਸਰਬਜੀਤ ਸਿੰਘ ਜੀ ਰੇਣੂਕਾ ਅਤੇ ਬੀਬੀ ਕਵਲਜੀਤ ਕੌਰ ਜੀ। ਮੈਂ ਬੇਨਤੀ ਕਰਾਂਗਾ ਡਾਕਟਰ ਦਰਸ਼ਨਜੋਤ ਕੌਰ ਜੀ ਨੂੰ ਕਿ ਉਹ ਪਲੀਜ਼ ਐਸਕॉर्ट ਕਰਨ ਅਤੇ ਸਟੇਜ ਤੱਕ। ਹੁਣ ਮੈਂ ਬੇਨਤੀ ਕਰਾਂਗਾ ਜੀ ਡਾਕਟਰ ਬੀਰ ਬਿਕਰਮ ਸਿੰਘ ਜੀ ਨੂੰ ਕਿ ਉਹ ਸਟੇਜ 'ਤੇ ਆਉਣ ਅਤੇ ਅਗਲੇ 20 ਤੋਂ 25 ਮਿੰਟਾਂ ਦੇ ਲਈ ਉਹ ਆਪਣਾ ਪੇਪਰ ਰੱਖਣਗੇ ਜੀ। ਉਸ ਤੋਂ ਬਾਅਦ ਅਸੀਂ 15 ਮਿੰਟ ਡਿਸਕਸ਼ਨ ਲਈ ਰੱਖੇ ਹਨ ਅਤੇ 5 ਮਿੰਟ ਆਡੀਅנס ਵਿੱਚੋਂ ਅਗਰ ਕੋਈ ਆਪਣੇ ਵਿਚਾਰ ਰੱਖਣਾ ਚਾਹੇਗਾ ਜੀ। ਡਾਕਟਰ ਬੀਰ ਬਿਕਰਮ ਸਿੰਘ ਜੀ। ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਦੇ ਇਸ ਮੁਬਾਰਕ ਮੌਕੇ ਗੁਰਮਤਿ ਬਾਲ ਸਭਾ ਵੱਲੋਂ ਜੋ ਇਹ ਵਿਸ਼ੇਸ਼ ਸਭਾ ਪ੍ਰੋਗਰਾਮ ਲਿਖਿਆ ਗਿਆ, ਉਸ ਵਿੱਚ ਸਾਰੇ ਹੀ ਹਾਜ਼ਰੀਨ, ਉੱਘੇ ਵਿਦਵਾਨ ਸੱਜਣ, ਪਿਆਰੇ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਅਤੇ ਪੈਨਲ ਦੇ ਵਿੱਚ ਸ਼ਾਮਲ ਬਹੁਤ ਹੀ ਉੱਘੇ ਵਿਦਵਾਨ, ਆਪ ਸਭ ਨੂੰ ਦਸਮ ਪਾਤਸ਼ਾਹ ਦੀ ਬਖਸ਼ੀ ਜਿਹੜੀ ਫਤਿਹ ਹੈ ਉਹਦੀ ਸਾਂਝ ਪਾਈਏ ਆਪ ਜੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੱਸ ਰਿਹਾ ਸੀ ਵੀਰ ਜੀ ਨੂੰ, ਮੈਂ ਕਿਹਾ ਮੈਨੂੰ ਨਹੀਂ ਪਤਾ ਸੀ ਮੇਰਾ ਅੱਜ ਐਗਜ਼ਾਮੀਨੇਸ਼ਨ ਹੈ, ਅਤੇ ਕੋਸ਼ਿਸ਼ ਕਰਾਂਗਾ ਕਿ ਮੈਂ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਜਿਵੇਂ ਡਾਕਟਰ ਅਰਸ਼ਦੀਪ ਨੇ ਦੱਸਿਆ ਕਿ ਮੈਂ ਫਿਜ਼ਿਕਸ ਦਾ ਵਿਦਿਆਰਥੀ ਰਿਹਾ ਅਤੇ ਉਸ ਵਿਸ਼ੇ ਦੇ ਵਿੱਚ ਮੇਰਾ ਜਿਹੜਾ ਹੈ ਉਹ ਥੋੜ੍ਹੀ ਬਹੁਤ ਮੁਹਾਰਤ ਹੈ। ਲੇਕਿਨ ਇਹ ਜਿਹੜਾ ਵਿਸ਼ਾ ਹੈ, ਕਿਉਂਕਿ 550 ਸਾਲਾਂ ਦੇ ਮੌਕੇ 'ਤੇ ਸਮੁੱਚੇ ਵਿਸ਼ਵ ਦੇ ਵਿੱਚ ਜਿਹੜਾ ਹੈ ਸੰਗਤ ਔਰ ਨਾਨਕ ਨਾਮ ਲੇਵਾ ਸੰਗਤਾਂ, ਗੁਰੂ ਪਾਤਸ਼ਾਹ ਦਾ ਜਿਹੜਾ ਹੈ ਉਹ ਆਗਮਨ ਪੁਰਬ ਬੜੇ ਹੀ ਉਤਸ਼ਾਹ ਅਤੇ ਬੜੇ ਹੀ ਜਜ਼ਬੇ ਦੇ ਨਾਲ ਮਨਾ ਰਹੀਆਂ ਨੇ। ਅਤੇ ਸਭ ਤੋਂ ਪਹਿਲਾਂ ਮੈਂ ਤਾਂ ਆਪ ਸਭ ਨੂੰ ਜਿਹੜਾ ਹੈ ਉਹ ਇਹਨਾਂ ਉਤਸਵਾਂ ਦੇ ਸਹਿਭਾਗੀ ਹੋਣ ਦੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਵਧਾਈ ਦਿੰਦਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਅਸੀਂ ਇਹਨਾਂ ਸ਼ਤਾਬਦੀਆਂ ਨੂੰ, ਇਹਨਾਂ ਮੌਕਿਆਂ ਨੂੰ, ਔਰ ਮੇਰੇ ਖਿਆਲ ਜਿਹੜੇ ਬੱਚੇ ਨੇ ਉਹ 600ਵਾਂ ਜਿਹੜਾ ਹੈ ਉਹ ਪ੍ਰਕਾਸ਼ ਪੁਰਬ ਵੀ ਮਨਾਉਣਗੇ, ਜਿਹੜੇ ਪਿੱਛੇ ਬੱਚੇ ਬੈਠੇ ਨੇ ਛੋਟੇ ਛੋਟੇ। ਔਰ ਮੈਂ ਕੋਸ਼ਿਸ਼ ਕਰਾਂਗਾ ਕਿ ਗੁਰੂ ਪਾਤਸ਼ਾਹ ਦੇ ਜਿਹੜੇ ਦਾਤਾਂ ਦੇ ਸਮੁੰਦਰੋਂ, ਜਿਹੜਾ ਵਿਸ਼ਾਲ ਸਮੁੰਦਰੋਂ, ਅਮੁੱਖ ਖਜ਼ਾਨਿਆਂ ਵਿੱਚੋਂ ਚਿੜੀ ਦੀ ਚੁੰਝ 'ਚ ਭਰੀ ਨੀਰ ਨੇ ਆਈ, ਕੋਈ ਉਸ ਅਰਸ਼ੀ ਦਾਤੇ ਦੀ ਬਾਤ ਪਾਉਣ ਦੀ ਕੋਸ਼ਿਸ਼ ਕਰਾਂਗਾ। ਔਰ ਇਸੇ ਹੀ ਜੋ ਵਿਸ਼ਾ ਚੁਣਿਆ ਗਿਆ ਹੈ ਮੇਰੇ ਵੱਲੋਂ, ਸ਼੍ਰੀ ਗੁਰੂ ਨਾਨਕ ਜੀ ਦਾ ਫਰਮਾਨ ਬਲਿਹਾਰੀ ਕੁਦਰਤ ਵਸਿਆ, ਉਹ ਅੱਜ ਦੇ ਕੰਟੈਕਸਟ ਦੇ ਵਿੱਚ ਕਿ ਜੋ ਅੱਜ ਵਾਤਾਵਰਨ ਦਾ ਜੋ ਦੁਖਾਂਤ ਹੈ ਉਹਦੇ ਕਾਰਨ ਕੀ ਨੇ ਅਤੇ ਉਹਦੇ ਹੱਲ ਕੀ ਹੋ ਸਕਦੇ ਨੇ, ਅਤੇ ਅਸੀਂ ਗੁਰੂ ਸਾਹਿਬ ਤੋਂ ਕਿਵੇਂ ਸੇਧ ਲੈ ਕੇ ਉਹਦੇ ਵੱਲ ਵੱਧ ਸਕਦੇ ਹਾਂ। ਕਿਉਂਕਿ ਅੱਜ ਅਸੀਂ ਇਨਵਾਇਰਮੈਂਟ ਨੂੰ ਲੈ ਕੇ ਪੂਰੇ ਵਰਲਡ ਦੇ ਵਿੱਚ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਉਹ ਰੌਂ ਚੱਲ ਰਿਹਾ ਹੈ। ਐਕਟੀਵਿਸਟ ਜਿਹੜੇ ਨੇ ਉਹ ਪੱਛਮੀ ਮੁਲਕਾਂ ਦੇ ਵਿੱਚ ਕਿੱਦਾਂ ਬਹੁਤ ਜ਼ਿਆਦਾ ਐਕਟਿਵ ਹੋਏ ਹੋਏ ਨੇ, ਅਤੇ ਅਸੀਂ ਜਿਹੜਾ ਹੈ ਉਹ ਧਰਤੀ ਦੇ ਇਸ ਖਿੱਤੇ ਦੇ ਉੱਤੇ ਇਸ ਵਿਸ਼ੇ ਨੂੰ ਲੈ ਕੇ, ਇਸ ਮੁਸ਼ਕਲ ਨੂੰ ਲੈ ਕੇ ਕਿੱਦਾਂ ਜਿਹੜਾ ਹੈ ਉਹ ਰੂਬਰੂ ਹੋ ਰਹੇ ਹਾਂ। ਸੋ ਮੈਂ ਬੇਨਤੀ ਕਰਦਾ ਕਿ ਇਹ ਜਿਹੜੀ ਸਲਾਈਡ ਸ਼ੋਅ ਹੈ ਨਾਲ ਨਾਲ ਚਲਾਉਂਦੇ ਰਹਿਣ। ਮੈਂ ਕੋਸ਼ਿਸ਼ ਕੀਤੀ ਹੈ, ਮੇਰੀ ਐਫਰਟ ਹੈ ਕਿ ਮੈਂ, ਕਿਉਂਕਿ ਬਾਹਰਲੀ ਸਟੇਟਸ ਦੇ ਵਿੱਚ ਵੀ ਜਾਣ ਦਾ ਪ੍ਰੋਗਰਾਮ ਹੈ ਔਰ ਸ਼ਾਇਦ ਬਾਹਰਲੇ ਮੁਲਕਾਂ ਦੇ ਵਿੱਚ ਵੀ, ਸੋ ਮੈਂ ਕੋਸ਼ਿਸ਼ ਕੀਤੀ ਕਿ ਮੈਂ ਸਲਾਈਡ ਸ਼ੋਅ ਨੂੰ ਬਾਇਲਿੰਗੁਅਲ ਤਿਆਰ ਕਰਾਂ, ਪੰਜਾਬੀ ਦੇ ਵਿੱਚ ਵੀ, ਗੁਰਮੁਖੀ ਦੇ ਵਿੱਚ ਵੀ ਅਤੇ ਅੰਗਰੇਜ਼ੀ ਦੇ ਵਿੱਚ ਵੀ। ਸੋ ਜੋ ਲਿਖਿਆ ਉਹਨੂੰ ਅੰਗਰੇਜ਼ੀ ਦੇ ਵਿੱਚ ਵੀ ਟਰਾਂਸਲੇਟ ਕੀਤਾ ਅਤੇ ਉਹ ਮੈਂ ਲੈ ਕੇ ਆਪ ਜੀ ਦੇ ਸਨਮੁਖ ਹਾਜ਼ਰ ਹੋਇਆ ਹਾਂ। ਸੋ
ਇਹਦੇ ਵਿੱਚ ਜਿਹੜਾ ਹੈ ਉਹ ਮੈਂ ਕੋਸ਼ਿਸ਼ ਕੀਤੀ ਹੈ ਕਿ ਜੋ ਵਾਤਾਵਰਣ ਸੰਬੰਧੀ ਜੋ ਅਸੀਂ ਚੁਣੌਤੀਆਂ ਸਾਡੇ ਦਰਪੇਸ਼ ਨੇ ਅਤੇ ਮੈਂ ਉਹ ਆਪ ਜੀ ਦੇ ਸਾਹਮਣੇ ਰੱਖਾਂਗਾ ਅਤੇ ਗੁਰੂ ਸਾਹਿਬ ਸਾਨੂੰ ਕਿਵੇਂ ਸੇਧ ਦੇ ਰਹੇ ਨੇ ਉਹਦੇ ਬਾਰੇ ਬਾਤ ਕਰਾਂਗਾ ਅਤੇ ਨਾਲ ਹੀ ਜਿਹੜਾ ਇਹਦੇ ਹੱਲ ਵੱਲ ਅਸੀਂ ਕਿਹੜੇ ਕਦਮ ਚੁੱਕੇ ਜਾ ਰਹੇ ਨੇ ਅਤੇ ਕੀ ਹੋ ਸਕਦਾ ਹੈ ਉਹਦੇ ਬਾਰੇ ਆਪ ਜੀ ਨਾਲ ਜਿਹੜਾ ਹੈ ਉਹ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ। ਸੋ ਜੇ ਮੈਂ ਗੱਲ ਕਰਾਂ ਆਦਿ ਪੁਰਖ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਪਵਿੱਤਰ ਫਰਮਾਨ ਬਲਿਹਾਰੀ ਕੁਦਰਤ ਵਸਿਆ, ਜਿਹਦੇ ਤੋਂ ਸੇਧ ਲੈ ਕੇ ਮੈਂ ਇਸ ਵਿਸ਼ੇ ਨੂੰ ਜਿਹੜਾ ਲੈ ਕੇ ਚੱਲ ਰਿਹਾ। ਗੁਰੂ ਸਾਹਿਬ ਦੀ ਸਿੱਖਿਆਵਾਂ ਮਨੁੱਖ ਜਾਤੀ ਦੇ ਉਧਾਰ ਦੇ ਨਾਲ ਸਮੁੱਚੀ ਕਾਇਨਾਤ ਦੀਆਂ ਕਿਰਤਾਂ ਭਾਵੇਂ ਕਿਸੇ ਕਿਸਮ ਦੀ ਬਨਸਪਤੀ ਜਾਂ ਜੀਅ ਜੰਤ ਹੋਣ ਦੇ ਕਲਿਆਣ ਬਾਰੇ ਬੋਧ ਕਰਵਾਉਂਦੀਆਂ ਹਨ। ਕੁਦਰਤ ਦੀ ਸਿਰਜਣਾ ਕਰਕੇ ਕਰਤਾ ਆਪ ਉਸ ਵਿੱਚ ਵਸਿਆ ਹੈ। ਮਹਾਰਾਜ ਜੀ ਦਾ ਫਰਮਾਨ ਹੈ, ਕੁਦਰਤ ਕਰਕੇ ਵਸਿਆ ਸੋਏ। ਸੋ ਗੁਰੂ ਸਾਹਿਬ ਨੇ ਪੂਰੀ ਸ੍ਰਿਸ਼ਟੀ ਦਾ ਕੇਂਦਰ ਅਤੇ ਆਸਰਾ ਪਰਮਾਤਮਾ ਦ੍ਰਿੜ ਕਰਵਾਉਂਦੇ ਹੋਏ ਮਨੁੱਖ ਮਾਤਰ ਨੂੰ ਸ੍ਰਿਸ਼ਟੀ ਦੀਆਂ ਸਭ ਰਚਨਾਵਾਂ ਨੂੰ ਨਾਲ ਲੈ ਕੇ ਚੱਲਣ ਦਾ ਉਪਦੇਸ਼ ਕੀਤਾ। ਧਰਤੀ ਉੱਤੇ ਵਾਤਾਵਰਣ ਵਿਚਲੇ ਜੀਵਨ ਦੇ ਆਧਾਰ ਹਵਾ, ਪਾਣੀ ਅਤੇ ਮਿੱਟੀ ਦੀ ਮਹੱਤਤਾ ਉਜਾਗਰ ਕਰਦੇ ਹੋਏ ਗੁਰੂ ਸਾਹਿਬ ਜਪਜੀ ਸਾਹਿਬ ਦੀ ਬਾਣੀ ਵਿੱਚ ਫਰਮਾਨ ਕਰਦੇ ਹਨ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਅਤੇ ਅੱਗੇ ਫਿਰ ਮਾਰੂ ਸੋਹਲੇ ਬਾਣੀ ਵਿੱਚ ਦ੍ਰਿੜ ਕਰਵਾਉਂਦੇ ਹਨ, ਪੌਣ ਗੁਰੂ ਪਾਣੀ ਪਿਤ ਜਾਤਾ ਉਦਰ ਸੰਜੋਗੀ ਧਰਤੀ ਮਾਤਾ। ਅਤੇ ਬੋਧ ਕਰਵਾਉਂਦੇ ਹਨ ਕਿ ਇਹਨਾਂ ਸਭਨਾਂ ਦਾ ਮੂਲ ਸਰੋਤ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਮੈਂ ਬੇਨਤੀ ਕਰਦਾ ਪਿੱਛੇ ਜਿਹੜੇ ਸੱਜਣ ਬੈਠੇ ਨੇ ਕਿ ਉਹ ਸਲਾਈਡ ਨੂੰ ਜਿਹੜਾ ਹੈ ਉਹ ਅੱਗੇ ਵਧਾਉਂਦੇ ਰਹਿਣ ਤਾਂ ਕਿ ਸੰਗਤ ਜਿਹੜਾ ਹੈ ਉਹ ਨਾਲ ਜੋ ਮੈਂ ਸਾਂਝ ਪਾ ਰਿਹਾ ਉਹ ਜਿਹੜਾ ਹੈ ਉਹ ਦ੍ਰਿਸ਼ਟੀਗੋਚਰ ਹੋ ਸਕੇ। ਸੋ ਅਜੋਕੇ ਸਮੇਂ ਦੌਰਾਨ ਵਾਤਾਵਰਣ ਸੰਬੰਧੀ ਮਨੁੱਖ ਦੁਆਰਾ ਸਹੇੜੀਆਂ ਚੁਣੌਤੀਆਂ ਗੁਰੂ ਸਾਹਿਬ ਦੇ ਬਚਨਾਂ ਨੂੰ ਅੱਖੋਂ ਪਰੋਖੇ ਕਰਕੇ ਹੀ ਹਨ। ਹਵਾ, ਪਾਣੀ ਅਤੇ ਮਿੱਟੀ ਦਾ ਵੱਡੇ ਪੱਧਰ 'ਤੇ ਪਲੀਤ ਹੋ ਜਾਣ ਦਾ ਕਾਰਨ ਗੁਰੂ ਸਾਹਿਬ ਦੀ ਸਿੱਖਿਆਵਾਂ ਤੋਂ ਉਲਟ ਮਨੁੱਖ ਦੁਆਰਾ ਖੁਦ ਨੂੰ ਸਮੁੱਚੀ ਉਤਪੱਤੀ ਦਾ ਕੇਂਦਰ ਬਿੰਦੂ ਮੰਨ ਲੈਣਾ ਹੈ। ਸੋ ਗੁਰੂ ਸਾਹਿਬ ਦਾ ਫਰਮਾਨ ਹੈ ਆਸਾ ਜੀ ਦੀ ਵਾਰ ਦੇ ਵਿੱਚ, ਜੋ ਜੀ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਓ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਓ। ਮਨੁੱਖ ਦੁਆਰਾ ਖੁਦ ਨੂੰ ਕੁਦਰਤੀ ਪਸਾਰੇ ਦਾ ਧੁਰਾ ਮੰਨ ਲੈਣ ਵੇਲੇ ਜਿਹੜੀ ਕੋਝੀ ਸਮਝ ਦੀ ਸ਼ੁਰੂਆਤ ਹੈ, ਇਹ ਲਗਭਗ ਉਸੇ ਵੇਲੇ ਹੁੰਦੀ ਹੈ ਜਦੋਂ ਪੱਛਮੀ ਦੇਸ਼ਾਂ ਦੇ ਵਿੱਚ ਅਖੌਤੀ ਵਿਗਿਆਨਕ ਸੋਚ, ਇਹ ਮੈਂ ਜਿਹੜਾ ਵਰਡ ਥੋੜ੍ਹਾ ਐਮਫੇਸਾਈਜ਼ ਕਰ ਰਿਹਾ, ਅਖੌਤੀ ਵਿਗਿਆਨਕ ਸੋਚ ਦੀ ਆਰੰਭਤਾ ਜਿਹੜਾ ਉਸੇ ਖਾਲਖੰਡ ਦੌਰਾਨ ਹੁੰਦੀ ਜਦੋਂ ਗੁਰੂ ਸਾਹਿਬ ਧਰਤੀ ਦੇ ਇਸ ਖਿੱਤੇ ਦੇ ਉੱਤੇ ਆ ਕੇ ਜਿਹੜਾ ਹੈ ਉਹ ਪਸਰੀ ਹੋਈ ਅਗਿਆਨਤਾ ਦੀ ਧੁੰਦ ਦਾ ਵਿਨਾਸ਼ ਕਰਦੇ ਹਨ। ਜਿਵੇਂ ਭਾਈ ਗੁਰਦਾਸ ਜੀ ਸਾਨੂੰ ਜਿਹੜਾ ਹੈ ਉਹ ਉਹਨਾਂ ਦੇ ਕਥਨ ਅਨੁਸਾਰ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ। ਸੋ ਮੁਕਤ ਪਦਾਰਥ ਦੇ ਦਾਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਉਪਦੇਸ਼ਾਂ ਨੂੰ ਦ੍ਰਿੜ ਅਤੇ ਧਾਰਨ ਕਰਕੇ ਹੀ ਅਸੀਂ ਉਹਨਾਂ ਦੇ ਆਗਮਨ ਪੁਰਬ ਨੂੰ ਸਫਲਤਾ ਨਾਲ ਮਨਾਉਣ ਦਾ ਦਮ ਭਰ ਸਕਦੇ ਹਾਂ। ਭਾਈ ਗੁਰਦਾਸ ਜੀ ਦੀ ਰਚਨਾ, ਭਾਉ ਭਗਤ ਗੁਰਪੁਰਬ ਕਰ ਨਾਮਦਾਨ ਇਸ਼ਨਾਨ ਦ੍ਰਿੜਾਇਆ, ਜਿਹਾ ਬਿਓ ਤਿਹਾ ਫਲ ਪਾਇਆ। ਸੋ ਇੱਥੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਉਹਨਾਂ ਦੇ ਜਿਹੜੇ ਆਗਮਨ ਪੁਰਬ ਨੇ ਸਾਡੇ ਗੁਰੂ ਪਾਤਸ਼ਾਹ ਦੇ, ਜਾਂ ਇਹ ਦਿਹਾੜੇ ਮਨਾਉਣੇ ਤਾਂ ਹੀ ਜਿਹੜੇ ਮੁਬਾਰਕ ਨੇ ਜੀ ਅਸੀਂ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਆਪਣੇ ਜੀਵਨ 'ਚ ਧਾਰਨ ਵੀ ਕਰਦੇ ਹਾਂ। ਸੋ ਇਸੇ ਗੱਲ ਦੀ ਸ਼ਾਦੀ ਭਰਦੀ ਇਹ ਉਹਨਾਂ ਦੀ ਕਥਨ ਨੇ। ਸੋ ਗਿਆਨ ਦੇ ਚਾਨਣ ਨਾਲ ਸਮਸਤ ਲੁਗਾਈ ਦੇ ਹੀਰ ਠਾਰਨ ਵਾਲੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮੁਖ ਅਗਿਆਨਤਾ ਦਾ ਹਨੇਰਾ ਬਿਲਕੁਲ ਉਸੇ ਤਰ੍ਹਾਂ ਗੋਡੇ ਟੇਕਦਾ ਹੈ ਜਿਵੇਂ ਭਾਈ ਗੁਰਦਾਸ ਜੀ ਆਖਦੇ ਹਨ। ਜਿਵੇਂ ਕਿ ਇੱਥੇ ਜਿਹੜੀ ਸਭਾ ਚੱਲ ਰਹੀ ਹੈ ਉਹਦਾ ਸਿਰਲੇਖ ਵੀ ਪ੍ਰਬੰਧਕਾਂ ਵੱਲੋਂ ਰੱਖਿਆ ਗਿਆ ਹੈ, ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ, ਚੜ੍ਹਿਆ ਚੰਦ ਨਾ ਲੁਕਈ ਕੱਢ ਕੁਨਾਲੀ ਜੋਤ ਛਪਾਈ। ਮਨੁੱਖ ਭਾਵੇਂ ਕਿਸੇ ਵੀ ਧਰਮ ਦਾ ਹੋਵੇ, ਜਾਤ ਹੋਵੇ, ਵਰਗ ਹੋਵੇ, ਲਿੰਗ ਜਾਂ ਕਿਸੇ ਵੀ ਭੂਗੋਲਿਕ ਖੇਤਰ ਨਾਲ ਸੰਬੰਧ ਰੱਖਣ ਵਾਲਾ ਹੋਵੇ, ਗੁਰੂ ਸਾਹਿਬ ਦੀ ਨਜ਼ਰ ਦੇ ਸਾਹਮਣੇ ਨਿਹਾਲ ਹੋ ਗਿਆ। ਜਦੋਂ ਕਿ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਸਮਾਜ ਦੀ ਕੋਝੀ ਅਗਵਾਈ ਕਰਦੇ ਅਤੇ ਕੁਚੱਜਾ ਮਾਰਗ ਅਖਤਿਆਰ ਕਰ ਚੁੱਕੇ ਆਗੂ ਤੜਫ ਉੱਠੇ। ਵਿਚਾਰਨਯੋਗ ਗੱਲ ਇਹ ਹੈ ਕਿ ਇਹਨਾਂ ਖੇਤਰਾਂ ਦੀ ਅਜੋਕੀ ਪਰਿਸਥਿਤੀ ਅਤੇ ਦ੍ਰਿਸ਼ ਨੂੰ ਧਿਆਨ ਰੱਖਦਿਆਂ ਸਮੁੱਚਾ ਵਿਸ਼ਵ ਗੁਰੂ ਸਾਹਿਬ ਤੋਂ ਕਿਵੇਂ ਸੇਧ ਲੈ ਸਕਦਾ ਹੈ। ਜਦੋਂ ਕਿ ਅਸੀਂ ਮੌਜੂਦਾ ਸਮੇਂ ਵਿਕਾਸ ਦੀ ਅਖੌਤੀ ਚਰਮ ਸੀਮਾ, ਵਿਕਾਸ ਦਾ ਬਹੁਤ ਰੌਲਾ ਪੈ ਰਿਹਾ ਹੈ, ਉਹਦੇ ਵੱਲ ਵਧਣ ਦੇ ਭਰਮ ਅੰਦਰ ਸਵੈ ਵਿਨਾਸ਼ ਲੀਲਾ ਰਚ ਰਹੇ ਹਾਂ। ਨਾਲ ਹੀ ਕਾਦਰਤ ਦੀ ਕੁਦਰਤ ਦੀਆਂ ਹੋਰ ਰਚਨਾਵਾਂ ਨੂੰ ਮਿੱਟੀ 'ਚ ਜਾਣਦੇ ਹੋਏ ਕਈਆਂ ਨੂੰ ਖਤਮ ਕਰਨ ਦਾ ਕਾਰਨ ਬਣ ਚੁੱਕੇ ਹਾਂ ਅਤੇ ਹੋਰਾਂ ਨੂੰ ਤਬਾਹੀ ਦੇ ਕੰਢੇ ਵੱਲ ਜ਼ਾਲਮਾਨਾ ਤਰੀਕੇ ਨਾਲ ਤੱਕ ਰਹੇ ਹਾਂ। ਸੋ ਅਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਫਲਾਣੀ ਸਪੀਸ਼ੀਜ਼ ਧਰਤੀ ਤੋਂ ਐਕਸਟਿੰਕਟ ਹੋ ਗਈ, ਫਲਾਣੀ ਸਪੀਸ਼ੀਜ਼ ਜਿਹੜੀ ਆ ਉਹ ਖਤਮ ਹੋ ਚੁੱਕੀ ਹੈ ਅਤੇ ਫਲਾਣੀਆਂ ਸਪੀਸ਼ੀਜ਼ ਜਿਹੜੇ ਖਤਮ ਹੋਣ ਦੇ ਕਿਨਾਰੇ ਨੇ ਸਾਡੀਆਂ ਕਰਤੂਤਾਂ ਕਰਕੇ। ਸੋ ਗੁਰੂ ਸਾਹਿਬ ਮਨੁੱਖ ਨੂੰ ਨਿੱਜ ਸਵਾਰਥ ਤੋਂ ਉੱਥੇ ਉੱਠ ਕੇ ਪਰਮਾਤਮਾ ਦੇ ਹੁਕਮ ਭਾਵ ਰਜਾ ਵਿੱਚ ਚੱਲਣ ਦੀ ਤਾਕੀਦ ਕਰਦੇ ਹਨ। ਇਉਂ ਸੱਚ ਦੀ ਪਛਾਣ ਦੇ ਮਾਰਗ ਉੱਤੇ ਤੋਰਦੇ ਹਨ। ਆਪ ਜੀ ਫਰਮਾਉਂਦੇ ਹਨ
ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਨਾਲ ਹੀ ਸੋਝੀ ਕਰਾਉਂਦੇ ਹਨ ਕਿ ਦੁਨੀਆ ਦੀਆਂ ਸਭ ਤਰ੍ਹਾਂ ਦੀਆਂ ਪੈਦਾਇਸ਼ਾਂ ਪਰਮਾਤਮਾ ਦੇ ਹੁਕਮ ਵਿੱਚ ਆਕਾਰ ਧਾਰਦੀਆਂ ਹੋਈਆਂ ਆਪਣੇ ਵਿਸ਼ੇਸ਼ ਗੁਣ ਗ੍ਰਹਿਣ ਕਰਦੀਆਂ ਹਨ। ਆਪਾਂ ਸਵੇਰੇ ਜਪਜੀ ਸਾਹਿਬ ਦਾ ਪਾਠ ਜਦੋਂ ਉਚਾਰਦੇ ਹਾਂ, ਦਰਸ਼ਨ ਕਰਦੇ ਹਾਂ, ਤਾਂ ਉਹਦੇ ਵਿੱਚ ਅਸੀਂ ਮਹਾਰਾਜ ਜੀ ਦੇ ਬਾਣੀ ਦੇ ਸਨਮੁਖ ਹੁੰਦੇ ਹਾਂ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਸੋ ਇਸ ਪ੍ਰਕਾਰ ਇਹਦੇ ਵਿੱਚ ਜੋ ਭਾਵ ਮੈਨੂੰ ਸਮਝ ਆਉਂਦਾ ਹੈ ਕਿ ਪਰਮਾਤਮਾ ਦੇ ਹੁਕਮ ਦੇ ਵਿੱਚ ਹਰ ਇੱਕ ਪ੍ਰਕਾਰ ਦੀ ਜਿਹੜੀ ਸ਼ੈ ਆਪਣਾ ਆਕਾਰ ਧਾਰਦੀ ਹੈ ਅਤੇ ਆਪਣੇ ਵਿਸ਼ੇਸ਼ ਗੁਣ ਗ੍ਰਹਿਣ ਕਰਦੀ ਹੈ। ਸੋ ਇਸੇ ਤਰੀਕੇ ਨਾਲ ਜਿਹੜੇ ਪਰਮਾਤਮਾ ਦੀਆਂ ਕਿਰਤਾਂ ਨੇ, ਹਵਾ, ਪਾਣੀ ਅਤੇ ਮਿੱਟੀ, ਉਹ ਵੀ ਉਹਦੇ ਹੁਕਮ ਦੇ ਅੰਦਰ ਆਪਣੇ ਕਾਰਜ ਨਿਭਾ ਰਹੇ ਹਨ ਅਤੇ ਆਪਣੇ ਵਿਸ਼ੇਸ਼ ਗੁਣ ਗ੍ਰਹਿਣ ਕਰਦੇ ਹਨ। ਸੋ ਗੁਰੂ ਸਾਹਿਬ ਸੂਝ ਬਖਸ਼ਦੇ ਹਨ ਕਿ ਇਹ ਸਭ ਕੇਵਲ ਮਨੁੱਖ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਖਾਤਰ ਨਹੀਂ ਹਨ, ਬਲਕਿ ਉਸ ਕਾਦਰ ਦੀ ਕੁਦਰਤ ਦੇ ਹੋਰ ਜੀਵ ਜੰਤੂਆਂ ਅਤੇ ਬਨਸਪਤੀ ਲਈ ਵੀ ਕਾਰਜਸ਼ੀਲ ਹੋ ਕੇ ਆਪਣੀ ਭੂਮਿਕਾ ਨਿਭਾ ਰਹੇ ਹਨ। ਸੋ ਮਨੁੱਖ ਆਪਣੀ ਤ੍ਰਿਸ਼ਨਾਵਾਂ ਦੇ ਅਧੀਨ ਇਹਨਾਂ ਦੀਆਂ ਜਿਹੜੀਆਂ ਲੁੱਟ ਖਸੁੱਟ ਉੱਤੇ ਉਤਾਰ ਹੋ ਕੇ ਆਪਣੇ ਪੈਰੀ ਆਪ ਵੀ ਕੁਹਾੜਾ ਮਾਰ ਰਿਹਾ ਹੈ। ਔਰ ਨਾਲ ਹੀ ਜਿਹੜਾ ਹੈ ਉਹ ਜਿਹੜਾ ਕਿ ਇਹ ਜਿਹੜੇ ਤਿੰਨ ਜਿਹੜੇ ਮੈਂ ਗੱਲ ਕੀਤੀ ਹੈ, ਹਵਾ, ਪਾਣੀ ਅਤੇ ਮਿੱਟੀ, ਇਹ ਜਿਹੜਾ ਮਨੁੱਖ ਦੇ ਜੀਵਨ ਦਾ ਮੂਲ ਨਹੀਂ ਹੈ ਕੇਵਲ, ਇਹ ਅਸੰਖ ਜੀਵ ਜੰਤੂਆਂ ਦੀ ਉਤਪੱਤੀ ਅਤੇ ਪਾਲਣਾ ਦਾ ਮੁੱਢ ਹੈ। ਸੋ ਸ੍ਰਿਸ਼ਟੀ ਦੀ ਕੁੱਲ ਰਚਨਾ ਦਾ ਮਨੁੱਖ ਧੁਰਾ ਨਾ ਹੋ ਕੇ ਕੇਵਲ ਇੱਕ ਹਿੱਸਾ ਹੈ, ਪਰੰਤੂ ਆਪਣੇ ਆਪ ਨੂੰ ਕੇਂਦਰ ਮੰਨ ਕੇ, ਆਪਣੇ ਆਪ ਨੂੰ ਧੁਰਾ ਮੰਨ ਕੇ, ਇਸ ਦੀ ਲਾਲਚ ਅਧੀਨ ਵਰਤੋਂ, ਮਨਚਾਹੀ ਵਰਤੋਂ ਕਰਕੇ ਦੂਸਰੇ ਜਿਹੜੇ ਭਾਗੀਦਾਰ ਨੇ, ਇੱਥੇ ਧਰਤੀ 'ਤੇ ਰਹਿਣ ਵਾਲੇ ਜੀਵ ਜੰਤ ਨੇ, ਉਹਨਾਂ ਲਈ ਦੁਖਦਾਈ ਭੂਮਿਕਾ ਨਿਭਾ ਰਿਹਾ ਹੈ। ਸੋ ਇਸ ਗੱਲ ਨੂੰ ਸਵੀਕਾਰਨ ਤੋਂ ਆਕੀ ਹੈ ਕਿ ਧਰਤੀ ਉਤਲੀ ਜੀਵਨ ਲੜੀ ਕਿਸੇ ਕਿਸਮ ਦੀ ਦਰਜਾਬੰਦੀ ਨਹੀਂ, ਜਿਵੇਂ ਸਾਨੂੰ ਸਾਇੰਸ ਪੜ੍ਹਾਉਂਦੀ ਹੈ ਇਹ ਉਤਲੇ ਦਰਜੇ ਦੇ ਜੀਵ ਨੇ, ਇਹ ਨਿਚਲੇ ਦਰਜੇ ਦੇ ਜੀਵ ਨੇ। ਇੱਦਾਂ ਦੀ ਕੋਈ ਗੱਲ ਨਹੀਂ ਹੈ, ਬਲਕਿ ਹਰ ਪੱਧਰ ਦੇ ਜੀਵਨ ਦਾ ਆਪੋ ਆਪਣਾ ਮਹੱਤਵਪੂਰਨ ਯੋਗਦਾਨ ਹੈ। ਕੁਦਰਤ ਪ੍ਰਤੀ ਚੇਤੰਨ ਹੋਣ ਲਈ ਸਾਨੂੰ ਨਿਰੀ ਸਵਾਰਥ ਆਧਾਰਿਤ ਮਾਨਵ ਕੇਂਦਰਿਤ, ਕਿਉਂਕਿ ਇਹ ਜਿਹੜੀ ਸੋਚ ਹੈ ਕਿ ਮਨੁੱਖ ਜਿਹੜਾ ਹੈ ਸਾਰੀ ਸ੍ਰਿਸ਼ਟੀ ਦਾ ਧੁਰਾ ਹੈ ਅਤੇ ਉਹਦੇ ਦੁਆਲੇ ਸਾਰੀ ਸ੍ਰਿਸ਼ਟੀ ਘੁੰਮਦੀ ਹੈ, ਅਤੇ ਇਹ ਜਿਹੜੀ ਸੋਚ ਹੈ ਇਹ ਮੈਨੂੰ ਲੱਗਦਾ ਹੈ, ਭਾਸਦਾ ਹੈ ਕਿ ਇਹ ਸਾਡੀ ਸਮੱਸਿਆਵਾਂ ਦਾ ਮੂਲ ਹੈ। ਔਰ ਗੁਰੂ ਸਾਹਿਬ ਇਹਨਾਂ ਵਿਚਾਰ ਪੱਧਤੀਆਂ ਦੇ ਉੱਤੇ ਸਾਨੂੰ ਚੇਤੰਨ ਕਰਦੇ ਹਨ, ਇਸ ਸਿਧਾਂਤ ਰਾਹੀਂ ਸਾਨੂੰ ਜਿਹੜਾ ਹੈ ਜਗਾਉਂਦੇ ਹਨ। ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰਾ ਜੀਓ। ਪਰਮਾਤਮਾ ਦੀ ਨਜ਼ਰ, ਪਰਮਾਤਮਾ ਦੀ ਜਿਹੜੀ ਬਖਸ਼ਿਸ਼, ਉਹ ਤੋਂ ਕੋਈ ਵਾਂਝਾ ਨਹੀਂ ਹੈ, ਸਾਰੇ ਉਹਦੇ ਹੱਕਦਾਰ ਨੇ, ਅਤੇ ਇਹ ਸਾਨੂੰ ਇਹਦਾ ਪੱਲਾ ਕੁੱਟ ਕੇ ਫੜਨਾ ਪਏਗਾ। ਅਤੇ ਇਹ ਜੀਵਨ ਦਾ ਆਧਾਰ ਗੁਰੂ ਪਾਤਸ਼ਾਹ ਦੇ ਜਿਹੜੇ ਬਚਨ ਨੇ, ਸਹਿਜ ਸੰਤੋਖ ਸਦਾ ਤ੍ਰਿਪਤਾਸੇ, ਆਨੰਦ ਖਸਮ ਕੇ ਭਾਣੇ ਜੀਓ, ਨੂੰ ਬਣਾਉਣਾ ਪਏਗਾ ਅਤੇ ਇਹਦੇ ਉਪਰਾਲੇ ਸ਼ੁਰੂ ਕਰਨੇ ਪੈਣਗੇ। ਪਰੰਤੂ ਜੇ ਅਸੀਂ ਹੁਣ ਦੇਖੀਏ, ਅਸੀਂ ਇਹਨਾਂ ਹਿੱਲਿਆਂ ਵਸੀਲਿਆਂ ਤੋਂ ਕਿਤੇ ਦੂਰ ਜਿਹੜਾ ਹੈ ਉਹ ਗੈਰ ਕੁਦਰਤੀ ਜਾਂਚ, ਜਦੋਂ ਮੈਂ ਗੈਰ ਕੁਦਰਤੀ ਜਾਂਚ ਦੀ ਗੱਲ ਕਰਦਾ ਕਿ ਬਾਹਰ ਦਾ ਟੈਂਪਰੇਚਰ ਕਿੰਨਾ ਅਤੇ ਅੰਦਰ ਜਦੋਂ ਅਸੀਂ ਆਏ ਤਾਂ ਏਸੀ ਇੱਕਦਮ ਕਾਫੀ ਜ਼ਿਆਦਾ ਵਧਿਆ ਹੋਇਆ ਸੀ, ਅਤੇ ਮੈਂ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਏਸੀ ਬੰਦ ਕਰ ਦਿਓ, ਬੱਚੇ ਬਿਮਾਰ ਹੋ ਜਾਣਗੇ। ਸੋ ਗੈਰ ਕੁਦਰਤੀ ਜੀਵਨ ਜਾਂਚ ਸਾਡੀ ਬਣ ਚੁੱਕੀ ਹੈ ਬੇਹੱਦ ਜ਼ਿਆਦਾ। ਔਰ ਅਸੀਂ ਮੱਕੜੀ ਦੀ, ਜਿਵੇਂ ਮੱਕੜੀ ਆਪਣਾ ਜਾਲਾ ਬੁਣਦੀ ਹੈ, ਆਪ ਉਹਦੇ 'ਚ ਫਸ ਜਾਂਦੀ ਹੈ, ਤਾਂ ਤਕਰੀਬਨ ਸਾਡਾ ਲਾਈਫ ਸਟਾਈਲ ਉੱਦਾਂ ਦਾ ਹੀ ਹੋ ਗਿਆ ਹੈ। ਔਰ ਗੁਰੂ ਸਾਹਿਬ ਸਾਨੂੰ ਚਾਨਣ ਕਰਦੇ ਹਨ, ਗੁਰੂ ਸਾਹਿਬ ਦੀ ਸਿੱਖਿਆਵਾਂ ਤੋਂ ਦੂਰ ਅਸੀਂ ਜਿਹੜਾ ਹੈ, ਜਿਵੇਂ ਗੁਰੂ ਸਾਹਿਬ ਸਾਨੂੰ ਫਰਮਾਨ ਕਰਦੇ ਹਨ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸੋ ਜੇਕਰ ਅਸੀਂ ਪਾਣੀ ਦੀ ਗੈਰ ਸੰਜਮੀ ਵਰਤੋਂ ਦੀ ਗੱਲ ਕਰੀਏ, ਤਾਂ ਹੈਰਾਨੀ ਹੁੰਦੀ ਹੈ ਕਿ ਮੇਰੇ ਕਈ ਜਿਹੜੇ ਮੇਰੇ ਤੋਂ ਵਡੇਰੀ ਉਮਰ ਦੇ ਵਿਦਵਾਨ ਸੱਜਣ ਵੀ ਬੈਠੇ ਨੇ। ਅਸੀਂ ਸੋਚ ਵੀ ਨਹੀਂ ਸਕਦੇ ਸੀ ਕਿ ਜਿਨ੍ਹਾਂ ਪਾਣੀ ਨੂੰ ਅਸੀਂ ਇਹ ਬੁੱਕ ਦੇ ਵਿੱਚ ਇੱਦਾਂ ਟੂਟੀਆਂ ਤੋਂ ਜਾਂ ਨਲਕਿਆਂ ਤੋਂ ਪੀ ਲੈਂਦੇ ਸੀ, ਖੂਹਾਂ ਤੋਂ ਪੀ ਲੈਂਦੇ ਸੀ, ਕਿ ਇੱਕ ਦਿਨ ਪਾਣੀ ਦੀ ਜਿਹੜੀ ਇਹ ਬੋਤਲ ਦੇ ਵਿੱਚ ਬੰਦ ਹੋ ਜਾਏਗਾ ਔਰ ਪ੍ਰੋਸੈਸ ਹੋਣ ਲੱਗ ਜਾਏਗਾ ਮਸ਼ੀਨਾਂ ਦੇ ਵਿੱਚ, ਅਤੇ ਅਖੌਤੀ ਸ਼ੁੱਧ ਅਖਵਾਉਣ ਲੱਗ ਪਏਗਾ। ਕਿਉਂਕਿ ਸਾਇੰਸ ਹੁਣ ਕਹਿ ਰਹੀ ਹੈ ਕਿ ਜਿਹੜਾ ਫਿਲਟਰਡ ਵਾਟਰ ਹੈ ਉਹ ਵੀ ਸਿਹਤ ਲਈ ਠੀਕ ਨਹੀਂ ਹੈ। ਸੋ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਆਪਣੇ ਆਪ ਨੂੰ ਸਿਆਣੇ ਤਾਂ ਖੁਆਈ ਜਾਂਦੇ ਹਾਂ, ਪਰ ਗੱਲ ਕੋਈ ਇੱਦਾਂ ਦੀ ਲੱਗਦੀ ਨਹੀਂ, ਕਿਉਂਕਿ ਅਸੀਂ ਮਹਾਰਾਜ ਜੀ ਦੇ ਬਚਨ ਭੁੱਲੇ। ਸੋ ਇੱਥੇ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ। ਔਰ ਨਾਲ ਹੀ ਭਾਈ ਗੁਰਦਾਸ ਜੀ, ਦੇਖੋ ਤੁਸੀਂ ਭਾਈ ਗੁਰਦਾਸ ਜੀ ਦੀ ਜਿਹੜੀ ਵਾਰ ਹੈ, ਉਹਦੀ ਦੂਜੀ ਵਾਰ ਦੀ 7ਵੀਂ ਪੌੜੀ ਹੈ, ਅੱਗੇ ਤੁਸੀਂ ਦਰਸ਼ਨ ਕਰੋਗੇ। ਪਾਣੀ ਕਾਲੇ ਰੰਗ ਵਿੱਚ ਜਿਉਂ ਕਾਲਾ ਦਿਸੈ, ਰੱਤਾ ਰੱਤੇ ਰੰਗ ਵਿੱਚ ਮਿਲ ਮੇਲ ਸਲੀਸੈ। ਰੱਤਾ ਲਾਲ ਰੰਗ ਨੂੰ ਪੀਲੇ ਪੀਲੇ ਹੋਏ ਮਿਲੈ, ਹਿਤ ਜੋਈ ਵਿਸੈ, ਸਾਵਾ ਸਾਵੇ ਰੰਗ ਮਿਲ ਸਭ ਰੰਗ ਸਰੀਸੈ। ਪਾਣੀ ਦਾ ਇਹੀ ਸੁਭਾਅ ਸੀ, ਪਾਣੀ ਦਾ ਬੜਾ ਵਧੀਆ ਸੁਭਾਅ ਸੀ। ਅਸੀਂ ਉਸ ਪਾਣੀ ਦੇ ਸੁਭਾਅ ਦਾ ਮਖੌਲ ਉਡਾਇਆ। ਮਖੌਲ ਕਿੱਦਾਂ ਉਡਾਇਆ? ਅਸੀਂ ਉਹਦੇ ਵਿੱਚ ਹਰ ਇੱਕੋ ਸ਼ੈ ਪਾਈ ਜਿਹਦੇ ਨਾਲ ਪਲੀਤ ਹੋ ਗਿਆ। ਸੋ ਦੇਖੋ ਤੁਸੀਂ ਕਿ ਪਾਣੀ ਜਿਹੜਾ ਹੈ ਖੂਨ ਦੇ ਵਿੱਚ, ਜਿਵੇਂ ਖੂਨ ਬਣਾਉਂਦਾ ਸਾਡਾ, ਔਰ ਸਾਡੇ ਕਿੰਨੇ ਤੱਤ 'ਚ ਮਿਲਾ ਕੇ ਆਪਣੇ ਆਪ 'ਚ ਸਾਡੇ ਸਰੀਰ ਦੇ ਇਕੱਲੇ ਇਕੱਲੇ ਅੰਗ, ਇਕੱਲੇ ਇਕੱਲੇ, ਜਿਵੇਂ ਆਪਾਂ ਪੜ੍ਹਦੇ ਹਾਂ, ਡਾਕਟਰ ਅਰਸ਼ਦੀਪ ਜ਼ਿਆਦਾ ਵਧੀਆ ਵਿਸਥਾਰ 'ਚ ਦੱਸ ਸਕਦੇ ਹੈ ਕਿ ਕਿਵੇਂ ਸਾਡੇ ਇਕੱਲੇ ਇਕੱਲੇ ਸੈੱਲ ਤੱਕ ਜਿਹੜਾ ਹੈ ਉਹ ਸ਼ੂਗਰ ਨੂੰ ਮਿਲਾ ਕੇ, ਕਈ ਤੱਤਾਂ ਨੂੰ ਮਿਲਾ ਕੇ ਸੈੱਲਾਂ ਤੱਕ ਲੈ ਕੇ ਜਾਂਦਾ ਹੈ, ਔਰ ਸਾਡੇ ਜੀਵਨ ਨੂੰ ਆਧਾਰ ਬਖਸ਼ਦਾ ਹੈ।
ਤੇ ਜੇ ਸ਼ੂਗਰ ਵੱਧ ਜਾਂਦੀ ਹੈ, ਆਪਾਂ ਕਹਿੰਦੇ ਮੈਨੂੰ ਸ਼ੂਗਰ ਹੋ ਗਈ ਹੈ, ਤਾਂ ਉਹਨੂੰ ਗੋਲੀ ਲੈਣੀ ਪੈਂਦੀ ਹੈ ਕਿ ਸ਼ੂਗਰ ਦਾ ਲੈਵਲ ਬਲੱਡ ਦੇ ਵਿੱਚ ਪੂਰਾ ਹੋ ਸਕੇ। ਔਰ ਦੇਖੋ ਸਾਡਾ ਸਰੀਰ ਵੀ 70% ਜਿਹੜਾ ਹੈ ਪਾਣੀ ਦਾ ਬਣਿਆ, ਜਿਵੇਂ ਧਰਤੀ ਦੇ ਉੱਤੇ 70% ਪਾਣੀ ਹੈ। ਕਿੰਨੀ ਇੰਪੋਰਟੈਂਸ ਇਹਦਾ ਸੁਭਾਅ ਵੀ ਦੇਖੋ ਕਿੰਨਾ ਹੈ ਕਿ, ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਇਹ ਜ਼ਮੀਨ ਦੇ ਵਿੱਚੋਂ ਜਿਹੜਾ ਹੈ ਜੜ੍ਹਾਂ ਰਾਹੀਂ ਦਰਖਤ ਨੂੰ ਜਿਹੜਾ ਹੈ ਉਹ ਕਈ ਤਰ੍ਹਾਂ ਦੇ ਖਣਿਜ ਪਦਾਰਥ ਦਿੰਦਾ ਹੈ, ਔਰ ਤਣੇ, ਫਲ, ਫੁੱਲ, ਪੱਤੇ, ਅਸੀਂ ਫਲ ਖਾਂਦੇ ਹਾਂ ਅਤੇ ਉਹ ਵੀ ਸਾਨੂੰ ਜਿਹੜਾ ਹੈ ਪਾਣੀ ਜਿਹੜਾ ਹੈ ਕਈ ਪ੍ਰਕਾਰ ਨਾਲ ਤਿਆਰ ਕਰਕੇ ਦਿੰਦਾ ਹੈ। ਸੋ ਅਸੀਂ ਉਹਦੇ ਇਸ ਸੁਭਾਅ ਦਾ ਮਖੌਲ ਹੀ ਉਡਾਇਆ, ਮੈਨੂੰ ਇੱਦਾਂ ਜਾਪਦਾ। ਔਰ ਨਾਲ ਹੀ ਤੁਸੀਂ ਦੇਖੋ ਕਿ ਇਹਦਾ ਜੇ ਮੈਂ ਗੱਲ ਕਰਾਂ ਕਿ ਸਮਝਣਯੋਗ ਗੱਲ ਇੱਥੇ ਇਹ ਹੈ ਕਿ ਮਾੜੇ ਢੰਗ ਨਾਲ ਵਿਉਂਤੀਆਂ ਅਤੇ ਗੈਰ ਜ਼ਿੰਮੇਵਾਰ ਤਰੀਕੇ ਨਾਲ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਉਦਯੋਗਿਕ ਗਤੀਵਿਧੀਆਂ ਪਾਣੀ ਦੇ ਕੁਦਰਤੀ ਸਰੂਪ ਵਿੱਚ ਲਗਾਤਾਰ ਵੱਡੇ ਪੱਧਰ 'ਤੇ ਵਿਗਾੜ ਪੈਦਾ ਕਰ ਰਹੀਆਂ ਹਨ, ਜਿਸ ਦਾ ਸੰਤਾਪ ਕੇਵਲ ਮਨੁੱਖ ਹੀ ਨਹੀਂ ਬਲਕਿ ਨਿਰਦੋਸ਼ੇ ਜੀਵ ਜੰਤੂ ਭੁਗਤ ਰਹੇ ਨੇ। ਅਸੀਂ ਤਾਂ ਫਿਲਟਰ ਕਰਕੇ ਪਾਣੀ ਪੀ ਲੈਂਦੇ ਹਾਂ, ਮੱਛੀਆਂ ਕਿੱਥੇ ਫਿਲਟਰ ਪਾਣੀ ਪੀਣਗੀਆਂ ਬਈ, ਜਾਨਵਰ ਕਿੱਥੋਂ ਫਿਲਟਰ ਪਾਣੀ ਪੀਣਗੇ। ਅਸੀਂ ਸਿਰਫ ਆਪਣਾ ਸੋਚਿਆ, ਉਹਨਾਂ ਬਾਰੇ ਨਹੀਂ ਸੋਚਿਆ। ਅਸੀਂ ਦੇਖਿਆ ਅਖਬਾਰਾਂ ਦੇ ਵਿੱਚ ਸਤਲੁਜ ਦੇ ਵਿੱਚ ਟਣਾ ਮੁਹੀ ਮੱਛੀ ਜਿਹੜੀ ਹੈ ਉਹ ਮਰ ਗਈ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਅਸੀਂ ਕਹਿੰਦੇ ਹਾਂ ਅਸੀਂ ਜੀ ਘਾਤ ਨਹੀਂ ਕਰਦੇ, ਅਸੀਂ ਮਾਸ ਨਹੀਂ ਖਾਂਦੇ, ਫਲਾਣਾ ਨਹੀਂ ਖਾਂਦੇ, ਪਖੰਡ ਕਰਦੇ ਹਾਂ ਅਸੀਂ। ਔਰ ਤੁਸੀਂ ਦੇਖੋ ਕਿ ਸਮੁੱਚੇ ਸੰਸਾਰ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਵੱਡੇ ਉਦਯੋਗਿਕ ਘਰਾਣੇ, ਜਿਵੇਂ ਕਿ ਹੁਣ ਸਾਰਾ ਮਾਹੌਲ ਬਣਿਆ ਹੋਇਆ, ਇਹਨਾਂ ਦੀਆਂ ਜਿਹੜੀਆਂ ਉਪਭੋਗਤਾਵਾਦੀ ਨੀਤੀਆਂ ਨੇ, ਜਿਹੜੀਆਂ ਕੰਜ਼ਿਊਮਰਿਜ਼ਮ ਪਾਲਿਸੀਜ਼ ਨੇ, ਜਿਹੜੀਆਂ ਜੋ ਕਿ ਲੋਕ ਭਲਾਈ ਅਤੇ ਸਮਾਜ ਕਲਿਆਣ ਦਾ ਦੰਭ ਪਾਲ ਰਹੀਆਂ ਹਨ। ਸੋ ਵਾਤਾਵਰਣ ਵਿਚਲੇ ਕੁਦਰਤੀ ਸਰੋਤਾਂ ਦੀ ਅੰਨੀ ਲੁੱਟ ਆਰਥਿਕ ਵਿਕਾਸ ਦੇ ਨਾਂ ਹੇਠ, ਮੈਂ ਐਮਫੈਸਿਸ ਕਰਦਾ ਇਸ ਵਰਡ ਨੂੰ, ਆਰਥਿਕ ਵਿਕਾਸ ਦੇ ਨਾਂ ਹੇਠ ਲਗਾਤਾਰ ਜਾਰੀ ਰੱਖ ਰਹੀਆਂ ਹਨ। ਇਹਨਾਂ ਨੀਤੀਆਂ ਤਹਿਤ ਪਾਣੀ ਤੋਂ ਬਾਅਦ ਅਗਲਾ ਸ਼ਿਕਾਰ ਹਵਾ ਹੋ ਚੁੱਕੀ ਹੈ। ਤੁਸੀਂ ਬਾਹਰ ਦੇਖੋ ਹਵਾ ਦਾ ਕੀ ਹਾਲ ਹੈ। ਸੋ ਸ਼ਿਕਾਰ ਹੋ ਚੁੱਕੀ ਹੈ ਅਤੇ ਦਿਨ ਦੂਰ ਨਹੀਂ ਹੈ ਕਿ ਸਾਡੇ ਮੋਢਿਆਂ 'ਤੇ ਸਿਲੰਡਰ ਟੰਗੇ ਹੋਣਗੇ ਅਤੇ ਅਸੀਂ ਸਾਹ ਜਿਹੜਾ ਹੈ ਉਹ ਸਿਲੰਡਰਾਂ ਰਾਹੀਂ ਲਿਆ ਕਰਾਂਗੇ। ਮੈਨੂੰ ਨਹੀਂ ਲੱਗਦਾ, ਕਿਉਂਕਿ ਮੈਂ ਆਪਣੀ ਉਮਰ ਦੇ ਵਿੱਚ ਦੇਖ ਚੁੱਕਿਆ ਪਿਛਲੇ 30-40 ਸਾਲ ਦੇ ਵਿੱਚ ਕਿ ਪਾਣੀ ਕਿੱਦਾਂ ਜਿਹੜਾ ਹੈ ਫਿਲਟਰ ਹੋਣ ਲੱਗ ਗਿਆ, ਬੋਤਲਾਂ 'ਚ ਬੰਦ ਹੋ ਗਿਆ। ਅਸੀਂ ਸਾਰੇ ਆਪਣੇ ਪਰਸ ਜਾਂ ਆਪਣੇ ਬੈਗ ਦੇ ਵਿੱਚ ਪਾਣੀ ਦੀ ਬੋਤਲਾਂ ਚੱਕੀ ਫਿਰ ਰਹੇ ਹਾਂ। ਸੋ ਹੋਏ ਮੈਨੂੰ ਲੱਗ ਰਿਹਾ। ਔਰ ਤੁਸੀਂ ਇਹ ਦੇਖੋ ਕਿ ਕਈ ਦੇਸ਼ਾਂ ਦੇ ਵਿੱਚ ਆਕਸੀਜਨ ਪਾਰਲਰ ਖੁੱਲ੍ਹ ਗਏ ਨੇ, ਚਾਈਨਾ ਦੇ ਵਿੱਚ ਜਾਂ ਇੰਡੀਆ ਦੇ ਵੱਡੇ ਮੁਲਕਾਂ ਦੇ ਵਿੱਚ। ਬੰਦੇ ਨੂੰ ਕਹਿੰਦੇ ਨੇ ਤੁਸੀਂ ਆਓ ਜੀ, ਆਪਣੇ ਫੇਫੜਿਆਂ ਨੂੰ ਸਾਫ਼ ਕਰੋ ਅਤੇ ਆਪਣੇ ਸਰੀਰ ਨੂੰ ਜਿਹੜਾ ਹੈ ਉਹ ਰਹਿਣਯੋਗ ਬਣਾਓ। ਤਾਂ ਇਹਦਾ ਮਤਲਬ ਕੀ ਹੋਇਆ ਕਿ ਅਸੀਂ ਕਿਉਂ ਇਹ ਹਾਲਾਤ ਪੈਦਾ ਕਰ ਲਏ? ਔਰ ਇਹਨਾਂ ਦੇ ਜਿਹੜੇ ਮਾਰੂ ਪ੍ਰਭਾਵਾਂ ਨੂੰ ਘਟਾਉਣ ਲਈ ਅਸੀਂ ਕੀ ਕਰਦੇ ਹਾਂ ਫਿਰ? ਅਖੌਤੀ ਸ਼ੁੱਧ ਹਵਾ, ਮੈਂ ਫੇਰ ਵਰਡ ਯੂਜ਼ ਕਰ ਰਿਹਾ, ਅਖੌਤੀ ਸ਼ੁੱਧ ਹਵਾ। ਇਹਦਾ ਮਤਲਬ ਪਰਮਾਤਮਾ ਨੇ ਸਾਨੂੰ ਜਿਹੜੀ ਹਵਾ ਦਿੱਤੀ ਉਹ ਸ਼ੁੱਧ ਨਹੀਂ ਸੀ। ਇਹਦਾ ਮਤਲਬ ਅਸੀਂ ਉਹਨੂੰ ਪਲਿਊਟ ਕੀਤਾ, ਉਹਨੂੰ ਜਿਹੜਾ ਹੈ ਉਹ। ਔਰ ਫਿਰ ਇੱਕ ਹੋਰ ਗੱਲ ਜਿਹੜੀ ਬੜੀ ਇੰਟਰਸਟਿੰਗ ਹੈ, ਅਸੀਂ ਬਚਪਨ ਤੋਂ ਆਪਣੇ ਕਲਾਸਾਂ ਦੇ ਵਿੱਚ ਗਲੋਬਲ ਵਾਰਮਿੰਗ ਬਾਰੇ ਪੜ੍ਹਦੇ ਆ ਰਹੇ ਹਾਂ, ਜਿਹਨੂੰ ਅਸੀਂ ਆਲਮੀ ਤਪਸ਼ ਕਹਿ ਦਿੰਦੇ ਹਾਂ। ਔਰ ਪਿਛਲੀ 3 ਪੀੜ੍ਹੀਆਂ ਤੋਂ ਮੈਂ ਪੜ੍ਹਿਆ, ਮੇਰੇ ਬਾਪੂ ਜੀ ਉਹਨਾਂ ਨੇ ਪੜ੍ਹਿਆ ਅਤੇ ਮੇਰੇ ਅੱਗੇ ਜਿਹੜਾ ਹੈ ਉਹ ਬੇਟਾ ਪੜ੍ਹ ਰਿਹਾ ਹੈ। ਅਸੀਂ ਬਸ ਕਿਤਾਬਾਂ, ਸਕੂਲੀ ਕਿਤਾਬਾਂ ਤੱਕ ਪੜ੍ਹਦੇ ਰਹੇ ਔਰ ਅੱਜ ਵੀ ਅਖਬਾਰਾਂ ਦੇ ਵਿੱਚ ਇਹਦੇ ਮਾਰੂ ਪ੍ਰਭਾਵਾਂ ਬਾਰੇ ਲਗਾਤਾਰ ਪੜ੍ਹੇ ਜਾ ਰਹੇ ਹਾਂ। ਇਹਦਾ ਮਤਲਬ ਅਸੀਂ ਜਿਹੜਾ ਹੈ ਉਹ ਕਾਰਜ ਨਹੀਂ ਆਰੰਭੇ ਜਿਹਦੀ ਵੱਡੇ ਪੱਧਰ 'ਤੇ ਜਿਹਦੀ ਲੋੜ ਸੀ। ਅਤੇ ਹੁਣ ਜੇ ਆਪਾਂ ਗੱਲ ਕਰੀਏ ਉੱਤਰੀ ਭਾਰਤ ਦੀ, ਆਪਣੇ ਇਸ ਖਿੱਤੇ ਦੀ, ਪੰਜਾਬ ਦੀ, ਤਾਂ ਤੁਸੀਂ ਦੇਖੋ ਹਰੀ ਕ੍ਰਾਂਤੀ ਦਾ ਤਿਲਸਮ ਲਗਭਗ ਟੁੱਟ ਗਿਆ। ਮੈਂ ਤਿਲਸਮ ਕਹਾਂਗਾ, ਲੋੜ ਸੀ, ਮੈਂ ਨਹੀਂ ਕਹਿੰਦਾ। ਹਰੀ ਕ੍ਰਾਂਤੀ ਦੀ ਲੋੜ ਸੀ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ, ਸਾਡੇ ਵਿਦਵਾਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਭਾਰਤ ਦੀ ਆਬਾਦੀ, ਜਿਹੜੀ ਵੱਡੀ ਆਬਾਦੀ ਹੈ, ਉਹਦਾ ਢਿੱਡ ਭਰਿਆ ਪਿਛਲੇ 40 ਸਾਲਾਂ ਤੋਂ। ਔਰ ਮੈਂ ਜਿਹੜਾ ਹੈ, ਪਰ ਇੱਥੇ ਗੱਲ ਇਹ ਕਹਿਣੀ ਚਾਹੁੰਦਾ ਕਿ ਜਿਹੜਾ ਤਿਲਸਮ ਬਣਿਆ, ਤਿਲਸਮ ਕੀ ਬਣਿਆ, ਅਸੀਂ ਉਹਨੂੰ ਲਾਗੂ ਨਹੀਂ ਕੀਤਾ ਸਹੀ ਢੰਗ ਦੇ ਨਾਲ। ਅਸੀਂ ਅੱਜ ਕਹਿੰਦੇ ਹਾਂ ਮਿੱਟੀ ਪੰਜਾਬ ਦੀ ਪਲਿਊਟ ਹੋ ਗਈ, ਸਾਡੀ ਕਣਕ, ਸਾਡੀਆਂ ਜਿਹੜੀਆਂ ਸਬਜ਼ੀਆਂ ਨੇਪਾਲ ਦੇ ਬਾਰਡਰ ਤੋਂ ਵਾਪਸ ਆ ਰਹੀਆਂ ਨੇ ਅਤੇ ਸਾਡੀ ਜਿਹੜੀ ਕਣਕ ਹੈ ਉਹ ਐਕਸੈਪਟ ਨਹੀਂ ਹੋ ਰਹੀ। ਤਾਂ ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਬੜੇ ਸਿਆਣੇ ਖੁਆਇਆ। ਅਸੀਂ ਉਸ ਤਰ੍ਹਾਂ ਦਾ ਵਿਕਾਸ ਨਹੀਂ ਕੀਤਾ ਜਿਹਦੇ 'ਚ ਸਾਰੇ ਜੀਵ ਜੰਤੂਆਂ ਨੂੰ ਨਾਲ ਲੈ ਕੇ ਚੱਲਦੇ। ਸੋ ਭਾਰਤ ਦੀ ਨਿੱਤ ਵੱਧ ਰਹੀ ਵੱਡੀ ਆਬਾਦੀ ਦਾ ਢਿੱਡ ਕਈ ਦਹਾਕਿਆਂ ਤੋਂ ਭਰਦੇ ਆ ਰਹੇ ਪੰਜਾਬ ਦੀ ਮਿੱਟੀ ਅੱਜ ਰਸਾਇਣਕ ਅਤੇ ਵਿਸ਼ੈਲੇ ਤੱਤਾਂ ਨਾਲ ਵੱਡੇ ਪੱਧਰ 'ਤੇ ਪਲੀਤ ਹੁੰਦੀ ਜਾ ਰਹੀ ਹੈ। ਸਰਬੱਤ ਦਾ ਭਲਾ ਮੰਗਣ ਵਾਲੇ, ਗੁਰਾਂ ਦੇ ਨਾਂ 'ਤੇ ਜਿਉਣ ਵਾਲੇ ਪੰਜਾਬ ਦੀ ਆਬੋ ਹਵਾ ਅਤੇ ਚੁਗਿਰਦੇ ਦੀ ਸਾਂਭ ਸੰਭਾਲ ਦਾ ਜਿੰਮਾ ਇੱਥੇ ਵਸਣ ਵਾਲੇ ਲੋਕਾਂ ਦੇ ਨਾਲ ਸਮੁੱਚੇ ਭਾਰਤ ਦਾ ਬਣਦਾ ਹੈ। ਇਸ ਕਾਰਜ ਦੀ ਸ਼ੁਰੂਆਤ ਅਸੀਂ 550ਵੇਂ ਇਹਨਾਂ ਪ੍ਰਕਾਸ਼ ਪੁਰਬ ਉਤਸਵਾਂ ਮੌਕੇ ਕਰ ਸਕਦੇ ਹਾਂ। ਸੋ ਨਗਰ ਕੱਢਣੇ ਮੁਬਾਰਕ, ਸਟੇਜਾਂ ਲਗਾਉਣੀਆਂ ਮੁਬਾਰਕ, ਸਭ ਕੁਝ ਕਰਨਾ ਮੁਬਾਰਕ, ਸੈਮੀਨਾਰ ਕਰਨੇ ਮੁਬਾਰਕ, ਲੇਕਿਨ ਉਸ ਤੋਂ ਬਾਅਦ ਅਸੀਂ ਕੀ ਕਰਨਾ ਹੈ? ਔਰ ਤੁਸੀਂ ਇਹ ਦੇਖੋ ਕਿ ਵਾਤਾਵਰਣ ਦਾ ਪ੍ਰਦੂਸ਼ਣ ਜਿਹੜਾ ਹੈ, ਇੱਥੇ ਮੈਨੂੰ ਇੱਕ ਗੱਲ, ਮੈਂ ਉਹਨਾਂ ਦੀ ਬੁੱਕ ਪੜ੍ਹ ਰਿਹਾ ਸੀ ਆਪਣੀ ਰਸਕਿਨ ਬੌਂਡ ਦੀ, ਗਰੋਇੰਗ ਅਪ ਵਿਦ ਟਰੀਜ਼। ਉਹਦੇ 'ਚ ਇੱਕ ਵਰਡ ਆਇਆ, live long my friend, be wise and strong, but do not take from any man his song। ਅਤੇ ਮੈਂ ਇਹਨੂੰ ਥੋੜ੍ਹਾ ਵਧਾਇਆ ਅੱਗੇ ਕਿ ਇਹ ਜਿਹੜੀਆਂ ਲਾਈਨਾਂ ਨੇ ਜਿਹੜੀਆਂ ਰਸਕਿਨ ਬੌਂਡ ਦੀਆਂ ਲਿਖੀਆਂ ਹੋਈਆਂ ਕਿ ਅਸੀਂ ਜਿਹੜਾ ਪਾਣੀ ਦਾ ਮਿਊਜ਼ਿਕ ਖੋਹ ਲਿਆ, ਅਸੀਂ ਹਵਾ ਦਾ ਮਿਊਜ਼ਿਕ ਖੋਹ ਲਿਆ, ਅਸੀਂ ਮਿੱਟੀ ਦਾ ਮਿਊਜ਼ਿਕ ਖੋਹ ਲਿਆ। ਮਿਊਜ਼ਿਕ ਤੋਂ ਭਾਵ ਉਹਦੀ ਲੈਅ, ਉਹਦੀ ਕੁਦਰਤੀ ਲੈਅ ਅਸੀਂ ਖੋਹ ਲਈ ਹੈ ਅਤੇ ਅਸੀਂ ਉਹ ਨਾ ਖੋਈਏ। ਤੋ
ਇਹ ਜਿਹੜੀ ਗੱਲ ਹੈ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਆਈ। ਔਰ ਨਾਲ ਹੀ ਇੱਥੇ ਇੱਕ ਡਾਕਟਰ ਬਲਵਿੰਦਰ ਸਿੰਘ ਲੱਖੇਵਾਲੀ ਨੇ, ਉਹਨਾਂ ਦੀ ਅਖਬਾਰ ਦੇ ਵਿੱਚ ਵੀ ਲਿਖਤਾਂ ਆਉਂਦੀਆਂ ਰਹੀਆਂ। ਉਹਨਾਂ ਦੀ ਇੱਕ ਕਿਤਾਬ ਹੈ ਬਿਰਛਾਂ ਬਾਝ ਨਾ ਸੌਂਦੀ ਧਰਤੀ, ਭਾਵੇਂ ਲੱਖ ਹਵੇਲੀਆਂ ਖੜੀਆਂ, ਅਤੇ ਉਹਦੇ 'ਚ ਉਹਨਾਂ ਨੇ ਬੜਾ ਖੂਬਸੂਰਤ ਕਿਹਾ ਹੈ ਕਿ ਇੱਕ ਦਰਖਤ ਜਿਹੜਾ, ਇੱਕ ਪੌਦਾ ਜਿਹੜਾ ਹੈ, ਉਹ ਇੱਕ ਬੂਟਾ ਜਿਹੜਾ ਹੈ, ਉਹ ਪਰਮਾਤਮਾ ਨੇ ਸਾਨੂੰ ਇੱਕ ਬੁੱਕੇ ਦੇ ਨਿਆਂ ਹੀ ਦਿੱਤਾ। ਜਿਵੇਂ ਅਸੀਂ ਕੋਈ ਗੈਸਟ ਆਉਂਦਾ ਉਹਨੂੰ ਬੁੱਕੇ ਦਿੰਦੇ ਹਾਂ, ਜੀ ਆਇਆਂ ਕਹਿੰਦੇ ਹਾਂ, ਖੁਸ਼ਬੂਦਾਰ ਫੁੱਲਾਂ ਵਾਲਾ ਬੁੱਕੇ ਦਿੰਦੇ ਹਾਂ, ਅਤੇ ਮਹਾਰਾਜ ਜੀ ਨੇ, ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇੱਕ ਬੁੱਕੇ ਦਿੱਤਾ। ਔਰ ਉਹਦੇ ਵਿੱਚ ਤੁਸੀਂ ਦੇਖੋ, ਜੇ ਦਰਖਤ ਦੀਆਂ ਸਿਫਤਾਂ ਦੀ ਗੱਲ ਕਰਨ ਬੈਠ ਜਾਓ, ਕਈ ਕਿਤਾਬਾਂ ਦੀ ਸਿਰਜਣਾ ਹੋ ਜਾਂਦੀ ਹੈ। ਔਰ ਇੰਨੇ ਜਿਹੜੇ ਇਹਨਾਂ ਦੇ ਗੁਣ ਨੇ। ਔਰ ਆਪਾਂ ਪੜ੍ਹਦੇ ਹਾਂ ਕਲਾਸਾਂ ਦੇ ਵਿੱਚ ਵੀ ਕਿ ਵਾਤਾਵਰਣ ਵਿਚਲੀਆਂ ਗੈਸਾਂ ਦਾ ਸੰਤੁਲਨ ਬਣਾਉਣ ਦੇ ਵਿੱਚ ਇਹਨਾਂ ਦਾ ਜਿਹੜਾ ਹੈ ਉਹ ਰੋਲ ਹੁੰਦਾ। ਅਤੇ ਇੱਕ ਗੱਲ ਹੋਰ ਜਿਹੜੀ ਇਹਦੇ 'ਚ ਜਿਹੜਾ ਹੈ ਉਹ ਮੈਂ ਕਹਿੰਦਾ ਕਿ ਮਨੁੱਖ ਕਰ ਨਹੀਂ ਰਹੇ ਵੀ ਬਿਲਕੁਲ ਕੁਛ ਨਹੀਂ ਕਰ ਰਹੇ, ਇੱਦਾਂ ਦੀ ਗੱਲ ਨਹੀਂ ਹੈ। ਇਹਦੇ 'ਚ ਮੈਂ ਇੱਕ ਬੇਟੀ ਦੀ ਗੱਲ ਕਰਾਂਗਾ। ਅਖਬਾਰਾਂ ਦੇ ਵਿੱਚ ਆਪਾਂ ਪੜ੍ਹਿਆ, ਬਹੁਤ ਵੱਡੇ ਪੱਧਰ 'ਤੇ ਪੜ੍ਹਿਆ, ਗ੍ਰੇਟਾ ਥੁਨਬਰਗ ਦਾ। 16 ਸਾਲ ਦੀ ਬੇਟੀ ਹੈ ਉਹ। ਔਰ ਉਹਦੇ ਤੁਸੀਂ ਦੇਖੋ, ਉਹ ਇੰਗਲੈਂਡ ਤੋਂ ਲੈ ਕੇ ਨਿਊਯਾਰਕ ਤੱਕ ਸਮੁੰਦਰ ਦੇ ਉੱਤੇ ਸਫ਼ਰ ਤੈਅ ਕਰਦੀ ਹੈ 15 ਦਿਨ ਦੇ ਵਿੱਚ, ਜਿਹੜਾ 6 ਘੰਟੇ ਦੀ ਫਲਾਈਟ ਜਿਹੜੀ ਜਾ ਸਕਦੀ ਹੈ। ਅਤੇ ਉਹ ਇੱਕ ਯਾਟ ਦੇ ਵਿੱਚ ਜਾਂਦੀ ਹੈ, YACHT ਯਾਟ, ਇੱਕ ਸੇਲਿੰਗ ਬੋਟ ਹੈ ਜਿਹੜੀ, ਉਹ ਫਿਰ ਪੈਟਰੋਲ ਡੀਜ਼ਲ ਨਾਲ ਨਹੀਂ। ਤੁਸੀਂ ਦੇਖੋ ਕੀ ਸੁਨੇਹਾ ਦਿੰਦੀ ਹੈ ਉਹ ਦੁਨੀਆ ਨੂੰ, ਕਿ ਜਿਹੜੇ ਹਵਾਈ ਜਹਾਜ਼ ਟਣਾ ਮੋਹੀ ਗੈਸਾਂ ਛੱਡਦੇ ਨੇ ਔਰ ਜਿਹੜੇ ਕਿ ਵਾਤਾਵਰਣ ਨੂੰ ਪਲੀਤ ਕਰਨ 'ਚ ਵੱਡਾ ਰੋਲ ਪਲੇ ਕਰਦੇ ਨੇ, ਅਤੇ ਉਹ ਕਹਿੰਦੀ ਮੈਂ ਇਹਦੇ 'ਚ ਨਹੀਂ ਜਾਣਾ। ਅਤੇ ਉਹ ਯਾਟ ਦੇਖੋ ਕਿਹੜੇ ਨਾਲ, ਨਾ ਉਹ ਪੈਟਰੋਲ ਨਾਲ ਚੱਲਦਾ ਸੀ, ਨਾ ਡੀਜ਼ਲ ਨਾਲ, ਨਾ ਕਿਸੇ ਪ੍ਰਕਾਰ ਦੀ ਹੋਰ ਗੈਸ ਨਾਲ। ਉਹ 3 ਤਰ੍ਹਾਂ ਦੇ ਐਨਰਜੀ ਸਰੋਤਾਂ ਨਾਲ ਚੱਲਦਾ ਸੀ। ਇਹ ਜਿਹੜੇ ਸਕੂਲ ਦੇ ਵਿਦਿਆਰਥੀ ਇੱਥੇ ਬੈਠੇ ਉਹ ਵੀ ਸਮਝ ਸਕਦੇ ਆ, ਵਿੰਡ ਐਨਰਜੀ ਦੇ ਨਾਲ, ਵਾਟਰ ਕਰੰਟਸ ਦੇ ਨਾਲ, ਅਤੇ ਸੋਲਰ ਐਨਰਜੀ ਦੇ ਨਾਲ। ਅਤੇ 15 ਦਿਨ ਦੇ ਵਿੱਚ ਉਹ ਜਿਹੜੀ ਆ ਬੇਟੀ, ਜਿਹੜੀ ਗ੍ਰੇਟਾ ਥੁਨਬਰਗ ਹੈ, ਉਹ ਪਹੁੰਚਦੀ ਹੈ ਸ਼ਿਪ ਰਾਹੀਂ। ਕੀ ਸੁਨੇਹਾ ਦਿੰਦੀ ਹੈ ਉਹ? ਅਤੇ ਮੈਂ ਉਡੀਕਦਾ ਕਿ ਸਾਡੇ ਪੰਜਾਬ ਦੀ ਜਿਹੜੀ ਧੀ ਹੈ ਗ੍ਰੇਟਾ ਥੁਨਬਰਗ, ਉਹ ਕਦੋਂ ਉੱਠੇਗੀ ਅਤੇ ਕਦੋਂ ਜਿਹੜਾ ਸਾਨੂੰ ਜਗਾਏਗੀ ਕਿ ਸਾਡੀ ਜਿਹੜੀ ਨਾੜ ਨੂੰ ਅੱਗ ਲੱਗ ਰਹੀ ਹੈ, ਸਾਡੇ ਫੇਫੜਿਆਂ ਨੂੰ ਅੱਗ ਲੱਗ ਰਹੀ ਹੈ, ਸਾਡੇ ਸਰੀਰ ਨੂੰ ਜਿਉਂਦੇ ਜਲਣ ਵਾਲੀ ਸਿਚੁਏਸ਼ਨ ਪੈਦਾ ਹੋ ਗਈ ਹੈ। ਅਤੇ ਕਦੋਂ ਸਾਡੇ ਬੱਚੇ ਜਿਹੜੇ ਉੱਠਣਗੇ ਇਸ ਤਰ੍ਹਾਂ, ਔਰ ਸਾਨੂੰ ਹੀ ਹਲੂਣਾ ਦੇ ਦੇਣਗੇ, ਸਾਡੇ ਵਡੇਰਿਆਂ ਨੂੰ ਹਲੂਣਾ ਦੇ ਦੇਣਗੇ ਵੀ ਕੀ ਕਰੀ ਜਾਂਦੇ ਹੋ, ਕੀ ਕਰ ਚੁੱਕੇ ਹੋ। ਸਾਡੇ 500 ਸਾਲਾਂ ਮਨਾਇਆ, ਹੁਣ 550 ਸਾਲਾਂ ਵੀ ਮਨਾ ਰਹੇ ਹੋ, ਤੁਸੀਂ ਕੀ ਕੀਤਾ? ਸਾਡਾ ਲੇਖਾ ਜੋਖਾ ਕੀ ਹੈ ਪਿਛਲੇ 50 ਸਾਲਾਂ ਦਾ, ਅਸੀਂ ਕਿੱਦਾਂ ਦਾ ਵਿਕਾਸ ਕੀਤਾ? ਸੋ ਤੁਸੀਂ ਇਹ ਦੇਖੋ, ਇਹ ਤਾਂ ਅੱਗੇ ਇੱਕ ਤੁਸੀਂ ਸਲਾਈਡ 'ਚ ਦੇਖੋਗੇ, ਥਾਈਲੈਂਡ ਦੇ ਵਿੱਚ ਜਿਹੜਾ ਹੈ ਇੱਕ 12 ਸਾਲ ਦੀ ਬੱਚੀ, ਰੌਲਿਨ, ਇਹਦਾ ਨਾਂ RALYN, ਅਖਬਾਰਾਂ 'ਚ ਤੁਸੀਂ ਪੜ੍ਹਿਆ ਹੋਏਗਾ ਬਖੂਬੀ। ਇਹਨੂੰ ਜਿਹੜਾ ਪਲਾਸਟਿਕ ਦੇ ਅਗੇਂਸਟ, ਪਲਾਸਟਿਕ ਦੇ ਲਿਫਾਫਿਆਂ ਅਗੇਂਸਟ ਇਹਨੇ ਮੁਹਿੰਮ ਚਲਾਈ। ਕਿਸੇ ਨੇ ਨਹੀਂ ਸੁਣਿਆ ਇਹਨੂੰ, ਉੱਥੋਂ ਦੇ ਕੰਟਰੀ ਦੇ ਲੋਕਾਂ ਨੇ ਜਾਂ ਹੋਰ, ਆਪੇ ਹੀ ਚੱਲ ਪਈ। ਪਾਣੀ ਦੇ ਵਿੱਚੋਂ ਲਿਫਾਫੇ ਕੱਟਣੇ ਸ਼ੁਰੂ ਕਰਦੇ। ਲੋਕਾਂ ਨੇ ਦੇਖਿਆ ਵੀ ਕੀ ਕਰੀ ਜਾਂਦੀ ਹੈ ਇਹ ਛੋਟੀ ਜਿਹੀ ਬੱਚੀ, ਇਹਦੇ ਮਗਰ ਇੱਕ ਕਾਫਲਾ ਤੁਰ ਪਿਆ। ਸੋ ਇਹਦਾ ਮਤਲਬ ਕਿ ਇਹ ਜਿਹੜੇ ਬੱਚੇ ਜਾਗੇ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ, ਇੱਕ ਵੈਸਟ ਦੇ ਵਿੱਚ, ਇੱਕ ਈਸਟ ਦੇ ਵਿੱਚ, ਸਾਨੂੰ ਕੀ ਸੁਨੇਹਾ ਦੇ ਰਹੇ ਨੇ? ਅਤੇ ਮੈਂ ਤਾਂ ਕਹਿੰਦਾ ਵੀ ਇਹ 550 ਸਾਲਾਂ ਜ਼ਿਆਦਾ ਬਿਹਤਰ ਮਨਾ ਰਹੇ ਨੇ। ਔਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ ਕਿ ਸਭ ਕੁਛ ਇੱਦਾਂ ਨਹੀਂ ਹੈ ਕਿ ਕੁਛ ਵੀ ਨਹੀਂ ਹੋਇਆ, ਸਾਡੇ ਵੀ ਵਡੇਰਿਆਂ ਨੇ ਕੀਤਾ, ਪਰ ਅਸੀਂ ਵੱਡੇ ਕਾਫਲੇ ਬਣਾਉਣ 'ਚ ਥੋੜ੍ਹਾ ਜਿਹਾ ਉੱਕ ਗਏ ਹਾਂ, ਉਕਾਈ ਹੋ ਗਈ ਹੈ। ਲੇਕਿਨ ਹੋ ਸਕਦਾ ਇਹਨਾਂ ਮੌਕਿਆਂ ਨੂੰ ਅਸੀਂ ਮੁੱਖ ਰੱਖ ਕੇ ਇਸ ਉਕਾਈ ਨੂੰ ਦੂਰ ਕਰ ਸਕਦੇ ਹਾਂ। ਮੈਂ ਗੱਲ ਕਰਾਂਗਾ ਭਗਤ ਪੂਰਨ ਸਿੰਘ ਜੀ ਦੀ, ਜਿਨ੍ਹਾਂ ਨੂੰ ਅਸੀਂ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਯਾਦ ਕਰਦੇ ਹਾਂ। ਔਰ ਉਹ ਕਾਰਜ ਉਹਨਾਂ ਨੇ ਕੀਤਾ 1947 ਵੇਲੇ, ਜਦੋਂ ਅਸੀਂ ਸਾਰੇ ਆਪਣੀ ਆਪਣੀ ਜਾਨ ਬਚਾਉਣ ਲਈ ਭੱਜੇ ਹੋਏ ਸੀਗੇ। ਪਾਕਿਸਤਾਨ ਤੋਂ ਉਜੜ ਕੇ ਸਿੱਖ ਅਤੇ ਹਿੰਦੂ ਭਰਾ ਆ ਰਹੇ ਸੀ। ਔਰ ਤੁਸੀਂ ਦੇਖੋ, ਜਿਹੜੀਆਂ ਮਾਵਾਂ, ਆਪਾਂ ਕਹਿੰਦੇ ਨਾ ਮਾਂ ਦੀ ਮਮਤਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਮਾਂ ਦੀ ਮਮਤਾ ਤਾਂ ਗੁਆਂਢੀ ਦੇ ਬੱਚੇ ਵਾਸਤੇ ਮੁੱਕ ਜਾਂਦੀ ਹੈ, ਸਿਰਫ ਆਪਣੇ ਬੱਚੇ ਵਾਸਤੇ ਜ਼ਿਆਦਾ ਜਾਗਦੀ ਹੈ। ਅਤੇ ਭਗਤ ਪੂਰਨ ਸਿੰਘ ਜੀ ਨੇ ਉਹਨਾਂ ਬੱਚਿਆਂ ਨੂੰ ਗੱਲ ਨਾਲ ਲਾਇਆ ਜਿਨ੍ਹਾਂ ਨੂੰ ਖੁਦ ਦੀਆਂ ਮਾਵਾਂ ਉਹਨਾਂ ਦੀਆਂ ਛੱਡ ਗਈਆਂ ਸੀ ਸੜਕਾਂ 'ਤੇ, ਰੇਲਵੇ ਸਟੇਸ਼ਨਾਂ 'ਤੇ। ਅਤੇ ਉਹਨਾਂ ਨੂੰ ਗੱਲ ਨਾਲ ਲਾ ਕੇ ਉਹਨਾਂ ਨੇ ਇਕੱਲਾ ਉਹਨਾਂ ਨੂੰ ਸੰਭਾਲਣ ਦਾ ਕਾਰਜ ਨਹੀਂ ਕੀਤਾ ਉਸ ਵੇਲੇ, ਜਿਸ ਵੇਲੇ ਲੋੜ ਸੀ ਉਸ ਚੀਜ਼ ਦੀ। ਨਾਲ ਉਹਨਾਂ ਨੇ ਕਿਤਾਬਾਂ ਪੜ੍ਹੀਆਂ, ਲਿਟਰੇਚਰ ਰਚਿਆ, ਔਰ 30-40 ਸਾਲ ਪਹਿਲਾਂ ਹੁੱਕਾ ਦੇਣ ਦਿੱਤਾ ਵੀ ਭਰਾਵੋ ਲੋਕੋ, ਨਾ ਡੀਜ਼ਲ ਪੈਟਰੋਲ ਫੂਕੋ, ਗੱਡੀਆਂ 'ਤੇ ਨਾ ਚਲੋ, ਬੱਸਾਂ ਨੂੰ ਵਰਤੋ। ਆਪ ਰੇਹੜੀ ਚਲਾਉਂਦੇ ਰਹੇ, ਕਰੋੜਾਂ ਰੁਪਏ ਦਾ ਬਜਟ, ਔਰ ਇੱਕ ਆਪਣੇ ਲਈ ਅਲਮਾਰੀ, ਕੀ ਇੱਕ ਟੁੱਟਿਆ ਜਿਹਾ ਬਕਸਾ ਮੈਂ ਸੁਣਦਾ ਹੁੰਦਾ ਸੀ ਕਿ ਰੱਖਿਆ ਸੀ, 2 ਜੋੜੀ ਉਹਨਾਂ ਦੇ ਕਛਹਿਰੇ, 2 ਜੋੜੀ ਜਿਹੜਾ ਕੁੜਤਾ ਅਤੇ ਦਸਤਾਰ। ਅਤੇ ਇੰਨੇ ਸਾਦੇ ਜੀਵਨ ਦੇ ਵਿੱਚ ਰਹਿ ਕੇ ਇਹਨਾਂ ਵੱਡੇ ਵੱਡੇ ਸੁਨੇਹੇ ਦਿੱਤੇ। ਮੈਂ ਸੋਚਿਆ ਕਿ ਉਹਨਾਂ ਦਾ ਕੋਈ ਅਸਰ ਨਹੀਂ ਹੋਇਆ, ਕਿ ਇੰਨਾ ਉਹਨਾਂ ਨੇ ਲਿਟਰੇਚਰ ਗੁਰਦੁਆਰਿਆਂ ਦੇ ਬਾਹਰ ਰੱਖਿਆ ਹੋਇਆ ਕਿ ਸਾਡੇ 'ਤੇ ਕੋਈ ਅਸਰ ਨਹੀਂ ਹੋਇਆ। ਜਦੋਂ ਮੈਂ ਦੇਖਿਆ, ਅੱਗੇ ਤੁਸੀਂ ਦੇਖੋਗੇ, ਦਰਸ਼ਨ ਕਰੋਗੇ, ਜਦੋਂ ਉਹਨਾਂ ਸ਼ਖਸੀਅਤਾਂ ਦੇ ਜਿਨ੍ਹਾਂ ਨੇ ਇਹਨਾਂ ਲਿਖਤਾਂ ਨੂੰ, ਜਾਂ ਉਹਨਾਂ ਦੇ ਪਿੱਛੇ ਜੋ ਗੁਰਸਿੱਖ ਕਾਫਲਾ ਬਣਾ ਕੇ ਚੱਲੇ, ਉਹਨਾਂ ਨੇ ਇਹਨਾਂ ਲਿਖਤਾਂ ਨੂੰ ਪੜ੍ਹਿਆ ਔਰ ਕਮਾਇਆ ਵੀ। ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਮੈਂ ਗੱਲ ਕਰਾਂ ਕਿ 70 ਕਿਲੋਮੀਟਰ ਦੀ ਜਿਹੜੀ ਵੇਈ ਨਦੀ ਹੈ,
ਜਿੱਥੇ ਸਾਡੇ ਜਿਹੜਾ ਧਰਮ ਦਾ ਜਿਹਨੂੰ ਕਹਿੰਦੇ ਆ ਆਗਾਜ਼ ਹੁੰਦਾ, ਉੱਠਦਾ ਸੁਨੇਹਾ ਇੱਕ ਬਹੁਤ ਵੱਡਾ ਵੇਈ ਨਦੀ ਚੋਂ, ਆਪਾਂ ਸਾਰਿਆਂ ਨੂੰ ਪਤਾ ਉਹਦੇ ਬਾਰੇ। ਔਰ ਉਹ ਧਰਤੀ ਦਾ ਜਿਹੜਾ ਉਹ ਖਿੱਤਾ ਹੈ, ਉਹਦੀ ਜਿਹੜੀ ਨਦੀ ਹੈ, ਅਸੀਂ ਪਲੀਤ ਕਰ ਦਿੱਤੀ ਬੁਰੀ ਤਰ੍ਹਾਂ। ਔਰ ਤੁਸੀਂ ਦੇਖੋ ਗੁਰਸਿੱਖਾਂ ਦਾ ਕਾਫਲਾ ਜਿਹੜਾ ਉੱਠਿਆ ਉਹਨਾਂ ਦੇ ਮਗਰ, ਜਿਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਦੀ ਲਿਖਤਾਂ ਨੂੰ ਪੜ੍ਹਿਆ, ਜਾਣਿਆ, ਸਮਝਿਆ ਔਰ ਉਤਰ ਪਏ ਗੰਦੇ ਪਾਣੀਆਂ ਦੇ ਵਿੱਚ। ਇਹ ਵੀ ਨਹੀਂ ਪਰਵਾਹ ਕੀਤੀ ਸਾਨੂੰ ਬਿਮਾਰੀਆਂ ਹੋ ਜਾਣਗੀਆਂ, ਕਿਹੜੇ ਸੇਫਟੀ ਮੈਜ਼ਰ, ਕਿਹੜੇ ਸੇਫਟੀ ਗਾਰਡਸ, ਇੱਦਾਂ ਹੀ ਗੰਦੇ ਪਾਣੀਆਂ 'ਚ ਉਤਰ ਗਏ ਤੁਸੀਂ, ਕਾਲੇ ਪਾਣੀਆਂ ਦੇ ਵਿੱਚ, ਔਰ ਉਹਨਾਂ ਨੂੰ ਸਫਾਈ ਦਿੱਤੀ। ਔਰ ਅੱਗੇ ਤੁਸੀਂ ਸਲਾਈਡ 'ਚ ਦੇਖੋਗੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਅਗਲੀ ਸਲਾਈਡਸ ਦੇ ਵਿੱਚ, ਅਤੇ ਤੁਸੀਂ ਦੇਖੋ ਵੀ ਜਿਹੜੀ ਇਹਨਾਂ ਦੀ ਅਗਵਾਈ ਹੇਠ ਜਿਹੜੇ ਗੁਰਸਿੱਖ ਵੀਰ ਨੇ, ਉਹਨਾਂ ਨੇ, ਮੈਂ ਇੱਥੇ ਨੋਟ ਕਰਕੇ ਲਿਆਇਆ ਸੀਗਾ ਕਿ ਜਿਹੜਾ ਹੈ ਉਹ ਵਾਤਾਵਰਣ ਦੀ ਜਿਹੜੀ ਪੁਨਰ ਸੁਜੀਤੀ ਲਈ ਜਿਹੜੇ ਇਹਨਾਂ ਨੇ ਹਮਲੇ ਮਾਰੇ ਪਾਣੀ ਅਤੇ ਹਵਾ ਦੇ ਲਈ। ਤੁਸੀਂ ਦੇਖੋ ਪੰਜਾਬ ਦੀ ਭੋਏ ਅਨੁਸਾਰੀ, ਭੋਏ ਮਤਲਬ ਮਿੱਟੀ ਅਨੁਸਾਰੀ ਜਿਹੜੇ ਦਰਖਤ ਲਗਾਏ, ਨਿੰਮਾਂ, ਬੋਹੜਾਂ, ਟਾਹਲੀਆਂ, ਪਿੱਪਲਾਂ, ਕਿਉਂਕਿ ਇਹ ਦਰਖਤ ਸਹਿਜੀ ਹੀ ਹੋ ਜਾਂਦੇ, ਇਹਨਾਂ ਨੂੰ ਬਹੁਤੀ ਜਿਹੜੀ ਪ੍ਰਤਪਾਲਣਾ ਦੀ ਲੋੜ ਨਹੀਂ ਪੈਂਦੀ। ਔਰ ਤੁਸੀਂ ਦੇਖੋ ਵੀ ਛੇਬਰ ਲਗਾਤੀ ਖਡੂਰ ਸਾਹਿਬ ਦੀ ਜਿਹੜੀ ਅਪਰੋਚਿੰਗ ਰੋਡਸ ਦੇ ਉੱਤੇ ਇਹਨਾਂ ਨੇ। ਸੋ ਇਹਦਾ ਮਤਲਬ ਜਿਹੜਾ ਹੈ ਉਹ ਸਭ ਕੁਝ ਜਿਹੜਾ ਹੈ ਉਹ ਨਹੀਂ, ਜਿਹਨੂੰ ਕਹਿ ਸਕਦੇ ਹਾਂ, ਪਹਿਲਾਂ ਜਿਹੜੀ ਮੈਂ ਦ੍ਰਿਸ਼ ਪੇਸ਼ ਕੀਤਾ ਕਿ ਬਹੁਤ ਮਾੜਾ, ਐਸਾ ਕੁਝ ਨਹੀਂ ਹੈ, ਲੇਕਿਨ ਇਹਨਾਂ ਨਾਲ ਵੱਡੇ ਕਾਫਲੇ ਬਣਾਉਣ ਦੀ ਲੋੜ ਹੈ, ਇਹਨਾਂ ਨਾਲ ਹੋਰ ਹਮਲਾ ਮਾਰਨ ਦੀ ਲੋੜ ਹੈ। ਪਰ ਅਸੀਂ ਦੇਖਿਆ ਦੀਵਾਲੀ ਤੋਂ ਬਾਅਦ ਹੁਣ ਸਾਡਾ ਕੀ, ਔਰ ਦਿੱਲੀ ਤਾਂ ਹੁਣ ਜਿਹੜੀ ਹੈ ਗੈਸ ਚੈਂਬਰ ਬਣੀ ਹੋਈ ਹੈ ਇਸ ਟਾਈਮ, ਔਰ ਉਹਦੇ 'ਚ ਸਾਡਾ ਸਾਰਿਆਂ ਦਾ ਕਸੂਰ ਹੈ। ਇਹ ਨਹੀਂ ਕਹਿ ਸਕਦੇ ਇਕੱਲੇ ਇੱਕ ਬੰਦੇ ਦਾ ਕਸੂਰ ਹੈ, ਜਾਂ ਅਸੀਂ ਸਾਰੇ ਦੇ ਲਈ ਜ਼ਿੰਮੇਵਾਰ ਹਾਂ। ਔਰ ਪੂਰੀ ਮਨੁੱਖਤਾ ਜਿਹੜੀ ਹੈ ਉਹਨੂੰ ਸੋਚਣਾ ਪਏਗਾ ਕਿ ਅਸੀਂ ਆਪਣੇ ਕਾਰਜਾਂ ਨੂੰ ਕਿੱਦਾਂ ਜਿਹੜਾ ਹੈ ਉਹ ਜਿਹੜਾ ਠੀਕ ਤਰੀਕੇ ਨਾਲ ਚਲਾ ਸਕੀਏ। ਜੇ ਮੈਂ ਗੱਲ ਕਰਾਂ ਗੁਰੂ ਸਾਹਿਬ ਦੇ ਜਿਹੜੇ ਅਸਥਾਨ ਨੇ, ਜਿਵੇਂ ਸੁਲਤਾਨਪੁਰ ਲੋਧੀ ਐਡਾ ਵੱਡਾ ਇਕੱਠ ਹੋ ਰਿਹਾ, ਉਸ ਅਸਥਾਨ ਦਾ ਨਾਮ ਵੀ ਬੇਰ ਸਾਹਿਬ ਹੈ। ਔਰ ਗੁਰੂ ਸਾਹਿਬ ਦੇ ਜਿਹੜੇ ਅਸਥਾਨ ਨੇ ਜਿਹੜੇ ਕਿ ਦਰਖਤਾਂ ਦੇ ਨਾਂ ਦੇ ਉੱਤੇ ਹੀ ਨੇ, ਉਹਨਾਂ ਦੀ ਮੈਂ ਲਿਸਟ ਬਣਾਈ ਇੱਕ ਨਾਲ, ਥੋੜ੍ਹਾ ਪੜ੍ਹ ਕੇ ਲਿਟਰੇਚਰ। ਗੁਰਦੁਆਰਾ ਬੇਰੀ ਸਾਹਿਬ ਸਿਆਲਕੋਟ ਪਾਕਿਸਤਾਨ, ਗੁਰਦੁਆਰਾ ਪੀਪਲ ਸਾਹਿਬ ਨੈਨੀਤਾਲ, ਗੁਰਦੁਆਰਾ ਰੀਠਾ ਸਾਹਿਬ ਉੱਤਰਾਖੰਡ, ਜਾਂ ਹੋਰ ਵੀ ਕਈ। ਅਤੇ ਇਹਦੇ ਨਾਲ ਮੈਂ ਇੱਕ ਗੱਲ ਆਪ ਜੀ ਦੇ ਧਿਆਨ 'ਚ ਲਿਆਵਾਂ ਕਿ ਹਰਿਮੰਦਰ ਸਾਹਿਬ ਦੀ ਜਿਹੜੀ ਪਰਿਕਰਮਾ, ਉਹਦੀ ਕਲਪਨਾ ਵੀ ਕਰਨੀ ਮੁਸ਼ਕਿਲ ਹੋ ਜਾਏਗੀ ਤਿੰਨ ਜਿਹੜੇ ਬੂਟਿਆਂ ਬਿਨਾਂ। ਦੁਖਭੰਜਨੀ ਬੇਰੀ ਜਿਹੜਾ ਕਿ ਜਿੱਥੋਂ ਸਟਾਰਟ ਹੁੰਦੀ ਹੈ ਇਸ ਵੱਡੇ ਅਸਥਾਨ ਦੀ, ਦੁਖਭੰਜਨੀ ਬੇਰੀ, ਅਤੇ ਫਿਰ ਜਿਹੜਾ ਹੈ ਉਹ ਲਾਚੀ ਬੇਰੀ ਅਤੇ ਬੇਰ ਬਾਬਾ ਬੁੱਢਾ ਜੀ। ਅਤੇ ਇਹ ਤਿੰਨ ਬੇਰੀਆਂ ਸਾਨੂੰ ਕੀ ਸੁਨੇਹਾ ਦੇ ਰਹੀਆਂ ਨੇ। ਇੱਥੇ ਮੈਂ ਇੱਕ ਗੱਲ ਜਿਹੜੀ ਹੈ ਉਹ ਆਪ ਜੀ ਦੇ ਧਿਆਨ ਬਾਬਤ ਲਿਆ ਦੇਵਾਂ ਕਿ ਇਹ ਜਿਹੜੇ ਅਸਥਾਨ ਪੂਜਨੀਕ ਤਾਂ ਹੈਗੇ ਹੀ ਹੈ, ਪਰ ਸਾਨੂੰ ਕੁਦਰਤੀ ਜੀਵਨ ਜਾਂਚ ਅਪਣਾਉਣ ਅਤੇ ਚੌਗਿਰਦੇ ਦੀ ਸਾਂਭ ਸੰਭਾਲ ਲਈ ਪ੍ਰੇਰਦੇ ਹਨ। ਪਰਮਾਤਮਾ ਦੀ ਸਿਰਜਣਾ ਦਾ ਵੇਗ, ਦੈਵੀ ਵੇਗ ਹਰ ਜ਼ਰਰੇ ਜ਼ਰਰੇ ਅਤੇ ਸਥਾਨ ਉੱਤੇ ਆਪਣਾ ਸਹਿਜ ਰੂਪ ਵਿੱਚ ਪ੍ਰਭਾਵਿਤ ਹੋ ਰਿਹਾ। ਇੱਥੇ ਵੀ ਪਰਮਾਤਮਾ ਵਿਦਮਾਨ ਹੈ, ਇਹ ਨਹੀਂ ਕਿ ਉਹਨਾਂ ਸਥਾਨਾਂ 'ਤੇ ਹੀ ਹੈ, ਲੇਕਿਨ ਫਰਕ ਹੈ ਕੁਛ, ਉਹ ਮੈਂ ਨੋਟ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਇਹਨਾਂ ਸਥਾਨਾਂ 'ਤੇ ਆਪਣਾ ਤੀਖਣ ਰੂਪ ਧਾਰਦਾ ਹੋਇਆ ਇਹ ਵੇਗ ਜਿੱਥੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦਾ ਹੈ, ਉੱਥੇ ਆਪਣੇ ਸਿਰਜਣਹਾਰੇ ਗੁਰੂ ਪਰਮੇਸ਼ਰ ਦੀ ਚਰਨ ਛੋਹ ਅਤੇ ਸੰਗਤ ਦਾ ਵਿਸਮਾਦੀ ਹੁਲਾਰਾ ਮਾਣ ਰਿਹਾ ਹੁੰਦਾ ਹੈ। ਸੋ ਇਹ ਮੈਨੂੰ ਥੋੜ੍ਹਾ ਫਰਕ ਲੱਗਿਆ ਕਿ ਇਹਨਾਂ ਸਥਾਨਾਂ 'ਤੇ ਕਿਉਂ ਜਾ ਕੇ ਸਾਨੂੰ ਇੱਕ ਅਜੀਬ ਕਿਸਮ ਦਾ ਸਕੂਨ ਅਤੇ ਸ਼ਾਂਤੀ ਮਹਿਸੂਸ ਹੁੰਦੀ ਹੈ, ਕਿਉਂਕਿ ਇੱਥੇ ਜਿਹੜਾ ਉਹ ਵੇਗ ਜਿਹੜਾ ਸਹਿਜ ਰੂਪ 'ਚ ਇੱਥੇ ਵੀ ਵਗ ਰਿਹਾ ਹੈ, ਲੇਕਿਨ ਉੱਥੇ ਇੱਕ ਤਿੱਖਣ ਰੂਪ ਧਾਰਨ ਕਰਦਾ ਹੈ। ਔਰ ਬਿਲਕੁਲ ਉਸ ਤਰ੍ਹਾਂ ਹੀ ਜਿਵੇਂ ਕੋਈ ਮਨੁੱਖ ਜਿਹੜਾ ਹੈ ਜਦੋਂ ਸਿਮਰਨ ਕਰਦਾ ਹੋਇਆ, ਬੰਦਗੀ ਕਰਦਾ ਹੋਇਆ ਸਹਿਜੀ ਮੂੰਹ 'ਚੋਂ ਉਚਾਰਦਾ ਹੈ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਅਤੇ ਕੁਦਰਤ ਦੇ ਜੀ ਜੰਤ ਬਨਸਪਤੀ ਵੀ ਇਸ ਤਰ੍ਹਾਂ ਹੀ ਮੌਲਦੇ ਨੇ ਜਦੋਂ ਗੁਰੂ ਪਰਮੇਸ਼ਰ ਦੀ ਛੋਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸੋ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਮੈਂ ਵਾਪਸ ਇਸ ਗੱਲ 'ਤੇ ਆਵਾਂ ਕਿ ਇਹ ਸਾਰੀਆਂ ਗੱਲਾਂ ਤੋਂ ਦੂਰ, ਇਹ ਸਾਰੇ ਹੰਬਲਿਆਂ ਤੋਂ ਦੂਰ ਜਿਹੜਾ ਹੈ ਉਹ ਗੁਰੂ ਸਾਹਿਬ ਦੀ ਦਰਸਾਈ ਬਾਣੀ ਤੋਂ, ਰਸਤੇ ਤੋਂ ਜਿਹੜਾ ਹੈ ਹੋਣਾ ਚਰਿੱਤਰਹੀਣ ਹੋ ਕੇ, ਮੈਂ ਚਰਿੱਤਰਹੀਣ ਵਰਡ ਯੂਜ਼ ਕਰਾਂਗਾ। ਚਰਿੱਤਰ ਜਿਹੜਾ ਵਰਡ ਹੈ ਅਸੀਂ ਬਹੁਤ ਸ਼ਾਰਟ ਮੀਨਿੰਗ ਦਿੰਦੇ ਹਾਂ ਇਹਨੂੰ, ਅਤੇ ਆਪਣੀ ਸਿਹਤ ਨਾਲ ਵੀ ਖਿਲਵਾੜ ਕਰ ਰਿਹਾ। ਮੇਰੇ ਖਿਆਲ 30-40 ਸਾਲ ਤੱਕ ਬੰਦਾ ਜਾ ਕੇ, ਜਿਵੇਂ ਹੁਣੇ ਡਾਕਟਰ ਸਾਹਿਬ ਕਹਿ ਕੇ ਗਏ ਸੀਗੇ ਕਿ 50 ਸਾਲ ਤੋਂ ਬਾਅਦ ਤਾਂ ਕੋਈ ਫਿਜ਼ੀਕਲ ਵਰਕ ਵੀ ਨਹੀਂ ਕਰਨ ਜੋਗਾ ਰਹਿ ਜਾਂਦਾ। ਅਤੇ ਅਸੀਂ ਇਸੀ ਨਿਗਰੀ ਹੋਈ ਮਾਨਸਿਕ ਆਪਣੀ ਆਤਮਿਕ ਸਥਿਤੀ ਦਾ ਸ਼ਿਕਾਰ ਚੌਗਿਰਦੇ ਨੂੰ ਬਣਾਉਣ ਲੱਗੇ ਹੋਏ ਹਾਂ। ਉਹ ਸਮਾਂ ਦੂਰ ਨਹੀਂ ਜਾਪ ਰਿਹਾ ਜਦੋਂ ਅੱਕੀ ਅਤੇ ਥੱਕੀ ਕੁਦਰਤ ਮਨੁੱਖ ਜਾਤੀ ਦਾ ਵਿਨਾਸ਼ ਕਰਕੇ ਆਪਣੇ ਦੂਜੇ ਬੱਚਿਆਂ ਭਾਵ ਹੋਰ ਜੀਅ ਜੰਤੇ ਬਨਸਪਤੀ ਨੂੰ ਮਨੁੱਖ ਦੇ ਕੋਝੇ ਵਰਤਾਰਿਆਂ ਤੋਂ ਬਚਾਉਣ ਦੇ ਰਾਹ ਤੁਰ ਪਵੇਗੀ। ਅਸੀਂ ਇੰਨਾ ਦੁਖੀ ਕੀਤਾ ਬਾਕੀ ਦੇ ਜੀਅ ਜੰਤੇ ਬਨਸਪਤੀ ਨੂੰ, ਉਹਨਾਂ ਦੀ ਸਹਿ ਹੋਂਦ ਨੂੰ ਕਬੂਲ ਨਹੀਂ ਕੀਤਾ, ਔਰ ਅਸੀਂ ਜਿਹੜਾ ਹੈ ਤਿਆਰ ਰਹੀਏ ਹੁਣ, ਜਿਵੇਂ ਕਹਿੰਦੇ ਆਪਣੀ ਬਾਹਾਂ ਆਪਣੇ ਗਲ ਨੂੰ ਆਉਂਦੀਆਂ ਨੇ, ਇਹ ਸਾਡੇ ਆਪਣੇ ਸੀ, ਸਾਡੇ ਸਹਿਭਾਗੀ ਸੀ, ਅਸੀਂ ਇਹਨਾਂ ਨੂੰ ਜਾਣਿਆ। ਮੈਂ ਇੱਕ ਤਸਵੀਰ ਮੈਂ ਗੱਲ ਕਰਨੀ ਭੁੱਲ ਗਿਆ ਪਿੱਛੇ, ਸ਼ਾਇਦ ਆਪ ਜੀ ਨੇ ਦੇਖ ਲਈ ਹੋਏਗੀ ਕਿ ਉਹਦੇ 'ਚ ਮਨੁੱਖ ਜਿਹੜਾ ਹੈ ਬਾਕੀ ਜਿਹੜੇ ਜੀਅ ਜੰਤਾਂ ਤੋਂ ਉੱਪਰ ਮੰਨ ਰਿਹਾ, ਲੇਕਿਨ ਹੈ ਉਹਨਾਂ ਦਾ ਸਹਿਭਾਗੀ। ਇਹ ਜਿਹੜੀ ਕੋਝੀ ਸਮਝ ਹੈ, ਇਹ ਸਾਡੇ ਜਿਹੜੇ ਮੈਨੂੰ ਲੱਗਦਾ ਕਿ ਸਾਡੀ ਸਮੱਸਿਆਵਾਂ ਦਾ ਮੂਲ ਹੈ। ਔਰ ਜੇ ਤੁਸੀਂ ਆਪਾਂ ਗੱਲ ਕਰੀਏ, ਇੰਡੋਨੇਸ਼ੀਆ ਦਾ ਇੱਕ ਸ਼ਹਿਰ ਹੈ ਜਕਾਰਤਾ, ਉਹ ਹਰ ਸਾਲ 25 ਸੈਂਟੀਮੀਟਰ ਜ਼ਮੀਨ 'ਚ ਧੱਸ ਰਿਹਾ ਹੈ।
ਉਹ ਮਨੁੱਖ ਦੀਆਂ ਕਰਤੂਤਾਂ ਕਰਕੇ ਧੱਸ ਰਿਹਾ ਹੈ। ਲਗਾਤਾਰ ਪਾਣੀ ਦੀ ਅੰਨੀ ਵਰਤੋਂ ਜ਼ਮੀਨ ਦੇ ਵਿੱਚੋਂ ਖਿੱਚ ਰਹੇ ਨੇ ਔਰ ਮਤਲਬ ਆਬਾਦੀ ਵੱਧ ਰਹੀ ਹੈ ਔਰ ਟ੍ਰੈਫਿਕ ਵੱਧ ਰਿਹਾ ਹੈ। ਅਤੇ ਤੁਸੀਂ ਦੇਖੋ ਕਿ ਸਰਕਾਰ ਨੇ ਪਿੱਛੇ ਡਿਸੀਜ਼ਨ ਲਿਆ ਕਿ ਇਹ ਸ਼ਹਿਰ ਨੂੰ ਜਿਹੜਾ ਹੈ ਥੋੜ੍ਹਾ ਹੋਰ ਲਾਂਭੇ ਵਸਾਇਆ ਜਾਵੇ ਔਰ ਇਹ ਤਾਂ ਸਾਡੇ ਸਾਹਮਣੇ ਹੈ। ਹੁਣ ਇਸ ਟਾਈਮ 25 ਸੈਂਟੀਮੀਟਰ, ਇੱਕ 15 ਸੈਂਟੀਮੀਟਰ ਦਾ ਫੁੱਟਾ ਹੁੰਦਾ ਅਤੇ ਹਰ ਸਾਲ ਜਿਹੜਾ ਉਹਦੇ 10 ਸੈਂਟੀਮੀਟਰ ਹੋਰ ਜੋੜ ਲਓ, ਧਰਤੀ ਜ਼ਮੀਨ ਦੇ ਅੰਦਰ ਧੱਸ ਰਹੀ ਹੈ ਔਰ ਗਰਕ ਹੋ ਜਾਏਗਾ ਸ਼ਹਿਰ ਉਹ ਅਗਲੇ 10-20 ਸਾਲਾਂ ਦੇ ਵਿੱਚ। ਅਤੇ ਇੱਕ ਹੋਰ ਜਿਹੜੀ ਵਿਸ਼ੇਸ਼ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨੀ ਸੀ ਕਿ ਆਪਾਂ ਗੱਲ ਕਰਦੇ ਹਾਂ ਵਾਟਰ ਰੀਚਾਰਜਿੰਗ ਪੂਰੇ ਧਰਤੀ 'ਚ ਜਿਹੜੀ ਪਰਮਾਤਮਾ ਸਾਨੂੰ ਪਾਣੀ ਭੇਜਦਾ ਬੱਦਲਾਂ ਦੇ ਰਾਹੀਂ 1200 mm ਜਿਹੜੀ ਪਾਣੀ ਦੀ ਜਿਹੜੀ ਹੈ ਇੱਥੇ ਭਾਰਤ ਦੇ ਵਿੱਚ ਵਰਖਾ ਹੁੰਦੀ ਹੈ ਔਰ ਉਸ ਤੋਂ 12 ਗੁਣਾ ਘੱਟ ਇਜ਼ਰਾਈਲ ਦੇ ਵਿੱਚ ਹੁੰਦੀ ਹੈ 100 mm, ਜਿਹੜੇ ਜਦੋਂ ਕਿ ਵਰਲਡ ਦੀ ਜਿਹੜੀ ਔਸਤ ਜਿਹੜੀ ਹੈ ਪਾਣੀ ਦੀ ਵਰਖਾ ਦੀ ਉਹ 800 mm ਹੈ। ਲੇਕਿਨ ਇਜ਼ਰਾਈਲ ਜਿਹੜਾ 100 mm ਨੂੰ ਬੜਾ ਐਫੀਸ਼ੀਐਂਟਲੀ ਵਰਤ ਪਾ ਰਿਹਾ ਹੈ ਔਰ ਭਾਰਤ ਜਿਹੜਾ ਕਿ ਕਈ ਜਿਹੜੀਆਂ ਤਰ੍ਹਾਂ ਦੀਆਂ ਸਮੱਸਿਆਵਾਂ ਪਾਣੀ ਨਾਲ ਜੁੜੀਆਂ ਦੇ ਨਾਲ ਜੂਝ ਰਿਹਾ ਹੈ, ਪਾਣੀ ਦੀ ਵਰਤੋਂ ਨਹੀਂ ਕਰ ਪਾ ਰਿਹਾ। ਸੋ ਸਾਡੇ ਜਿਹੜੇ ਰੂਲਰਸ ਨੇ, ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਦੇ ਮੈਨੀਫੈਸਟੋ 'ਚ ਇਹ ਚੀਜ਼ਾਂ ਆਉਂਦੀਆਂ ਹੀ ਨਹੀਂ। ਮੈਨੂੰ ਨਹੀਂ ਪਤਾ ਕਿ ਅਸੀਂ ਲੋਕ ਡਿਮਾਂਡ ਹੀ ਨਹੀਂ ਕਰਦੇ। ਔਰ ਜਦੋਂ ਅਸੀਂ ਦਰਖਤਾਂ ਦੇ ਲਗਾਉਣ ਦੀ ਗੱਲ ਕਰਦੇ ਹਾਂ, ਭਾਈ ਗੁਰਦਾਸ ਜੀ ਦੇ ਇਹ ਜਿਹੜੇ ਵਾਕ ਨੇ, ਅਗਲੀ ਸਲਾਈਡਸ ਕਰੋਗੇ ਜਰਾ, ਤਾਂ ਉਹਦੇ 'ਚ ਬੜਾ ਖੂਬਸੂਰਤ ਲਿਖਦੇ ਆ। ਦੇਖੋ ਸਾਡੇ ਬਜ਼ੁਰਗਾਂ ਨੇ ਕਿੰਨਾ ਬਾਕਮਾਲ ਸਾਨੂੰ ਜਿਹੜਾ ਹੈ ਦੱਸਿਆ ਕਿ ਜਿਹੜਾ ਦਰਖਤ ਜਿਹੜੇ ਪਰਮਾਤਮਾ ਨੇ ਸਾਨੂੰ ਬਖਸ਼ੇ, ਬੂਟੇ ਸਾਨੂੰ ਬਖਸ਼ੇ, ਬਿਰਖ ਹੋਵੇ ਜਿਉ ਬੀਜੀਐ ਕਰਦਾ ਪਾਸਾਰਾ, ਜੜ ਅੰਦਰ ਪੇੜ ਬਾਹਰ ਬਹੁਤਾਲ ਵਿਸਥਾਰਾ, ਪੱਤ ਫੁੱਲ ਫਲ ਫਲੀਦਾ ਰਸ ਰੰਗ ਸਵਾਰਾ, ਵਾਸ ਨਿਵਾਸ ਉਲਾਸ ਕਰ ਹੋਏ ਵੱਡ ਪਰਵਾਰਾ, ਫਲ ਵਿੱਚ ਬੀਓ ਸੰਜੀਓ ਹੋਏ ਫਲ ਫਲੋ ਹਜ਼ਾਰਾ, ਆਪੇ ਆਪ ਵਰਤਦਾ ਗੁਰਮੁਖ ਨਿਸਤਾਰਾ। ਸੋ ਤੁਸੀਂ ਦੇਖੋ ਵੀ ਭਾਈ ਗੁਰਦਾਸ ਜੀ ਨੇ ਦੱਸਿਆ ਕਿ ਕਿੱਦਾਂ ਦਰਖਤ ਜਿਹੜਾ ਹੈ ਆਪਣਾ ਵਿਸਥਾਰ ਕਰਕੇ ਕਿੱਦਾਂ ਸੁੱਖ ਪਹੁੰਚਾਉਂਦਾ ਕਈ ਪ੍ਰਕਾਰ ਦੀ ਜੀਵ ਜਨਤਾ ਨੂੰ ਔਰ ਜਿਹੜਾ ਹੈ ਕੁਦਰਤ ਦੀ ਵੀ ਜਿਹੜਾ ਹੈ ਉਹ ਉਹਦੀ ਜਿਹੜੀ ਬੈਲੈਂਸ ਬਣਾਉਣ ਦੇ ਵਿੱਚ ਸਹਾਈ ਹੁੰਦਾ। ਸੋ ਇਹਦਾ ਮਤਲਬ ਇਹ ਹੈ ਕਿ ਸਾਨੂੰ ਪਹਿਰੇਦਾਰ ਵਜੋਂ ਜਿਹੜਾ ਇਹ ਵਾਤਾਵਰਣ ਦੇ ਅਤੇ ਇਹਦੇ ਰਾਖੇ ਵਜੋਂ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ। ਔਰ ਇੱਥੇ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਪਿਛਲੇ ਦਿਨੀ ਬਾਬਾ ਸੇਵਾ ਸਿੰਘ ਜੀ, ਕਿਉਂਕਿ ਉਹ ਇੱਦਾਂ ਦੀ ਸਟੇਟਮੈਂਟਸ ਦੇ ਸਕਦੇ ਆ, ਕਿਉਂਕਿ ਉਹਨਾਂ ਨੇ ਪੰਜਾਬ ਦੇ ਚੱਪੇ 'ਚ ਇਹ ਤਹੀਆ ਕੀਤਾ ਹੋਇਆ ਕਿ ਜਿੱਥੇ ਵੀ ਮੈਨੂੰ ਸੰਗਤ ਬੁਲਾਏਗੀ ਮੈਂ ਉੱਥੇ ਫ੍ਰੀ ਦੇ ਵਿੱਚ ਜਾ ਕੇ ਬੂਟੇ ਲਗਾਵਾਂਗਾ, ਬਸ ਉਹਦੀ ਪਾਲਣਾ ਕਰਨੀ ਹੈ। ਉਹ ਇੱਕੋ ਡਿਮਾਂਡ ਕਰਦੇ ਨੇ, ਫੋਟੋਆਂ ਖਿਚਵਾਉਂਦੇ ਆ ਬੂਟੇ ਲਗਾ ਕੇ, ਮੁੜ ਕੇ ਉਸ ਬੂਟੇ ਦਾ ਕੀ ਬਣਦਾ ਹੈ ਕੀ ਨਹੀਂ ਬਣਦਾ ਸਾਨੂੰ ਕੁਛ ਨਹੀਂ ਪਤਾ ਹੁੰਦਾ। ਸੋ ਅਸੀਂ ਕੋਈ ਟਾਈਮ ਲਾਈਨ ਨਹੀਂ ਤਿਆਰ ਕੀਤੀ ਹੁੰਦੀ। ਅੱਜ ਮਨੁੱਖ ਦਾ ਬੱਚਾ ਘਰੋਂ ਘਰ ਮੈਂ ਆਪਣੇ ਆਲੇ ਦੁਆਲੇ ਦੇਖਦਾ ਕਿ ਬੱਚਾ ਅਸੀਂ ਪ੍ਰੋਜੈਕਟ ਬਣਾਇਆ ਹੋਇਆ ਕਿ ਬੱਚਾ ਕੋਈ ਜੰਮਣਾ ਹੁੰਦਾ, ਪਰਿਵਾਰ ਦੇ ਵਿੱਚ ਆਉਣਾ ਹੁੰਦਾ ਅਤੇ ਅਸੀਂ ਜਿਹੜਾ ਹੈ ਸਾਰਾ ਪਰਿਵਾਰ ਉਹਦੇ ਆਲੇ ਦੁਆਲੇ ਹੋਇਆ ਹੁੰਦਾ, ਕਈ ਤਰ੍ਹਾਂ ਦੀ ਇਮਿਊਨਾਈਜੇਸ਼ਨ ਪਤਾ ਨਹੀਂ ਕੀ ਇੱਕ ਬੂਟਾ ਲਗਾ ਦਿੰਦੇ ਆ ਤਾਂ ਉਹਨੂੰ ਵੀ ਇਨੀਸ਼ੀਅਲ ਵਰਿਆਂ ਦੇ ਵਿੱਚ, ਸ਼ੁਰੂਆਤ ਦੇ ਵਰਿਆਂ ਦੇ ਵਿੱਚ ਉਸੇ ਤਰ੍ਹਾਂ ਦੀ ਕੇਅਰ ਦੀ ਲੋੜ ਹੁੰਦੀ ਹੈ। ਸੋ ਕੀ ਅਸੀਂ ਉਸ ਤਰ੍ਹਾਂ ਕਰਦੇ ਹਾਂ? ਸੋ ਬਾਬਾ ਸੇਵਾ ਸਿੰਘ ਜੀ ਨੇ ਬੜਾ ਸੋਹਣਾ ਸਾਨੂੰ ਜਿਹੜਾ ਹੈ ਉਹ ਇਸ ਪ੍ਰਤੀ ਜਿਹੜਾ ਸੁਚੇਤ ਕੀਤਾ। ਜਿਵੇਂ ਅਸੀਂ ਮਨੁੱਖੀ ਬੱਚੇ ਦੇ ਜਨਮ ਤੋਂ ਬਾਅਦ ਜਿਹੜਾ ਹੈ ਉਹਦੀ ਪ੍ਰਤਪਾਲਨਾ ਕਰਦੇ ਹਾਂ, ਕੇਅਰ ਕਰਦੇ ਹਾਂ, ਉਹ ਬੂਟਿਆਂ ਨੂੰ ਵੀ ਸ਼ੁਰੂਆਤੀ ਵਰਿਆਂ ਦੇ ਵਿੱਚ ਲੋੜ ਹੁੰਦੀ ਹੈ। ਸੋ ਆਓ ਅਸੀਂ ਅੱਜ ਜਿਹੜਾ ਹੈ ਉਹ ਗਰਮੀ ਦੀਆਂ ਛੁੱਟੀਆਂ ਜਦੋਂ ਪਹਾੜਾਂ 'ਚ ਜਾਂਦੇ ਹਾਂ, ਪਹਾੜਾਂ 'ਚ ਕੀ ਕਰਨ ਜਾਂਦੇ ਹਾਂ ਜਦੋਂ ਕਿ ਸਾਡਾ ਆਲਾ ਦੁਆਲਾ ਤਾਂ ਅਸੀਂ ਬਿਲਕੁਲ ਵੀ ਧਿਆਨ ਨਹੀਂ ਕਰ ਰਹੇ। ਦੇਖੋ ਮੈਨੂੰ ਇੱਦਾਂ ਗੱਲ ਲੱਗੀ ਕਿ ਜਦੋਂ ਅਸੀਂ ਗਰਮੀਆਂ ਦੀ ਛੁੱਟੀਆਂ ਦੌਰਾਨ ਪਹਾੜਾਂ, ਦਰਿਆਵਾਂ ਅਤੇ ਸਮੁੰਦਰਾਂ ਜਿਹੇ ਸਥਾਨਾਂ ਦੇ ਕੰਢਿਆਂ 'ਤੇ ਜਾ ਕੇ ਕੁਦਰਤ ਦੇ ਪ੍ਰੇਰਣਾਮਈ ਹੁਲਾਰੇ ਲੈਂਦੇ ਹਾਂ ਅਤੇ ਆਪਣੇ ਇਹਦੇ ਨਾਲ ਨਿੱਤ ਦੇ ਚੁਗਿਰਦੇ ਨੂੰ ਵੀ ਸਵਾਰੀਏ ਔਰ ਨਾਲ ਹੀ ਆਪਣਾ ਜੀਵਨ ਗੁਰਸਿੱਖਾਂ ਦੁਆਰਾ ਕੀਤੇ ਜਾ ਰਹੇ ਉਪਰੋਕਤ ਜਿਹੜੇ ਕਾਰਜ ਮੈਂ ਆਪ ਜੀ ਨਾਲ ਸਾਂਝੇ ਕੀਤੇ ਉਹਨਾਂ ਨੂੰ ਸਮਰਪਿਤ ਕਰਕੇ ਆਪਣੇ ਜੀਵਨ ਨੂੰ ਗੁਰਬਾਣੀ ਦੇ ਇਹਨਾਂ ਬਚਨਾਂ ਨੂੰ ਅਸਲੋਂ ਤੇ ਮੂਲੋਂ ਹੀ ਸਾਕਾਰ ਕਰੀਏ। ਗੁਰਦੁਆਰਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਆਵਾਜ਼ ਆਉਂਦੀ ਹੈ ਸਵੇਰੇ, ਅਸੀਂ ਰੋਜ਼ ਹੱਥ 'ਚ ਗੁਟਕਾ ਸਾਹਿਬ ਫੜ ਕੇ ਪੜ੍ਹਦੇ ਹਾਂ ਬੜੇ ਸਤਿਕਾਰ ਨਾਲ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਰ ਗੱਲ ਕਿਤੇ ਅੰਦਰ ਜਾਂਦੀ ਨਹੀਂ ਲੱਗ ਰਹੀ ਮੈਨੂੰ ਸਾਡੇ ਹਿਰਦਿਆਂ ਦੇ ਵਿੱਚ। ਔਰ ਤੁਸੀਂ ਇਹ ਦੇਖੋ ਕਿ ਪੌਣ ਪਾਣੀ, ਚੰਦ, ਸੂਰਜ ਅਤੇ ਧਰਤੀ ਸਮੇਤ ਮਿੱਟੀ ਵਰਗੇ ਅਮੁੱਲ ਖਜ਼ਾਨਿਆਂ ਦੀ ਦੈਵੀ ਪ੍ਰਸੰਗਤਾ, ਡਿਵਾਈਨ ਕੰਟੈਕਸਟ ਨੂੰ ਜਿਹੜਾ ਹੈ ਉਹ ਵਿਹਾਰਕ ਕੰਮਕਾਜ ਦਾ ਹਿੱਸਾ ਬਣਾ ਕੇ ਸਮੁੱਚੇ ਕਾਰਜਾਂ ਦੀ ਸਹੀ ਵਿਉਂਤਬੰਦੀ ਕਰੀਏ। ਮੈਂ ਕਹਿੰਦਾ ਵੀ ਸਾਡੇ ਜਿਹੜੇ ਘਰ ਪੱਥਰ ਦੇ ਕਦੋਂ ਹੋ ਗਏ, ਸਿੱਖਾਂ ਦੀ ਉੱਚੀਆਂ ਉੱਚੀਆਂ ਕੋਠੀਆਂ ਹੋ ਗਈਆਂ, ਵੱਡੇ ਵੱਡੇ ਘਰ ਹੋ ਗਏ, ਆਲੀਸ਼ਾਨ ਘਰ ਹੋ ਗਏ, ਸਜਾਵਟੀ ਬੂਟੇ ਵੀ ਲਗਾਉਣ ਲੱਗ ਗਏ ਅਸੀਂ ਆਲੇ ਦੁਆਲੇ ਥੋੜ੍ਹੇ ਬਹੁਤ ਆਪਣੇ ਸ਼ੌਂਕ ਵਜੋਂ, ਲੇਕਿਨ ਅਸੀਂ ਉਹ ਜਿਹੜੀ ਪਲਾਂਟੇਸ਼ਨ ਜਿਸ ਪੱਧਰ 'ਤੇ ਕਰਨੀ ਸੀ ਉਹਦੇ ਵੱਲੋਂ ਵਿਸਲੇ ਹੋਏ। ਔਰ ਮੇਰੀ ਬੇਨਤੀ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ, ਕਿਉਂਕਿ ਇਹਨਾਂ ਵਚਨਾਂ ਨੂੰ ਸਮਝਣ ਲਈ ਸਾਡੇ ਜਿਹੜੇ ਬਜ਼ੁਰਗ ਨੇ, ਵਡੇਰੇ ਨੇ, ਸਹਾਈ ਹੁੰਦੇ ਨੇ, ਪਵਨ ਗੁਰੂ ਗੁਰ ਸ਼ਬਦ ਹੈ ਰਾਗ ਨਾਦ ਵਿਚਾਰਾ, ਮਾਤ ਪਿਤਾ ਜਲ ਧਰਤ ਹੈ ਉਤਪਤ ਸੰਸਾਰਾ। ਤਾਂ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਵਾਰ-ਵਾਰ ਦ੍ਰਿੜ ਕਰਾਇਆ ਗੁਰੂ ਸਾਹਿਬ ਤੋਂ ਸੇਧ ਲੈ ਕੇ ਸਾਨੂੰ ਇਹਨਾਂ ਚੀਜ਼ਾਂ ਨੂੰ। ਔਰ ਮੈਂ ਐਂਡ ਦੇ ਵਿੱਚ ਜਿਹੜਾ ਹੈ ਉਹ ਇਹ ਗੱਲ ਫਿਰ ਦ੍ਰਿੜ ਕਰਾਉਣੀ ਚਾਹੁੰਦਾ ਕਿ ਇਕੱਲਾ ਮਨੁੱਖ ਨੂੰ ਤਾਕੀਦ ਨਹੀਂ ਹੈ, ਬਾਕੀ ਜੀ ਜੰਤ ਮਹਾਰਾਜ ਜੀ ਦੇ ਹੁਕਮ 'ਚ ਚੱਲ ਰਹੇ ਹੈ, ਉਹਦੀ ਭੈ ਭਾਵਨੀ 'ਚ ਚੱਲ ਰਹੇ ਹੈ।
ਔਰ ਮੈਂ ਇੱਕ ਐਂਡ ਦੇ ਵਿੱਚ ਇਹੀ ਜਿਹੜਾ ਹੈ ਉਹ ਇਸ ਗੱਲਬਾਤ ਦੇ ਵਿੱਚੋਂ ਇਹਨੂੰ ਕਲਮੀਨੇਟ ਕਰਾਂਗਾ ਕਿ ਸਮਾਜ ਦੇ ਸਾਵੇਂ ਵਿਕਾਸ ਲਈ, ਜਿਵੇਂ ਆਪਾਂ ਢੰਡੋਰਾ ਪਿੱਟਦੇ ਹਾਂ ਸਸਟੇਨੇਬਲ ਜਿਹੜਾ ਡਿਵੈਲਪਮੈਂਟ, ਅਤੇ ਉਹਦੇ ਲਈ ਆਪਣੇ ਨਿੱਜੀ ਅਤੇ ਸਮੂਹਕ ਕਾਰਜਾਂ ਨੂੰ ਇਸ ਤਰ੍ਹਾਂ ਢਾਲੀਏ ਕਿ ਜਿਸ ਵਿੱਚ ਸ੍ਰਿਸ਼ਟੀ ਦੇ ਸਮੁੱਚੇ ਭਾਗੀਦਾਰਾਂ ਨੂੰ ਬਰਾਬਰ ਦੀ ਤਵੱਜੋ ਦਿੱਤੀ ਜਾਵੇ। ਇਹ ਕਾਰਜ ਹੋਰ ਵੀ ਸਹਿਲਾ ਹੋ ਸਕਦਾ ਹੈ, ਹੋਰ ਸੌਖਾ ਹੋ ਸਕਦਾ ਹੈ ਜੇਕਰ ਮਨੁੱਖ ਜਗਤ ਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦੇ ਸਨਮੁਖ ਨਤਮਸਤਕ ਹੋ ਕੇ ਕਰਤਾ ਪੁਰਖ ਦੇ ਭਾਣੇ ਜਾਂ ਭੈ ਭਾਵਨੀ ਅੰਦਰ ਜੀਵਨ ਦੇ ਕਾਰ ਵਿਹਾਰ ਨਿਭਾਉਂਦਿਆਂ ਉਸ ਦੀ ਕਿਰਤਾਂ ਦੀ ਹੁਕਮ ਜਾਂ ਭੈ ਭਾਵਨੀ ਅੰਦਰ ਚੱਲਦੀ ਕਾਰ। ਤੁਸੀਂ ਦੇਖੋ ਵੀ ਜਿੰਨੀਆਂ ਵੀ ਕਿਰਤਾਂ ਨੇ, ਹਵਾ ਪਾਣੀ ਮਿੱਟੀ, ਉਹਦੇ ਹੁਕਮ 'ਚ ਚੱਲ ਰਹੀਆਂ ਨੇ, ਅਸੀਂ ਉਹਦੀ ਹੁਕਮ ਵਾਲੀ ਜਿਹੜੀ ਮੰਨਣ ਵਾਲੀ ਕਾਰ ਹੈ ਉਹਦੇ 'ਚ ਵਿਘਨ ਪਾ ਰਹੇ ਹਾਂ। ਜਿਵੇਂ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੇ ਲਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਬੱਦਲ ਵਰਸਦੇ ਨੇ ਉਹਦੇ ਹੁਕਮ ਦੇ ਵਿੱਚ ਆ ਕੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆਡਾਣੇ ਆਕਾਸ਼। ਆਕਾਸ਼ ਵੀ ਤਣਿਆ ਹੋਇਆ ਉਹਦੇ ਹੁਕਮ ਦੇ ਵਿੱਚ, ਅਤੇ ਸਾਨੂੰ ਜਿਹੜਾ ਹੈ ਜੀਵਨ ਨੂੰ ਉਹ ਸਪੋਰਟ ਕਰ ਰਿਹਾ ਹੈ। ਭੈ ਵਿੱਚ ਜੋਧ ਮਹਾਬਲ ਸੂਰ, ਭੈ ਵਿੱਚ ਆਵੇ ਜਾਵੇ ਪੂਰਾ। ਅਸੀਂ ਆਪਣੀਆਂ ਜਿਹੜੀਆਂ ਕਰਤੂਤਾਂ ਕਰਕੇ ਉਹ ਜਿਹੜਾ ਆਡਾਣੇ ਆਕਾਸ਼, ਤਣਿਆ ਹੋਇਆ ਆਕਾਸ਼, ਉਹਦੇ ਵਿੱਚ ਛੇਦ ਕਰਨੇ ਸ਼ੁਰੂ ਕਰ ਦਿੱਤੇ ਹੈ। ਜਿਵੇਂ ਅਸੀਂ ਓਜ਼ੋਨ ਲਹਿਰ ਦੇ ਵਿੱਚ ਜਿਹੜਾ ਹੈ ਕਹਿੰਦੇ ਹਾਂ ਕਿ ਛੇਕ ਹੋ ਚੁੱਕਿਆ ਹੈ। ਅਤੇ ਇਸ ਗੱਲਬਾਤ ਨੂੰ ਮੈਂ ਵਿਰਾਮ ਦੇਣ ਤੋਂ ਪਹਿਲਾਂ ਅਜੋਕੇ ਸਮੇਂ ਦਾ ਇੱਕ ਕਵੀ ਹੈ ਹਰਮਨ, ਸ਼ਾਇਦ ਆਪ ਜੀ ਨੇ ਸੁਣਿਆ ਹੋਏਗਾ, ਰਾਣੀ ਤੱਤ ਦੀ ਕਿਤਾਬ ਹੈ। ਉਹਦੇ ਵਿੱਚ ਉਹਨੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਜਿਹੜਾ ਹੈ ਉਹ ਇਹਨਾਂ ਬੋਲਾਂ ਨੂੰ ਜਿਹੜਾ ਹੈ ਉਹ ਗੁਰੂ ਸਾਹਿਬ ਦੇ, ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਹਜ਼ੂਰ ਦੇ ਵਿੱਚ ਭਾਈ ਮਰਦਾਨਾ ਜੀ ਕਿਵੇਂ ਮਹਾਰਾਜ ਜੀ ਨੂੰ ਯਾਦ ਕਰ ਰਹੇ ਨੇ, ਉਹ ਬਚਨ ਜਿਹੜੇ ਉਹਦੇ ਲਿਖੇ ਹੋਏ ਕਵੀ ਦੇ ਬੋਲ ਨੇ, ਮੈਂ ਉਹ ਆਪ ਜੀ ਨਾਲ ਸਾਂਝੇ ਕਰ ਰਿਹਾ। ਅੱਜ ਸੁੱਤੀ ਮਿੱਟੀ ਜਾਗ ਪਈ ਤੇ ਜਾਗ ਪਈ ਦਰਿਆ, ਅੱਜ ਨਿਖਰ ਆਉਣਾ ਤਾਰਿਆਂ ਤੇ ਚੜ੍ਹਨਾ ਚੰਦ ਨਵਾਂ, ਹੁਣ ਸਭ ਤਰੇੜਾਂ ਲਿਪ ਕੇ ਸਭ ਟਿੱਬੇ ਦੇਣੇ ਵਾਹ, ਅੱਜ ਭਰੇ ਪੰਜਾਬ ਦੀ ਧਰਤੀਓਂ ਹਾਏ ਉੱਠਿਆ ਆਪ ਖੁਦਾ, ਹਾਏ ਉੱਠਿਆ ਆਪ ਖੁਦਾ। ਇਹਨਾਂ ਬਚਨਾਂ ਨੂੰ ਜਿਹੜਾ ਹੈ ਉਹ ਦੇਖੋ ਕਵੀ ਨੇ ਕਿੰਨਾ ਸੋਹਣਾ ਗੁਰੂ ਸਾਹਿਬ ਨੂੰ ਯਾਦ ਕਰਦੇ ਹੋਇਆ ਹਵਾ ਨੂੰ ਵੀ ਸ਼ਾਮਿਲ ਕੀਤਾ, ਮਿੱਟੀ ਨੂੰ ਵੀ ਸ਼ਾਮਿਲ ਕੀਤਾ ਅਤੇ ਪਾਣੀ ਨੂੰ ਵੀ ਸ਼ਾਮਿਲ ਕੀਤਾ। ਮੈਨੂੰ ਇੱਕ ਬੱਚੇ ਨੇ ਪੁੱਛਿਆ ਇਹਦੇ 'ਚ ਹਵਾ ਕਿੱਥੇ ਹੈ ਜੀ? ਮੈਂ ਕਿਹਾ ਹਵਾ ਕਿਉਂ ਨਹੀਂ ਲਿਖੀ ਉਹਨਾਂ ਨੇ, ਤੁਸੀਂ ਦੇਖੋ ਅੱਜ ਨਿਖਰ ਆਉਣਾ ਤਾਰਿਆਂ, ਤਾਰੇ ਵੀ ਨਿਖਰੇ ਹੋਏ ਉਦੋਂ ਹੀ ਨਜ਼ਰ ਆਉਂਦੇ ਜਦੋਂ ਹਵਾ ਸਾਫ਼ ਹੋਵੇ। ਸੋ ਉਹਨੇ ਹਵਾ ਵੀ ਸ਼ਾਮਿਲ ਕੀਤੀ ਆਪਣੇ ਇਹਨਾਂ ਬੋਲਾਂ ਦੇ ਵਿੱਚ। ਸੋ ਮੈਂ ਆਸ ਕਰਦਾ ਕਿ ਇਹ ਜੋ ਵਾਤਾਵਰਣ ਪ੍ਰਤੀ ਜਿਹੜੀ ਗੱਲਬਾਤ ਹੋਣੀ ਚਾਹੀਦੀ ਸੀ ਇਹਨਾਂ ਮੌਕਿਆਂ 'ਤੇ, ਇਹਨਾਂ ਸੈਮੀਨਾਰਾਂ ਦੇ ਮੌਕਿਆਂ 'ਤੇ, ਸੁਲਤਾਨਪੁਰ ਲੋਧੀ ਵੀ ਇੱਕ ਹੋ ਰਿਹਾ ਹੈ। ਮੈਂ ਆਪਣੇ ਜਿਹੜੇ ਵੀਰ ਨੇ ਉਹਨਾਂ 6 ਤਰੀਕ ਨੂੰ ਸਮਾਗਮ ਕਰ ਰਹੇ, ਉਹਨਾਂ ਨੇ ਸਾਰੇ ਟੌਪਿਕ ਰੱਖੇ। ਮੈਂ ਕਿਹਾ ਵਾਤਾਵਰਣ ਬਾਰੇ ਵੀ ਕੋਈ ਗੱਲ ਕਰੀਏ, ਅਸੀਂ ਸਾਰੇ ਹੰਭਲਾ ਮਾਰੀਏ, ਲੱਖਾਂ ਸਿੱਖ ਇੱਥੇ ਇਕੱਠੇ ਹੋਣਗੇ ਅਤੇ ਅਸੀਂ ਕੁਛ ਨਾ ਕੁਛ ਤਾਂ ਸੋਚੀਏ। ਆ ਜਿਹੜੀਆਂ ਨਾੜ ਨੂੰ ਜਿਹੜੀਆਂ ਅੱਗਾਂ ਲੱਗ ਰਹੀਆਂ ਨੇ ਉਹ ਤੋਂ ਹੀ ਸਾਨੂੰ ਰਾਹਤ ਮਿਲ ਜਾਵੇ ਘੱਟੋ ਘੱਟ। 550 ਸਾਲਾਂ ਯਾਦ ਕਰੀਏ ਕਿ ਸਿੱਖਾਂ ਨੇ ਕੋਈ ਡਿਸੀਜ਼ਨ ਲਿਆ ਕਿ ਜਿਹੜੇ ਸਾਡੇ ਕਿਸਾਨ ਭਰਾ ਨੇ, ਜ਼ਿਮੀਂਦਾਰ ਭਰਾ ਨੇ, ਉਹਨਾਂ ਨੂੰ ਅਸੀਂ ਮੋਢਾ ਨਾਲ ਮੋਢਾ ਜੋੜ ਦਈਏ ਕਿ ਉਹਨਾਂ ਨੂੰ ਅੱਗ ਲਾਉਣ ਦੀ ਲੋੜ ਨਾ ਪਵੇ। ਸੋ ਇਹੀ ਪ੍ਰਾਪਤੀ ਹੋਵੇ। ਅਸੀਂ ਯਾਦ ਕਰੀਏ ਕਿ 550 ਸਾਲਾਂ ਆਇਆ ਸੀ, ਮੁੜ ਕੇ ਨਾਲਾਂ ਨੂੰ ਅੱਗ ਲੱਗਣੋਂ ਹਟ ਗਈ, ਅਤੇ ਸਾਡੀ ਇਹੀ ਬਹੁਤ ਵੱਡੀ ਪ੍ਰਾਪਤੀ ਹੋਏਗੀ ਨਾ ਜਿਹੜੇ ਅਸੀਂ ਕਾਰਜ ਕਰ ਰਹੇ ਹਾਂ। ਸੋ ਮੈਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ, ਕਿਉਂਕਿ ਗੁਰੂ ਸਾਹਿਬ ਦੇ ਪਰਥਾਏ ਬਹੁਤ ਬਚਨ, ਕਿਉਂਕਿ ਬਹੁਤ ਛੋਟਾ ਹਾਂ ਔਰ ਗੁਰੂ ਸਾਹਿਬ ਬਹੁਤ ਉੱਚੇ ਨੇ, ਸੁੱਚੇ ਨੇ। ਉੱਚੀਆਂ ਦੀਆਂ ਗੱਲਾਂ ਕਰਦੇ ਹਾਂ, ਵੱਡਿਆਂ ਦੀ ਗੱਲਾਂ ਕਰਦੇ ਹਾਂ, ਅਕਸਰ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਜਿਹੜੀ ਹੈ ਉਹ ਆਪ ਸੰਗਤ ਰੂਪ ਹੋ ਕੇ ਬੈਠੇ ਹੋ, ਆਪ ਬਖਸ਼ ਸਕਦੇ ਹੋ। ਔਰ ਮੈਂ ਖਿਮਾ ਦਾ ਜਾਚਕ ਹੁੰਦਾ ਹੋਇਆ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਜੀ ਕਿ ਡਾਕਟਰ ਬੀਰ ਬਿਕਰਮ ਸਿੰਘ ਜੀ ਪੈਨਲ ਨੂੰ ਜੁਆਇਨ ਕਰਨ। ਲਾਈਟ ਵਾਲੇ ਵੀਰ ਜੀ ਨੂੰ ਬੇਨਤੀ ਹੈ ਕਿ ਹਾਲ ਦੀਆਂ ਲਾਈਟਾਂ ਵੀ ਔਨ ਕਰ ਦਿਓ ਜੀ। ਮੈਂ ਹੁਣ ਬਹੁਤਾ ਟਾਈਮ ਨਹੀਂ ਲਾਂਗਾ। ਪੈਨਲ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਸੱਦਾ ਦੇਣਾ ਚਾਹਾਂਗਾ ਜੀ ਡਾਕਟਰ ਬਲਵਿੰਦਰਪਾਲ ਸਿੰਘ ਜੀ ਨੂੰ ਕਿ ਉਹ ਆਉਣ ਅਤੇ 5 ਕੁ ਮਿੰਟ ਲਈ ਆਪਣੇ ਵਿਚਾਰ ਪੇਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੇ ਸਾਰੇ ਪੱਖ ਉਹਦੇ ਵਿੱਚ ਕਵਰ ਕੀਤੇ ਹਨ। ਵਾਤਾਵਰਣ ਦੀ ਚਿੰਤਾ ਜਿਹੜੀ ਹੈ ਉਹ ਸਾਰੀ ਦੁਨੀਆ ਦੇ ਵਿੱਚ ਸਾਰੀਆਂ ਸਰਕਾਰਾਂ ਅਤੇ ਸਾਰੀਆਂ ਸੰਸਥਾਵਾਂ ਦੇ ਲੋਕ ਹੁਣ ਕਰਨ ਲੱਗੇ ਹਨ, ਅਤੇ ਕਾਰਨ ਉਹਨਾਂ ਨੇ ਦੱਸ ਦਿੱਤੇ ਹਨ ਕਿ ਸਾਡਾ ਸਵਾਰਥ ਜਿਹੜਾ ਹੈ ਅਤੇ ਲਾਭ ਕਮਾਉਣ ਦੇ ਲਈ ਜਿਹੜੀ ਇੱਛਾ ਹੈ ਉਹਦੇ ਕਰਕੇ ਅਸੀਂ ਸਾਰਾ ਉਸ ਨੂੰ ਮਲੀਆ ਮੇਟ ਉਸ ਦਾ ਕਰਦੇ ਜਾ ਰਹੇ ਹਾਂ। ਤੋ ਬਹੁਤ ਕੁਝ ਲਿਖ ਕੇ ਭੇਜਿਆ ਸੀ, ਲੇਕਿਨ ਸਮੇਂ ਦੀ ਸੀਮਾ ਜਿਹੜੀ ਆ ਉਹਨੂੰ ਸਾਹਮਣੇ ਰੱਖਦੇ ਹੋਏ
ਕੇਵਲ ਕੁਝ ਗੱਲਾਂ ਜਿਹੜੀਆਂ ਆਪ ਜੀ ਨਾਲ ਸਾਂਝੀਆਂ ਕਰਾਂਗਾ। ਡਾਕਟਰ ਸਾਹਿਬ ਫਿਜ਼ਿਕਸ ਦੇ ਅਧਿਆਪਕ ਹਨ। ਸਾਡੇ ਕਾਲਜ ਦੇ ਵਿੱਚ ਕੈਮਿਸਟਰੀ ਡਿਪਾਰਟਮੈਂਟ ਵੱਲੋਂ ਗ੍ਰੀਨ ਕੈਮਿਸਟਰੀ ਦੇ ਸੈਮੀਨਾਰ ਹੋਏ ਲਗਾਤਾਰ। ਪਹਿਲਾ ਸੈਮੀਨਾਰ ਹੋਇਆ, ਦੂਸਰਾ ਸੈਮੀਨਾਰ ਹੋਇਆ, ਤੀਸਰਾ ਸੈਮੀਨਾਰ ਹੋਇਆ। ਉਹਦੇ ਵਿੱਚੋਂ ਅਸੀਂ ਇਹ ਸੁਣਿਆ ਕਿ ਵਿਗਿਆਨੀ ਜਿਹੜੇ ਨੇ ਹੁਣ ਉਹ ਵਿਗਿਆਨ ਦੇ ਜਿਹੜੇ ਤਜਰਬੇ ਨੇ, ਪ੍ਰੈਕਟੀਕਲ ਜਿਹੜੇ ਨੇ, ਉਹ ਕਰਨ ਲਈ ਵੀ ਜਿਹੜੇ ਕੈਮੀਕਲ ਦੀ ਵਰਤੋਂ ਹੈ ਉਹਦੇ ਤੋਂ ਰੋਕ ਉਹਨਾਂ ਨੇ ਲਾਣੀ ਸ਼ੁਰੂ ਕਰ ਦਿੱਤੀ ਹੈ। ਔਰ ਇਹਦੀ ਰਿਸਰਚ ਹੋਣ ਲੱਗ ਗਈ ਹੈ ਕਿ ਕਿਸ ਤਰ੍ਹਾਂ ਅਸੀਂ ਗ੍ਰੀਨ ਜਿਹੜੀ ਕੈਮਿਸਟਰੀ ਹੈ ਉਹਦੇ ਵਿੱਚ ਅਸੀਂ ਜਿਹੜੇ ਕੁਦਰਤੀ ਜਿਹੜੇ ਨੇ ਉਹ ਰਸਾਇਣ ਵਰਤ ਕੇ ਕਿਸ ਤਰ੍ਹਾਂ ਅਸੀਂ ਅੱਗੋਂ ਰਿਸਰਚ ਕਰਨੀ ਹੈ। ਤੋ ਈਕੋ ਸਿੱਖ ਜਿਹੜਾ ਕਾਰਜ ਕਰ ਰਿਹਾ ਉਹਦੇ ਬਾਰੇ ਜ਼ਰੂਰ ਇੱਥੇ ਗੱਲ ਹੋਏਗੀ। ਈਕੋ ਸਿੱਖ ਵਾਲੇ ਜਿਹੜੇ ਨੇ ਰਵਨੀਤ ਸਿੰਘ ਨੇ, ਸਾਡੇ ਕੋਲ ਡਾਕਟਰ ਰਾਜਵੰਤ ਸਿੰਘ ਗੁਰੂ ਨਾਨਕ ਪਵਿੱਤਰ ਜੰਗਲ ਉਹ ਬਣਾ ਰਹੇ ਨੇ, ਉਹਨਾਂ ਦਾ ਵੀ ਜ਼ਿਕਰ ਫੋਟੋ ਆਈ ਸੀਗੀ, ਟਾਈਮ ਘੱਟ ਹੋਣ ਕਰਕੇ ਮੇਰੇ ਖਿਆਲ ਜ਼ਿਕਰ ਨਹੀਂ ਹੋਇਆ। ਬੜਾ ਲੰਬਾ ਚੌੜਾ ਕਾਰਜ ਉਹਨਾਂ ਨੇ ਸ਼ੁਰੂ ਕੀਤਾ ਹੈ। ਤੋ ਮੈਂ ਡਾਕਟਰ ਸਾਹਿਬ ਨੂੰ ਸੁਨੇਹਾ ਭੇਜਿਆ ਸੀ ਕਿ ਜਦੋਂ ਐਂਟਾਰਕਟਿਕਾ ਦੇ ਉੱਤੇ ਸਾਰੇ ਲੋਕ ਜਾ ਰਹੇ ਨੇ ਤਾਂ 550 ਸਾਲਾਂ ਦੇ ਉੱਤੇ ਘੱਟੋ ਘੱਟ ਇੱਕ ਨਿਸ਼ਾਨ ਸਾਹਿਬ, ਇੱਕ ਐਕਸਪੀਡੀਸ਼ਨ ਉੱਥੇ ਭੇਜਿਆ ਜਾਵੇ। ਜ਼ਰੂਰ ਉੱਥੇ ਕੇਸਰੀ ਨਿਸ਼ਾਨ ਸਾਹਿਬ ਅਸੀਂ ਵੀ ਜਾ ਕੇ ਲਾਈਏ ਔਰ ਸਾਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਖਾਲਸਾ ਏਡ ਵਾਲੇ ਕਰ ਰਹੇ ਨੇ ਤਾਂ ਈਕੋ ਸਿੱਖ ਦੇ ਵਿੱਚ ਵੀ ਇਹ ਜਿਹੜਾ ਇਹ ਜ਼ਿੰਮੇਵਾਰੀ ਸਾਰੇ ਆਪਾਂ ਸਹਿਯੋਗ ਦਈਏ ਅਤੇ ਉਹ ਕਰਨ। ਬਹੁਤ ਸਾਰੇ ਕਾਰਨ ਹੈਗੇ ਨੇ। ਬੰਬ ਸਾਈਕਲੋਨ ਨਾਂ ਦੀ ਇੱਕ ਚੀਜ਼ ਜਿਹੜੀ ਹੈ ਉਹ ਅਮਰੀਕਾ ਦੇ ਇਰਦ ਗਿਰਦ ਪੈਦਾ ਹੋ ਰਹੀ ਹੈ। ਏਸ਼ੀਆ ਦੇ ਵਿੱਚ ਤਬਾਹੀਆਂ ਦਾ ਜਿਹੜਾ ਕਾਰਨ ਹੋਣਾ ਵੀ ਜਿਹੜਾ ਉਹ ਕਿਹੜੇ ਕਾਰਨ ਨੇ ਉਹਨਾਂ ਦੀ ਸਾਇੰਟੀਫਿਕ ਰਿਸਰਚ ਜਿਹੜੀ ਹੈ ਉਹ ਅਸੀਂ ਅਜੇ ਬਹੁਤ ਜ਼ਿਆਦਾ ਨਹੀਂ ਕੀਤੀ। ਔਰ ਪੈਸੀਫਿਕ ਸਮੁੰਦਰ ਵਿੱਚ ਕੈਲੀਫੋਰਨੀਆ ਤੋਂ ਹਵਾਈ ਤੱਕ ਗਰਮ ਪਾਣੀ ਦੀ ਲਹਿਰ ਉਹ ਫੈਲ ਗਈ ਹੈ। ਸਾਰੀ ਦੁਨੀਆ ਦੇ ਵਿੱਚ ਜੋ ਜੋ ਹੋ ਰਿਹਾ ਤੁਸੀਂ ਟੀਵੀ ਦੇ ਉੱਤੇ ਲਗਾਤਾਰ ਦੇਖਦੇ ਰਹਿੰਦੇ ਹੋ। ਤੋ ਸਮਾਂ ਨਹੀਂ ਹੈ ਆਪਾਂ ਇਹਨੂੰ ਫਟਾਫਟ ਅੱਗੇ ਚੱਲ ਕੇ ਸਮਾਪਤੀ ਕਰੀਏ। ਗੁਰੂ ਨਾਨਕ ਸਾਹਿਬ ਜਿਹੜੇ ਨੇ ਉਹਨਾਂ ਨੇ ਬਾਣੀ ਦੇ ਵਿੱਚ ਜੋ ਸਾਨੂੰ ਦਿੱਤਾ ਹੈ, ਮੈਂ ਇੱਕ ਬਸੰਤ ਰਾਗ ਦਾ ਸ਼ਬਦ ਜਿਹੜਾ ਆਪ ਜੀ ਨਾਲ ਸਾਂਝਾ ਕਰਾਂਗਾ ਕਿਉਂਕਿ ਬਾਣੀ ਦੇ ਤੁਸੀਂ ਰਸੀਏ ਬਹੁਤ ਸਾਰੇ ਬੈਠੇ ਹੋ, ਸਾਡੇ ਕੋਲ ਵੱਡੇ ਵਿਦਵਾਨ ਵੀ ਬੈਠੇ ਹਨ। ਸਹੁਰੜੀ ਵੱਥ ਸਭ ਕਿਛ ਸਾਂਝੀ, ਜਿਹੜਾ ਸਾਰੀਆਂ ਸਾਂਝੀਆਂ ਚੀਜ਼ਾਂ ਨੇ। ਆਸਾ ਦੀ ਵਾਰ ਦਾ ਡਾਕਟਰ ਸਾਹਿਬ ਨੇ ਬਹੁਤ ਜ਼ਿਕਰ ਕੀਤਾ ਹੈ। ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਜਿਹੜੀ ਸਗਲੀ ਧਰਤੀ ਹੈ ਉਹਦਾ ਮਾਲ ਧਨ ਜਿਹੜਾ ਇੰਨਾ ਹੈ। ਸਾਡੇ ਕੋਲ ਨੋਬਲ ਪੁਰਸਕਾਰ ਜਿਹੜਾ ਅਮ੍ਰਿਤਿਆ ਸੇਨ, ਉਹਦਾ ਵੀ ਇਹ ਰਿਜ਼ਲਟ ਹੈ ਆਪਣੇ ਥੀਸਿਸ ਦਾ ਕਿ ਗਰੀਬੀ ਜਿਹੜੀ ਹੈ ਉਹ ਉਤਪਾਦਨ ਘੱਟ ਹੋਣ ਕਰਕੇ ਨਹੀਂ ਹੈਗੀ, ਉਹ ਡਿਸਟਰੀਬਿਊਟਿਵ ਦੀ ਪ੍ਰੋਬਲਮ ਜਿਹੜੀ ਹੈ ਉਹਦੇ ਕਰਕੇ ਗਰੀਬੀ ਹੈ। ਇਸ ਕਰਕੇ ਜਿਹੜੀ ਆਸਾ ਦੀ ਵਾਰ 'ਚ ਅਸੀਂ ਰੋਜ਼ ਪੜ੍ਹਦੇ ਹਾਂ, ਲੇਕਿਨ ਆਸਾ ਦੀ ਵਾਰ ਦੇ ਪੜ੍ਹਨ ਦਾ ਜਿਹੜਾ ਸਾਡਾ ਸਿਸਟਮ ਹੈ ਉਹ ਇੰਨਾ ਅਰਲੀ ਹੋ ਜਾਂਦਾ ਹੈ ਕਿ ਸੰਗਤ ਜਿਹੜੀ ਹੈ ਦੁਪਹਿਰ ਨੂੰ ਉਹ ਸੁਖਮਨੀ ਸਾਹਿਬ ਦਾ ਪਾਠ ਜ਼ਿਆਦਾ ਕਰਨ ਲੱਗ ਗਏ ਨੇ। ਆਸਾ ਦੀ ਵਾਰ ਜਿਹਦੇ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਉਹਦੇ ਤੋਂ ਅਸੀਂ ਬੜਾ ਦੂਰ ਚਲੇ ਗਏ ਹਾਂ। ਔਰ ਜਦੋਂ ਆਮ ਸਿੱਖ ਉੱਠ ਕੇ ਜਦੋਂ ਆਸਾ ਦੀ ਵਾਰ ਸੁਣਦਾ ਹੈ ਤਾਂ ਉੱਥੇ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਉੱਥੇ ਤੱਕ ਤਕਰੀਬਨ ਪਹੁੰਚ ਜਾਂਦੇ ਹਾਂ। ਤਾਂ ਇਹ ਜਿਹੜਾ ਸਗਲੀ ਧਰਤੀ ਮਾਲ ਧਨ ਵਾਲੀ ਗੱਲ ਹੈ ਉਹ ਸਾਨੂੰ ਸਾਰਿਆਂ ਨੂੰ ਸਮਝਣੀ ਪਏਗੀ। ਘੱਟੋ ਘੱਟ 550 ਸਾਲਾਂ ਦੇ ਉੱਤੇ ਜਿਹੜੇ ਸਿੱਖ ਉਦਯੋਗਪਤੀ ਨੇ, ਸਿੱਖ ਕਿਸਾਨ ਨੇ ਜਾਂ ਸਿੱਖ ਜਿੰਨੇ ਵੀ ਪ੍ਰਬੰਧਕ ਨੇ ਲੋਕ, ਉਹ ਇਸ ਗੱਲ ਨੂੰ ਧਿਆਨ 'ਚ ਰੱਖਣ। ਵਰਤਨ ਸਰਬ ਜੰਜਾਲ, ਉਹ ਵਰਤਨ ਦੇ ਵਿੱਚ ਅਸੀਂ ਜੰਜਾਲ ਪੈਦਾ ਕਰ ਰਹੇ ਹਾਂ। ਤੋ ਸਾਹੁਰੜੀ ਵੱਥ ਸਭ ਕਿਛ ਸਾਂਝੀ, ਪੇਵਕੜੈ ਧਨ ਵਖੈ ਆਪ ਕੁਚੱਜੀ ਦੋਸ ਨਾ ਦੇਉ ਜਾਣਾ ਨਾ ਹੀ ਰੱਖੇ। ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ। ਉਹੀ ਗੱਲ ਸਾਰੀ ਆਈ ਹੈ। ਇਹੋ ਹੀ ਸ਼ਬਦ ਜਿਹੜਾ ਇੱਕ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਹੋਰ ਹੈ। ਮੈਂ ਸਮਝਦਾ ਉਹ ਸਾਰਾ ਵਾਤਾਵਰਨ ਵਾਂਗੂ ਜਿਵੇਂ ਭੈ ਵਿੱਚ ਪਾਉਣ ਵਹਿ ਵਾਲੀ ਗੱਲ ਕੀਤੀ ਹੈ। ਸ਼ਲੋਕ ਮਹੱਲਾ ਪਹਿਲਾ, ਸਾਰਾ ਸ਼ਬਦ ਮੈਂ ਇਹ ਸ਼ਲੋਕ ਪੜ੍ਹ ਦਿਆਂਗਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ, ਦੀਪਾਂ ਲੋਹਾਂ ਮੰਡਲਾਂ ਖੰਡਾਂ ਵਰ ਭੰਡਾਂ, ਅੰਡਜ ਜੇਰਜ ਉਤਪੁਜਾਂ ਖਾਣੀ ਸੇਤ ਜਾਂ, ਸੋ ਮਿਤ ਜਾਣਿਆ ਨਾਨਕਾ ਸਰਾ ਮੇਰਾ ਜਨਤਾ। ਨਾਨਕ ਜੰਤ। ਹੁਣ ਅਗਲੀ ਗੱਲ ਜਿਹੜੀ ਹੈ ਅਸੀਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਪੜ੍ਹਦੇ ਹਾਂ, ਸਰਬ ਚਿੰਤ ਤੁਧ ਪਾਸੇ। ਅਸੀਂ ਵੀ ਚਿੰਤਾ ਕਰਦੇ ਪਏ ਹਾਂ ਸਾਰੇ ਬੈਠ ਕੇ, ਲੇਕਿਨ ਅਸੀਂ ਬਾਬਾ ਸੇਵਾ ਸਿਰਾਂ ਨੂੰ ਪੁੱਛਿਆ, ਹੋਰ ਕੁਝ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਹੁਣ ਇੰਨੀ ਡਰਨ ਦੀ ਗੱਲ ਨਹੀਂ ਹੈ। ਰੁੱਖ ਜਿਹੜੇ ਨੇ ਨਾ ਉਹ ਪੋਲੀਟੀਕਲ ਲੋਕ ਜਿਹੜੇ ਨੇ ਬਿਆਨਬਾਜ਼ੀ ਕਰਦੇ ਨੇ ਕਿ ਅਸੀਂ 10 ਲੱਖ ਰੁੱਖ ਲਾ ਦਾਂਗੇ, ਕੋਈ ਕਹਿੰਦਾ ਅਸੀਂ 50,000 ਰੁੱਖ ਲਾ ਦਾਂਗੇ। ਉਹ ਮਤਲਬ ਸਿਰਫ ਉਹਨਾਂ ਦੀ ਫੋਟੋ ਖਿਚਾ ਕੇ ਰੁੱਖ ਵਗੈਰਾ ਲਾਉਂਦੇ ਨੇ। ਅਸਲੀ ਕੰਮ ਜਿਹੜਾ ਜਿਵੇਂ ਦੱਸਿਆ ਡਾਕਟਰ ਸਾਹਿਬ ਨੇ ਹੁਣ ਠੋਸ ਰੂਪ ਵਿੱਚ ਹੋਣ ਲੱਗ ਗਿਆ। ਅਨੰਦਪੁਰ ਸਾਹਿਬ ਤੋਂ ਵੀ ਪ੍ਰਸ਼ਾਦ ਮਿਲਦਾ ਬੂਟਿਆਂ ਦਾ, ਖਡੂਰ ਸਾਹਿਬ ਤੋਂ ਵੀ ਪ੍ਰਸ਼ਾਦ ਮਿਲਦਾ, ਹੋਰ ਬਹੁਤ ਥਾਵਾਂ ਦੇ ਉੱਤੇ ਇਹ ਹੁਣ ਬੂਟੇ ਲੱਗ ਰਹੇ ਨੇ ਔਰ ਪ੍ਰੈਕਟੀਕਲੀ ਲੋਕ ਸੁਚੇਤ ਹੋ ਰਹੇ ਨੇ।
ਬਿਆਨਾਂ ਦੇ ਮਗਰ ਜਾਣ ਦੀ ਲੋੜ ਨਹੀਂ ਹੈ। ਉਹਨਾਂ ਦੇ ਆਪਣਾ ਜੋ ਅਸੀਂ ਕਰ ਸਕਦੇ ਹਾਂ ਬੱਚਿਆਂ ਦਾ, ਕਿਉਂਕਿ ਸਭਾ ਹੈਗੀ ਹੈ, ਆਪੋ ਆਪਣਾ ਹਰ ਸਕੂਲ ਦਾ ਇੱਕ ਸਿਲੇਬਸ ਦੇ ਵਿੱਚ ਇੱਕ ਪੌਦਾ ਹਰ ਇੱਕ ਦੇ ਲਈ ਲਾਣਾ ਜਿਹੜਾ ਲਾਜ਼ਮੀ ਹੋ ਜਾਣਾ ਚਾਹੀਦਾ ਹੈ। ਇਹ ਜੋ ਕੁਝ ਲਿਖਿਆ ਬਾਬਾ ਜੀ ਨੇ, ਉਹ ਕਹਿੰਦੇ ਨੇ ਵੀ ਜਿਨ ਕਰਤਾ ਕਾਰਨ ਕੀਆ ਚਿੰਤਾ ਵੀ ਕਰਨੀ ਤਾਂ, ਉਹ ਚਿੰਤਾ ਆਪ ਕਰਦਾ ਹੈ ਔਰ ਉਹਦਾ ਨੈਚੁਰਲ ਪ੍ਰੋਸੈਸ ਜਿਹੜਾ ਹੈ, ਉਹ ਆਪਣੇ ਆਪ ਉਹਨੂੰ ਸ਼ੁੱਧ ਕਰਨ ਦਾ ਜਿਹੜਾ ਉਹ ਚੱਲ ਰਿਹਾ। ਉਹਦੇ ਵਿੱਚ ਜੇ ਅਸੀਂ ਸੰਭਲ ਜਾਵਾਂਗੇ ਤਾਂ ਜਲਦੀ ਠੀਕ ਹੋ ਜਾਵਾਂਗੇ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤਿਸ ਜੋਹਾਰੀ ਸਵਸਤ ਤਿਸ ਤਿਸ ਦੀਵਾਨ ਅਭਗ, ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਤੋ ਬਾਣੀ ਗੁਰੂ ਸਾਹਿਬ ਦੀ ਜਿਹੜੀ ਹੈ ਉਹਦੇ ਨਾਲ ਜੁੜ ਕੇ ਅਸੀਂ ਸੱਚੀ ਮੁੱਚੀ ਸਾਨੂੰ ਵਾਤਾਵਰਣ ਦੀ ਚਿੰਤਾ, ਗਰੀਬਾਂ ਦੀ ਚਿੰਤਾ ਔਰ ਸ਼ੁੱਧਤਾ ਦੀ ਚਿੰਤਾ, ਕੁਆਲਿਟੀ ਪ੍ਰੋਡਕਟਸ ਜਿਹੜੇ ਨੇ ਉਹਦੀ ਚਿੰਤਾ ਸਾਨੂੰ ਕਰਨੀ ਚਾਹੀਦੀ ਹੈ। ਬਾਣੀ ਦੀ ਬਹੁਤ ਸਾਰੀਆਂ ਬਸੰਤ ਰਾਗ ਦੇ ਵਿੱਚ, ਕਿਉਂਕਿ ਬਾਣੀ ਤੇ ਤੁਸੀਂ ਰਸੀਏ ਬੈਠੇ ਹੋ, ਅਸੀਂ ਜਿਹੜਾ 12ਵਾਂ ਤੁਖਾਰੀ ਹੈ, ਸਾਡੇ ਕੋਲ ਵੀਸੀ ਸਾਹਿਬ ਬੈਠੇ ਨੇ, ਉਹਨਾਂ ਦੀ ਪਹੁੰਚ ਵੀ ਹੈ। ਤਾਂ ਜ਼ਰੂਰ ਘੱਟੋ ਘੱਟ ਇਸ ਗੁਰਪੁਰਬ ਤੋਂ ਲੈ ਕੇ ਘੱਟੋ ਘੱਟ 2020 ਤੱਕ ਦਾ ਜਿਹੜਾ ਗੁਰਪੁਰਬ ਆਏਗਾ, ਕੱਤਕ ਦੀ ਸੰਗਰਾਂਦ ਆਏਗੀ, ਉੱਥੋਂ ਤੱਕ 12ਵਾਂ ਤੁਖਾਰੀ ਦੇ ਵਿੱਚੋਂ ਵੀ 12ਵਾਂ ਮਾਝ ਦੇ ਨਾਲ ਨਾਲ ਜ਼ਰੂਰ ਪੜ੍ਹਨਾ ਚਾਹੀਦਾ। ਜਿਹੜੇ 4 ਸ਼ਬਦ ਨੇ ਉਹ ਰਾਗੀ ਸਿੰਘ ਕੀਰਤਨ ਕਰਨ, ਆਖਰੀ ਵੀ ਜਿਹੜਾ ਉਹ ਕੀਰਤਨ ਕੀਤਾ ਜਾਵੇ, ਲੇਕਿਨ 12ਵਾਂ ਮਾਝ ਦੇ ਨਾਲ ਨਾਲ ਜੋ 12ਵਾਂ ਤੁਖਾਰੀ ਤੇ ਜਿਹੜੀ ਹੈਗਾ ਹਰ ਸੰਗਰਾਂਦ ਦੇ ਉੱਤੇ ਨੂੰ ਜ਼ਰੂਰ ਪੜ੍ਹਿਆ ਜਾਵੇ। ਤੋ ਬਹੁਤ ਵਧੀਆ ਅਖੰਡ ਕੀਰਤਨ ਜੱਥੇ ਵਿੱਚ ਇਹ ਜ਼ਿਆਦਾ ਸ਼ਬਦ ਪੜ੍ਹਦੇ ਨੇ। ਬਾ ਬੀਹਾ ਪ੍ਰਿਯੋ ਬੋਲੇ ਕੋਕਿਲ ਬਾਣੀਆ, ਸਾਧਨ ਸਭ ਰਸ ਚੋਲੇ ਅੰਕ ਸਮਾਣੀਆ। ਬਹੁਤ ਸ਼ਬਦ ਨੇ, ਤੁਸੀਂ ਸਾਰੇ ਜਾਣਦੇ ਹੋ। ਤੋ ਗੁਰੂ ਨਾਨਕ ਸਾਹਿਬ ਜੀ ਦਾ ਜਿੰਨੀ ਨੇੜਤਾ ਕੁਦਰਤ ਦੇ ਨਾਲ ਰਹੀ ਹੈ, ਜਿਸ ਹਿਸਾਬ ਨਾਲ ਅਸੀਂ ਸਾਵਨ ਸਰਸ ਮਨਾ ਕਣ ਵਰਸੈ ਰੁੱਤ ਆਏ ਪੜ੍ਹਦੇ ਹਾਂ, ਉਹ ਜਦੋਂ ਕਹਿੰਦੇ ਨੇ ਕਿ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਕਾਪੜ ਤਨ ਨਾ ਸੁਖਾਵੇ, ਉਹ ਸਾਨੂੰ ਉਹ ਚੀਜ਼ ਮਹਿਸੂਸ ਨਹੀਂ ਹੁੰਦੀ। ਸਾਨੂੰ ਇਹ ਕਦੀ ਨਹੀਂ, ਗੁਰੂ ਨਾਨਕ ਸਾਹਿਬ ਦੀ ਬਾਣੀ ਅਸੀਂ ਸਬਜੈਕਟਿਵ ਤੌਰ 'ਤੇ ਕਦੀ ਨਹੀਂ ਇਹ ਪੜ੍ਹਦੇ। ਮੈਂ ਬੰਜਾਰਨ ਰਾਮ ਕੀ ਤੇਰਾ ਨਾਮ ਵੱਖਰ ਵਪਾਰ ਜੀ, ਜਾਂ ਕੋਕਿਲ ਹੋਵਾਂ ਅੰਬ ਬਸਾਂ, ਜਾਂ ਧਰ ਵਸਾਂ, ਹਾਂਜੀ, ਉਹ ਸਾਰਾ ਕੁਛ ਜਿਹੜਾ ਸਾਨੂੰ ਕਿਉਂ ਨਹੀਂ ਅਸੀਂ ਮਹਿਸੂਸ ਕਰਦੇ। ਉਹ ਅਵਸਥਾ ਸਾਡੇ ਵਿੱਚ ਜਦੋਂ ਆਏਗੀ, ਹੋ ਸਕਦਾ 600 ਸਾਲਾਂ ਤੱਕ ਜੇ ਇਸ ਪਾਸੇ ਤੁਰੀਏ ਤਾਂ ਨੌਜਵਾਨ ਬੱਚੇ ਜਿਹੜੇ ਨੇ ਇਹਨਾਂ ਦੇ ਵਿੱਚੋਂ ਅਵਸਥਾ ਆ ਜਾਵੇ। ਕਿਤੇ ਕਿਤੇ ਕੀਰਤਨ ਦੇ ਵਿੱਚ ਮਹਿਸੂਸ ਕਰਦੇ ਹਾਂ ਕਿ ਕੁਝ ਜਿਹੜੇ ਨੇ ਸਿੰਘ ਸਿੰਘਣੀਆਂ ਉਹ ਇਸ ਅਵਸਥਾ ਨੂੰ ਪੁੱਜਦੇ ਲੱਗਦੇ ਨੇ, ਲੇਕਿਨ ਬਾਕੀ ਜਿਹੜਾ ਸਾਡਾ ਉਹ ਗਾਇਨ ਦੇ ਰੂਪ ਵਿੱਚ ਹੀ ਉਹ ਚੀਜ਼ ਰਹਿ ਜਾਂਦੀ ਹੈ। ਤੋ ਬਸੰਤ ਦੇ ਅਸੀਂ ਸ਼ਬਦ ਪੜ੍ਹਦੇ ਹਾਂ, ਵਿਸਾਖ ਭਲਾ, ਇਹ ਸਾਰਾ ਟਾਈਮ ਹੋਰ ਲੱਗ ਜਾਏਗਾ ਬਹੁਤ ਸਾਰਾ। ਮੈਂ ਸਿਰਫ 1-2 ਬੇਨਤੀਆਂ ਅਖੀਰ 'ਤੇ ਹੀ ਕਰਨੀ ਹੈ ਕਿ ਅਸੀਂ ਜਪਜੀ ਸਾਹਿਬ ਜਦੋਂ ਪੜ੍ਹਦੇ ਹਾਂ ਤਾਂ ਕੇਤਾ ਤਾਣ ਸਵਾਲਿਓ ਰੂਪ, ਜਦੋਂ ਪਾਠ ਜ਼ਿਆਦਾ ਕਰਨ ਦੀ ਰੀਤ ਚੱਲ ਗਈ ਹੈ, ਅੱਜ ਕੱਲ੍ਹ ਵੀ ਚੱਲਦੀ ਪਈ ਹੈ ਵੀ ਰੋਜ਼ 5-5 ਪਾਠ ਕਰੋ, ਕੋਈ ਕਹਿੰਦਾ 10 ਪਾਠ ਕਰੋ, ਉਹਦੀ ਗਿਣਤੀ ਮੈਸੇਜ ਭੇਜੋ, ਉਹ ਫਿਰ 1 ਲੱਖ ਪਾਠ ਹੋ ਜਾਏਗਾ, ਫਿਰ 1.25 ਲੱਖ ਹੋ ਜਾਏਗਾ। ਇਹਦੇ ਨਾਲ ਕੀ ਹੋਏਗਾ? ਇਹ ਫਿਰ ਮੈਸੇਜ ਭੇਜ ਕੇ ਖੁਸ਼ ਹੋਣਗੇ ਵੀ ਇੰਨੇ ਪਾਠ ਅਸੀਂ ਕਰ ਲਏ ਨੇ। ਮੈਂ ਕਹਿੰਦਾ ਪਾਠ ਇੱਕ ਕਰਕੇ ਦੂਜਾ ਪਾਠ ਸ਼ੁਰੂ ਕਰੋ, ਉਹਨੂੰ ਰੁਕ ਜਾਓ, ਇੱਕ ਪੌੜੀ 'ਤੇ ਰੁਕਦੇ ਜਾਓ, ਦੂਜੀ 'ਤੇ ਰੁਕਦੇ ਜਾਓ। ਦਿੱਲੀ ਜਾਣ ਵਾਲੇ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਕੀ ਲੰਘ ਗਿਆ, ਕਹਿੰਦੇ ਦੁਰਾਹਾ ਲੰਘ ਗਿਆ, ਖੰਨਾ ਲੰਘ ਗਿਆ, ਉਹ ਗੋਬਿੰਦਗੜ੍ਹ ਲੰਘ ਗਿਆ, ਹਾਂਜੀ, ਸਰਹੰਦ ਲੰਘ ਗਿਆ, ਕਰਨਾਲ ਲੰਘ ਗਿਆ, ਉਹ ਹਵੇਲੀ ਲੰਘ ਗਈ। ਐਂ ਹੀ ਅਸੀਂ ਕਹਿੰਦੇ ਹਾਂ ਆ ਜੇਜ ਗੁਚਾਰੇ ਵਾਲਾ ਲੰਘ ਗਿਆ, ਉਹ ਪੰਜ ਪ੍ਰਧਾਨ ਲੰਘ ਗਿਆ, ਹਾਂਜੀ, ਅਤੇ ਸਾਰੇ ਲੰਘੀ ਜਾਂਦੇ ਲੰਘੀ ਜਾਂਦੇ ਲੰਘੀ ਜਾਂਦੇ। ਅਸੀਂ ਤਾਂ ਰੁਕੇ ਹੀ ਕਿਤੇ ਨਹੀਂ। ਸਾਨੂੰ ਕੀ ਪਤਾ ਕਰਨਾਲ ਦੇ ਅੰਦਰ ਕੀ ਹੈ ਅਤੇ ਪਾਣੀਪਤ ਦੇ ਅੰਦਰ ਜਾ ਕੇ ਕੀ ਹੈ। ਇਸ ਕਰਕੇ ਬਾਣੀ ਜਿਹੜੀ ਹੈ ਨਾ, ਉੱਥੇ ਰੁਕਣਾ ਚਾਹੀਦਾ। ਕੇਤਾ ਤਾਨ ਸਵਾਲਿਓ ਰੂਪ, ਇਹ ਅਸੀਂ ਮਹਿਸੂਸ ਹੀ ਕਦੀ ਨਹੀਂ ਕੀਤਾ ਵੀ ਵਾਹਿਗੁਰੂ ਦਾ ਕਿੰਨਾ ਤਾਣ ਹੈ ਅਤੇ ਕਿੰਨਾ ਉਹਦਾ ਸੁੰਦਰ ਰੂਪ ਹੈ। ਕਦੀ ਅਸੀਂ ਰੁਕੇ ਹੀ ਨਹੀਂ ਇੱਥੇ। ਜਦੋਂ ਅਸੀਂ ਪੜ੍ਹਦੇ ਹੋਈਏ ਕਿ ਸਤ ਸੁਹਾਨ ਸਦਾ ਮਨ ਚਾਓ, ਇਹ ਸਾਡੇ ਮਨ ਦੇ ਵਿੱਚ ਕਦੀ ਉਹ ਭਾਵਨਾ ਨਹੀਂ ਆਉਂਦੀ। ਤੋ ਸਾਨੂੰ ਜਿਹੜਾ ਪ੍ਰਿੰਸੀਪਲ ਸੁਰਜੀਤ ਸਿੰਘ ਭਾਟੀਆ ਜਿਹੜੇ ਨੇ, ਉਹ ਜੋਗ੍ਰਾਫੀ ਦੇ ਪ੍ਰੋਫੈਸਰ ਰਹੇ ਨੇ, ਉਹਨਾਂ ਦੀ ਗੱਲ ਕਰਕੇ ਮੈਂ ਖਿਮਾ ਮੰਗਾਂਗਾ ਕਿ ਉਹਨਾਂ ਨੇ ਕਹਿੰਦੇ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਅਸੀਂ ਜੋਗ੍ਰਾਫੀ ਪੜ੍ਹਦੇ ਹਾਂ, ਬੱਚੇ ਹੁਣ ਗ੍ਰਹਿਆਂ ਅਤੇ ਉਪਗ੍ਰਹਿਆਂ ਬਾਰੇ ਪੜ੍ਹਨ ਲੱਗ ਗਏ ਨੇ, ਗਲੈਕਸੀਆਂ ਬਾਰੇ ਪੜ੍ਹਨ ਲੱਗ ਗਏ ਨੇ। ਇਹ ਸਾਰੇ ਕੁਛ ਦਾ ਬੈਕਅਪ ਜਿਹੜਾ ਤੁਹਾਡੇ ਮਨ ਵਿੱਚ ਹੋਵੇ, ਸਾਰੀ ਸ੍ਰਿਸ਼ਟੀ ਦਾ, ਅਤੇ ਇਸ ਦੀ ਨੌਲੇਜ ਤੁਹਾਡੇ ਮਨ ਵਿੱਚ ਹੋਵੇ, ਫਿਰ ਤੁਹਾਨੂੰ ਉਹਦੀ ਧੜਕਣ ਦਾ ਪਤਾ ਲੱਗੇ ਵੀ ਕਿਸ ਤਰ੍ਹਾਂ ਉਹ ਹਰ ਚੀਜ਼ ਜਿਹੜੀ ਹੈ ਧੜਕ ਰਹੀ ਹੈ, ਹਰ ਚੀਜ਼ ਕਿਸ ਤਰ੍ਹਾਂ ਮੂਵਮੈਂਟ ਕਰ ਰਹੀ ਹੈ। ਤੁਸੀਂ ਆਪਣੇ ਆਪ ਨੂੰ ਉਹਦੇ ਨਾਲ ਆਇਡੈਂਟੀਫਾਈ ਕਰੋ ਵੀ ਉਹਦਾ ਅਸੀਂ ਛੋਟਾ ਜਿਹਾ ਅੰਸ਼ ਆ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਹਦੇ ਵਿੱਚ ਅੰਸ਼ ਸਮਝ ਕੇ ਤੁਹਾਡਾ ਹਾਰਟ ਜਿਸ ਤਰ੍ਹਾਂ ਧੜਕ ਰਿਹਾ, ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਧੜਕ ਰਹੀ ਹੈ। ਫਿਰ ਤੁਸੀਂ ਸਿਮਰਨ ਦੇ ਵਿੱਚ ਜੁੜੋ
ਤਾਂ ਤੁਸੀਂ ਉਹਦੇ ਨਾਲ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਸਕਦੇ ਹੋ, ਫਿਰ ਤੁਸੀਂ ਉਹਦੀ ਹਾਨੀ ਨਹੀਂ ਕਰੋਗੇ। ਮੈਂ ਸਮਝਦਾ ਗੁਰੂ ਨਾਨਕ ਸਾਹਿਬ ਵਾਂਗੂ ਸਾਨੂੰ ਵੀ ਆਪਣੇ ਕੋਲ ਜਿਹੜਾ ਨਾ ਅਸੀਂ ਜ਼ਰੂਰ ਕੋਈ ਚੀਜ਼ ਐਸੀ ਕੁਦਰਤ ਦੀ ਰੱਖਣੀ ਚਾਹੀਦੀ ਹੈ ਤਾਂ ਕਿ ਕੁਦਰਤ ਨਾਲ ਜੁੜੇ ਰਹੀਏ। ਜਦੋਂ ਉਹਨਾਂ ਨੇ ਦੁੱਧ ਦਾ ਕਟੋਰਾ ਦਿੱਤਾ ਸੀ ਬਾਬਾ ਜੀ ਨੂੰ, ਤੇ ਬਾਬਾ ਜੀ ਨੇ ਕੀ ਕੀਤਾ ਸੀਗਾ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ। ਜਾਦੂ ਨਾਲ ਨਹੀਂ ਸੀ ਉਹਨਾਂ ਨੇ ਕੀਤੀ ਵੀ ਆਹ ਚਮੇਲੀ ਆ ਗਈ, ਐ ਨਹੀਂ, ਬਗਲ ਦੇ ਵਿੱਚੋਂ ਚਮੇਲੀ ਕੱਢ ਕੇ ਉਹਨਾਂ ਨੇ ਦੁੱਧ ਵਿੱਚ ਰੱਖੀ ਸੀਗੀ। ਫੁੱਲਾਂ ਨਾਲ ਉਹਨਾਂ ਦਾ ਪਿਆਰ ਸੀਗਾ। ਔਰ ਸਾਨੂੰ ਜਿਹੜਾ ਡਿਵਾਈਨ ਟੂਰਿਜ਼ਮ ਉਹ ਲਾਗੂ ਕਰਨਾ ਚਾਹੀਦਾ। VC ਸਾਹਿਬ ਬੈਠੇ ਨੇ, SP ਸਿੰਘ ਜੀ, ਇਹਨਾਂ ਨੇ ਅੰਮ੍ਰਿਤਸਰ ਯੂਨੀਵਰਸਿਟੀ 'ਚ ਪੰਜਾਬ ਪਿੰਡ ਜਿਹੜਾ ਉਹ ਵੀ ਵਸਾਇਆ ਸੀ ਉੱਥੇ। ਇਸ ਤਰ੍ਹਾਂ ਹੋਰ ਬੜੀਆਂ ਥਾਵਾਂ ਦੇ ਉੱਤੇ ਹੁਣ ਥੋੜ੍ਹਾ ਚੱਲ ਰਿਹਾ। ਸਾਨੂੰ ਡਿਵਾਈਨ ਟੂਰਿਜ਼ਮ ਦੇ ਉੱਤੇ ਕੰਮ ਕਰਨਾ ਚਾਹੀਦਾ। ਉੱਥੇ ਨਾਲ ਬਿਰਖ ਹੋਣ, ਰੁੱਖ ਹੋਣ, ਅਤੇ ਟੂਰਿਜ਼ਮ ਲਾਈਨ ਦੇ ਨਾਲ ਜਿਹੜੇ ਨੇ ਰੁੱਖ ਲੱਗੇ ਹੋਣ। ਤੋ ਆਪ ਸਾਰੇ ਆਪਾਂ ਬਾਣੀ ਨਾਲ ਜੁੜ ਕੇ ਵਾਤਾਵਰਨ ਦੀ ਜਿਹੜੀ ਸੰਭਾਲ ਕਰ ਸਕੀਏ, ਘਰਾਂ ਤੋਂ, ਪਰਿਵਾਰਾਂ ਤੋਂ ਸ਼ੁਰੂ ਕਰਕੇ। ਖਾਸ ਤੌਰ 'ਤੇ ਜਿਹੜਾ ਬਿਜ਼ਨਸ ਕਮਿਊਨਿਟੀ ਹੈ ਲੁਧਿਆਣੇ ਦੇ ਵਿੱਚ ਬੈਠੀ ਹੈ, ਉਹਦੇ ਵਿੱਚ ਬਹੁਤ ਸਾਰੇ ਡਾਈਂਗ ਦੀ ਇੰਡਸਟਰੀ ਜਿਹੜੀ ਬੁੱਢੇ ਨਾਲੇ ਨੂੰ ਗੰਦਾ ਕਰ ਰਹੀ ਹੈ, ਉਹ ਲੋਕ ਕਿਸੇ ਨਾ ਕਿਸੇ ਤਰ੍ਹਾਂ ਅਰੇਂਜ ਕਰਕੇ ਅਤੇ ਉਸ 'ਤੇ ਪਲਾਂਟ ਆਪਣੇ ਚਲਾਉਣ ਲਈ ਪੈਸਾ ਨਹੀਂ ਖਰਚ ਕਰਨਾ ਚਾਹੁੰਦੇ। ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ 5 ਅਖੰਡ ਪਾਠ ਸਾਲ 'ਚ ਕਰਾਉਂਦੇ ਹੋਣ, ਭਾਵੇਂ 10 ਕਰਾਉਂਦੇ ਹੋਣ, ਭਾਵੇਂ ਜਗਰਾਤੇ ਕਰਾਉਂਦੇ ਹੋਣ, ਭਾਵੇਂ ਵੈਸ਼ਨੋ ਦੇਵੀ ਜਾਂਦੇ ਹੋਣ, ਪ੍ਰੋਫਿਟ ਦੇ ਕਰਕੇ ਉਹ ਬੰਦੇ ਪਲਾਂਟ ਲਈ ਪੈਸੇ ਨਹੀਂ ਖਰਚ ਕਰਦੇ। ਉਹ ਕਹਿੰਦੇ ਨੇ ਵੀ ਹੇਰਾ ਫੇਰੀ ਤੋਂ ਬਿਨਾਂ, ਬਾਬਾ ਜੀ ਕਹਿੰਦੇ ਲਿਖ ਗਏ ਨੇ, ਪਾਪਾਂ ਬਾਝੋਂ ਹੋਵੇ ਨਾਈ, ਮੋਇਆ ਸਾਸ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਤ ਸਿੰਘ ਜੀ। 5 ਮਿੰਟ ਮਿਲੇ ਨੇ ਜੀ। ਇਹਨਾਂ ਨੇ ਕਿਹਾ ਕੋਈ ਨਹੀਂ, ਪਹਿਲਾਂ ਮੈਨੂੰ ਫੋਨ 'ਤੇ ਕਿਹਾ ਹੋਇਆ 5 ਗੱਲਾਂ ਮੈਂ ਕਰਾਂਗਾ, ਪਰ ਪਹਿਲਾਂ ਸਾਰੇ ਆਪਣੇ ਹੱਥ ਖਾਲੀ ਕਰ ਲਓ ਜੀ। ਬੜੀ ਜ਼ੋਰ ਦੀ ਤਾੜੀਆਂ ਵਜਾਣੀਆਂ ਨੇ, ਮੈਂ ਦੱਸ ਦੇਣਾ ਕਾਹਦੇ ਵਾਸਤੇ ਜੀ। ਇੰਨੀ ਵਧੀਆ ਰਿਪੋਰਟ ਪੇਸ਼ ਹੋਈ ਗੁਰਮਤਿ ਬਾਲ ਸਭਾ ਦੀ, ਤਾੜੀਆਂ ਬੜੀਆਂ ਘੱਟ ਵੱਜੀਆਂ। ਹਾਲੀ ਮੈਂ ਕਹਿਣਾ ਸੀ ਜੀ, ਅਗਲੀ ਗੱਲ, ਵਿਸ਼ਾ ਕਿੱਡਾ ਵਧੀਆ ਰੱਖਿਆ ਜੀ। ਕਿੰਨੀ ਵਾਰੀ ਅਸੀਂ ਪੁਰਬ ਮਨਾਇਆ, ਇਹ ਵਿਸ਼ਾ ਸੋਚਿਆ ਹੀ ਨਹੀਂ। ਉਸ ਤੋਂ ਬਾਅਦ ਇਹ ਪਰਿਵਾਰ, ਡਾਕਟਰ ਦਰਸ਼ਨਜੋਤ ਕੌਰ ਜੀ, ਮੈਡਮ ਪ੍ਰਭਜੋਤ ਕੌਰ ਜੀ, ਸਰਬਜੋਤ ਕੌਰ ਜੀ, ਪਰਮਜੀਤ ਸਿੰਘ ਜੀ, ਇਹ ਸਾਰਾ ਪਰਿਵਾਰ, ਔਰ ਫਿਰ ਇਸ ਪਰਿਵਾਰ ਵਿੱਚ ਅੱਗੋਂ ਚੱਲ ਰਹੀ ਗੱਲ ਡਾਕਟਰ ਅਰਸ਼ਦੀਪ ਸਿੰਘ ਅਤੇ ਬਾਕੀ ਸਾਰੇ ਬੱਚਿਆਂ ਦੇ ਰੂਪ ਦੇ ਵਿੱਚ। ਔਰ ਅੱਜ ਦਾ ਜਿਹੜਾ ਵਿਸ਼ਾ ਨਿਭਾਇਆ ਵੀਰ ਜੀ ਨੇ, ਡਾਕਟਰ ਬੀਰ ਬਿਕਰਮ ਸਿੰਘ ਜੀ ਨੇ, ਔਰ ਪੈਸ ਸਾਹਿਬ ਨੇ ਗੱਲ ਕੀਤੀ ਹੈ। ਮੈਂ ਚਾਹੁੰਦਾ ਸੀ ਪੰਜਾਂ ਲਈ ਇਕੱਠੀ ਤਾਲੀ ਹੋਵੇ, ਪਰ ਜਿਹੜੀ ਤੁਸੀਂ ਵਜਾਈ ਹੈ ਇਹਨਾਂ ਲਈ ਮੰਨ ਲਓ, ਨਹੀਂ ਤਾਂ ਮੈਨੂੰ ਸਮਾਂ ਹੋਰ ਦੇ ਦਿਓ ਅਤੇ ਮੈਂ ਹੋਰ ਵਜਾ ਲਾਂ ਜੀ। ਨਹੀਂ ਦਿੰਦਾ ਜੀ, ਕੋਈ ਗੱਲ ਨਹੀਂ ਜੀ। ਮੈਨੂੰ ਅਗਲੀ ਗੱਲ ਇਹ ਲੱਗਦੀ ਹੈ ਜੀ, ਦੂਸਰੀ ਗੱਲ ਬੜੀ ਜ਼ਰੂਰੀ, ਕਿ ਆਪਾਂ ਇੱਕ ਇੱਕ ਕਰਕੇ ਕਹੀਏ ਵੀ ਇਹ ਨਾ ਕਰੋ, ਇਹ ਬਚਾਓ, ਇਹ ਬਚਾਓ, ਇਹ ਬਚਾਓ। ਇਹ ਵੀ ਅਪਰੋਚ ਕਰਨੀ ਚਾਹੀਦੀ ਹੈ, ਪਰ ਸਭ ਤੋਂ ਵਧੀਆ ਅਪਰੋਚ ਹੈ ਜੇ ਅਸੀਂ ਰੂਹਾਨੀਅਤ ਨਾਲ ਜੁੜ ਗਏ ਨਾ, ਜੇ ਅਸੀਂ ਸਪਿਰਿਚੁਅਲ ਹੋ ਗਏ, ਅਸੀਂ ਫਿਰ ਇਹ ਵਾਤਾਵਰਨ ਕੀ, ਅਸੀਂ ਕਿਸੇ ਦਾ ਹਿਰਦਾ ਵੀ ਨਹੀਂ ਦੁਖਾਵਾਂਗੇ। ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ। ਮੈਂ ਕਦੇ ਆਪਣੀ ਕਾਰ ਗਲਤ ਥਾਂ 'ਤੇ ਪਾਰਕ ਨਹੀਂ ਕਰਾਂਗਾ, ਮੈਂ ਕਦੇ ਕੋਈ ਇਹੋ ਜਿਹੀ ਚੀਜ਼ ਨਹੀਂ ਕਰਾਂਗਾ। ਸੋ ਮੈਨੂੰ ਲੱਗਦਾ ਇਸ ਵੇਲੇ ਸਭ ਤੋਂ ਵੱਡਾ ਕ੍ਰਾਈਸਿਸ ਹੈ ਕਿ ਜਦੋਂ ਦੋ ਗੁਰਸਿੱਖ ਮਿਲਦੇ ਨੇ, ਉਹ ਪੋਲੀਟਿਕਸ ਡਿਸਕਸ ਕਰਦੇ ਨੇ। ਉਹ ਰੂਹਾਨੀਅਤ ਕਿਉਂ ਨਹੀਂ ਡਿਸਕਸ ਹੋ ਰਹੀ, ਸ਼ਬਦ ਕਿਉਂ ਨਹੀਂ ਡਿਸਕਸ ਹੋ ਰਿਹਾ, ਕੋਈ ਨਾਮ ਦੀਆਂ ਗੱਲਾਂ ਕਿਉਂ ਨਹੀਂ ਡਿਸਕਸ ਹੋ ਰਹੀਆਂ। ਇਹ ਰੀਅਲ ਕ੍ਰਾਈਸਿਸ ਹੈ, ਸਾਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੋਏਗੀ। ਔਰ ਇਹਦੇ ਕਰਕੇ, ਇਹਦੀ ਘਾਟ ਕਰਕੇ ਹੀ ਸਾਡੀ ਥਾਟ ਐਕਸਪਲੋਇਟੇਟਿਵ ਹੋ ਗਈ ਹੈ। ਹਰ ਚੀਜ਼ ਨੂੰ ਅਸੀਂ ਐਕਸਪਲੋਇਟ ਕਰ ਰਹੇ ਹਾਂ। ਔਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹਦੇ ਵਿੱਚ ਜਿਹੜੀ ਹੈ ਕੰਜ਼ਿਊਮਰਿਜ਼ਮ, ਗਲੋਬਲਾਈਜੇਸ਼ਨ ਆਈ ਹੈ, ਲਿਬਰਲਾਈਜੇਸ਼ਨ ਤੋਂ ਬਾਅਦ ਪ੍ਰਾਈਵੇਟਾਈਜੇਸ਼ਨ, LPG, ਇੱਕ ਤਾਂ ਸਾਡਾ ਸਿਲੰਡਰ ਹੈ ਨਾ, ਇੱਕ ਹੈ LPG ਹੈ। ਉਹ LPG ਨਾਲ ਤਾਂ ਘਰ ਚੰਗਾ ਚੱਲਦਾ ਜੀ, ਇਸ LPG ਨਾਲ ਸਾਡੀ ਥਾਟ ਵਿਗੜ ਗਈ ਹੈ। ਸਾਨੂੰ ਕੰਜ਼ਿਊਮਰਿਜ਼ਮ ਤੋਂ ਬਚਣ ਦੀ ਲੋੜ ਹੈ। ਔਰ ਅਸੀਂ ਆਪਣੇ PAU ਦਾ ਪ੍ਰੋਜੈਕਟ, ਜਿਹੜਾ ਫਾਰਮਰਸ ਸੁਸਾਈਡ ਪ੍ਰੀਵੈਂਸ਼ਨ ਦਾ ਉਤਸ਼ਾਹ ਪ੍ਰੋਜੈਕਟ ਹੈ, ਉਹਦੇ 'ਚ ਇੱਕ ਨਾਅਰਾ ਦਿੱਤਾ ਹੈ ਕਿ ਬਾਜ਼ਾਰ ਜਾਈਏ ਅਤੇ ਉਹ ਚੀਜ਼ ਖਰੀਦੀਏ ਜੋ ਘਰੋਂ ਸੋਚ ਕੇ ਗਏ ਹਾਂ। ਜਿਹੜੀ ਬਾਜ਼ਾਰ ਜਾ ਕੇ ਅਸੀਂ ਦੇਖ ਕੇ ਲੈ ਲੈਂਦੇ ਹਾਂ ਨਾ, ਉਹ ਅਸਲ ਵਿੱਚ ਸਾਡੀ ਨੀਡ ਨਹੀਂ ਹੈ, ਉਹ ਉਹਨਾਂ ਦੀ ਇਸ਼ਤਿਹਾਰਬਾਜ਼ੀ ਦਾ ਕਮਾਲ ਹੈ। 2 ਦੇ ਨਾਲ 1 ਫ੍ਰੀ ਜੇ, ਇਹ ਵੀ ਲੈ ਜਾਓ, ਇਹ ਵੀ ਲੈ ਜਾਓ, ਐਡੀ ਵੱਡੀ ਹੋਰਡਿੰਗ ਲੱਗੀ ਹੋਈ ਹੈ, ਉਹ ਸਾਨੂੰ ਖਿੱਚ ਰਹੀ ਹੈ। ਇਹ ਐਕਸਪਲੋਇਟੇਟਿਵ ਕਲਚਰ, ਐਡਵਰਟੀਜ਼ਮੈਂਟ ਦਾ ਕਮਾਲ ਹੈ, ਜਿਹਦੇ ਨਾਲ ਅਸੀਂ ਲੁੱਟੇ ਜਾ ਰਹੇ ਹਾਂ। ਸਾਨੂੰ ਇਸ ਤੋਂ ਬਚਣ ਦੀ ਲੋੜ ਹੈ।
ਕਈ ਕਹਿੰਦੇ ਨੇ ਜੀ ਇਸ ਤਰ੍ਹਾਂ ਤੁਸੀਂ ਕਹੋਗੇ ਜੀ ਸਹਿਜ ਵਾਲਾ ਸਾਰਾ, ਤੇ ਫਿਰ ਇਕਨੋਮਿਕ ਵਿਕਾਸ ਨਹੀਂ ਹੋਏਗਾ। ਅਸੀਂ ਨਾਰਾ ਯੂਨੀਵਰਸਿਟੀ ਵੱਲੋਂ ਦਿੱਤਾ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਲੋਕੀ ਕਹਿੰਦੇ ਨਹੀਂ ਜੀ ਅਸੀਂ ਵਿਆਹ 'ਤੇ ਨਹੀਂ ਖਰਚ ਕਰਨਾ, ਤੇ ਕਿੱਥੇ ਖਰਚ ਕਰਨਾ ਹੈ। ਪਰ ਸੱਚ ਜਾਣਿਓ, ਇਹ ਐਕਸਪਲੋਇਟੇਸ਼ਨ ਦਾ ਇੱਕ ਸਿਸਟਮ ਹੈ। ਸਾਡੇ ਇਕੋਨੋਮਿਸਟਾਂ ਨੂੰ ਇਹਦੇ ਬਾਰੇ ਸੋਚਣਾ ਪਵੇਗਾ। ਅਸਲ ਗਹਿਣਾ ਹੈ ਉਹ ਸਾਦਗੀ ਵਿੱਚ ਰਹਿਣਾ ਹੈ। ਜੋ ਸਾਦਗੀ ਵਿੱਚ ਆਨੰਦ ਹੈ ਉਹ ਵਿਖਾਵੇ ਵਿੱਚ ਆਨੰਦ ਨਹੀਂ ਹੈ। ਸਾਨੂੰ ਆਪਣੇ ਸਮਾਜ ਨੂੰ ਇਹਦੇ ਵੱਲ ਮੋੜਨਾ ਪਏਗਾ। ਔਰ ਤੁਸੀਂ ਦੇਖੋ ਸਾਡੇ ਦੇਸ਼ ਵਿੱਚ ਹਾਲੀ ਵੀ GDP ਦੀਆਂ ਗੱਲਾਂ ਹੁੰਦੀਆਂ ਨੇ, ਵੈਸਟ ਵਿੱਚ GDH ਦੀ ਗੱਲ ਹੋ ਰਹੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਿਊਸ ਨਹੀਂ, ਉਹ ਕਹਿ ਰਹੇ ਨੇ ਗ੍ਰੋਸ ਡੋਮੈਸਟਿਕ ਹੈਪੀਨੈਸ। ਸਾਡੇ ਕੰਟਰੀਮੈਨ, ਸਾਡੇ ਸਿਟੀਜ਼ਨਸ ਦੀ ਹੈਪੀਨੈਸ ਦਾ ਜਿਹੜਾ ਇੰਡੈਕਸ ਹੈ ਉਹ ਵੱਧ ਰਿਹਾ ਕਿ ਘਟ ਰਿਹਾ, ਉਹ ਇਹਦੇ ਬਾਰੇ ਸੋਚ ਰਹੇ ਨੇ। ਪਰ ਸਾਡੇ ਹਾਲੀ ਵੀ ਐਕਸਪਲੋਇਟੇਸ਼ਨ ਤੇ ਅਸੀਂ ਜ਼ਿਆਦਾ ਪ੍ਰੋਡਕਸ਼ਨ ਨੂੰ ਸਮਝ ਰਹੇ ਹਾਂ। ਜਿਹੜਾ ਮਨ ਦਾ ਆਨੰਦ ਹੈ, ਇਹਨੂੰ ਮੈਂ ਨਾਮ ਦਿੱਤਾ ਹੈ ਵਿਕਾਸ ਵਾਲਾ ਵਿਕਾਸ। ਸਾਡਾ ਹੁਣ ਜਿਹੜਾ ਵਿਕਾਸ ਹੋ ਰਿਹਾ ਹੈ ਵਿਨਾਸ਼ ਵਾਲਾ ਵਿਕਾਸ ਹੋ ਰਿਹਾ ਹੈ, ਜਿੱਥੋਂ ਅਸੀਂ ਉਹਨੂੰ ਵਾਪਸ ਮੁੜਨ ਦੀ ਸੋਚ ਰਹੇ ਹਾਂ। ਕੁਝ ਮੁੜ ਪਏ ਨੇ ਵਾਹ ਭਲਾ। ਸਾਨੂੰ ਵਿਕਾਸ ਵਾਲੇ ਵਿਕਾਸ ਦੀ ਲੋੜ ਹੈ। ਔਰ ਉਹਦੇ ਲਈ ਇੱਕ ਬੜੀ ਕਮਾਲ ਦੀ ਗੱਲ ਸਾਡੇ ਪਾਤਸ਼ਾਹ ਨੇ ਦਿੱਤੀ ਹੈ, ਵੰਡ ਛਕੋ। ਅਨਫੋਰਚੂਨੇਟਲੀ ਅਸੀਂ ਵੰਡ ਛਕੋ ਦਾ ਮਤਲਬ ਸਿਰਫ ਲੰਗਰ ਤੇ ਛਬੀਲ ਵੰਡਣਾ ਸਮਝ ਲਿਆ ਹੈ। ਮੇਰੇ ਮਨ 'ਚ ਇੱਕ ਫੁਰਨਾ ਆਇਆ, ਪਹਿਲਾਂ ਮੈਂ ਰੋਕ ਰਿਹਾ ਸੀ ਆਪਣੇ ਆਪ ਨੂੰ ਦੱਸਣ ਤੋਂ, ਪਰ ਮੈਂ ਕਿਹਾ ਨਹੀਂ ਹੁਣ ਦੱਸ ਦਈਏ ਜੀ। ਕਿਸੇ ਨੂੰ ਦੱਸੋਗੇ ਤਾਂ ਨਹੀਂ? ਚਲੋ ਜੇ ਦੱਸ ਦੇਣਾ ਕੋਈ ਗੱਲ ਨਹੀਂ ਜੀ। ਡਾਕਟਰ ਚਰਨ ਕਮਲ ਸਿੰਘ ਜੀ ਮੈਨੂੰ ਜਾਣ ਲੱਗਿਆ, ਹੁਣੇ ਮਿਲੇ ਬਾਹਰ। ਇਹਨਾਂ ਦਾ ਬੇਟਾ ਵੀਰ ਅਪਾਰ ਸਿੰਘ, ਉਹਨੇ ਸ਼ੂਜ਼ ਨਵੇਂ ਖਰੀਦੇ, 1-2 ਵਾਰੀ ਪਾਏ, ਪੈਰ ਵੱਡਾ ਹੋ ਗਿਆ। ਉਦੋਂ ਮੇਰੀ ਬੇਟੀ ਛੋਟੀ ਸੀ। ਇਹਨਾਂ ਦੇ ਬੇਟੇ ਤੋਂ ਅਸੀਂ ਇਹਨਾਂ ਦੇ ਘਰ ਜਾਂਦੇ ਸੀ, ਮੈਨੂੰ ਕਹਿੰਦੇ ਡਾਕਟਰ ਸਾਹਿਬ ਬੇਟੇ ਦੇ ਸ਼ੂਜ਼ ਲਏ ਸੀਗੇ ਤੇ ਇਹ ਛੋਟੇ ਹੋ ਗਏ ਨੇ, ਤੁਸੀਂ ਮਾਈਂਡ ਤਾਂ ਨਹੀਂ ਕਰਦੇ, ਪਾ ਲਵੋਗੇ? ਪਾਤਸ਼ਾਹ ਨੇ ਉਸ ਵੇਲੇ ਬਖਸ਼ਿਸ਼ ਕੀਤੀ। ਮੈਂ ਕਿਹਾ ਜੀ ਪਾ ਲਵਾਂਗੇ। ਜੇ ਕਿਸੇ ਦੇ ਸਕੂਲ ਦਾ ਕੋਟ ਛੋਟਾ ਹੋ ਗਿਆ, ਉਹ ਸਾਡੇ ਭੈਣ ਭਰਾ ਨੂੰ ਕਹਿੰਦਾ ਵੀ ਤੂੰ ਵਰਤ ਲੈ। ਅੱਜ ਕੱਲ੍ਹ ਅਸੀਂ ਇੰਨੀ ਆਕੜ 'ਚ ਆ ਗਏ, ਨਾ ਅਸੀਂ ਲੱਥਾ ਕੱਪੜਾ ਨਹੀਂ ਪਾਉਣਾ, ਅਸੀਂ ਕਿਉਂ ਉਹਦਾ ਲਈਏ ਜੀ। ਦਿਸ ਇਜ਼ ਇਨਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਮੈਂ ਸਾਡੀ ਚੇਅਰਸ ਖਰਾਬ ਹੋ ਗਈਆਂ, ਮੈਂ ਦੁਕਾਨਦਾਰ ਨੂੰ ਕਿਹਾ ਵੀ ਚੇਅਰ ਰਿਪੇਅਰ ਕਰਾਉਣੀ ਹੈ ਆਪਣੀ ਡਾਈਨਿੰਗ ਟੇਬਲ ਦੀ। ਕਹਿੰਦੇ ਛੱਡੋ ਜੀ ਡਾਕਟਰ ਸਾਹਿਬ, ਰਿਪੇਅਰ ਕੀ ਕਰਾਉਣੀ, ਨਵੀਂ ਲੈ ਜਾਓ। ਸਾਨੂੰ ਵੀ ਟੌਰ ਲੱਗਦੀ ਹੈ, ਹਾਂ ਵੀ ਰਿਪੇਅਰ ਨਹੀਂ ਕਰਾਉਣੀ। ਨਹੀਂ ਭਾਈ, ਇਹ ਸਾਡੀ ਫੋਕੀ ਟੌਰ ਹੈ, ਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਔਰ ਇਹ ਟ੍ਰੈਂਡ ਸ਼ੁਰੂ ਹੋ ਚੁੱਕਾ ਜੇ। ਮੈਨੂੰ ਉਸ ਆਫਿਸਰ ਨੇ ਮਨਾ ਕੀਤਾ, ਮੇਰਾ ਨਾਂ ਨਾ ਦੱਸੋ। ਉਹ ਕਹਿੰਦਾ ਜੀ ਡਾਕਟਰ ਸਾਹਿਬ ਮੇਰੇ ਅੰਦਰ 2 ਸਾਲ ਪਹਿਲਾਂ ਇਹੋ ਜਿਹੀ ਸੋਚ ਆਈ, ਮੈਂ ਹੁਣ ਆਪਣੇ ਘਰ ਸਿਰਫ 2 ਰੰਗ ਦੀਆਂ ਦਸਤਾਰਾਂ ਰੱਖੀਆਂ ਨੇ, ਬਾਕੀ ਮੈਂ ਸਭ ਕੱਢ ਦਿੱਤੀਆਂ। ਟੋਟਲ ਮੇਰੇ ਕੋਲ 4 ਦਸਤਾਰਾਂ ਨੇ, ਦੋਨੋਂ ਰੰਗਾਂ ਦੀਆਂ 2-2। ਦੂਜੀ ਗੱਲ ਕਹਿੰਦੇ ਆ ਮੈਂ ਬੂਟ ਜਿਹੜੇ ਪਾਏ ਨੇ 2 ਸਾਲ ਹੋ ਗਏ ਨੇ। ਸਾਡੀ ਨਵੀਂ ਪੀੜ੍ਹੀ ਆਉਂਦੀ ਹੈ, ਥੋੜ੍ਹੀ ਜਿਹੀ ਚੀਜ਼ ਪਾਈ ਸੁੱਟ ਦਿੱਤੀ। ਨਹੀਂ, ਆਪਣੇ ਆਲੇ ਦੁਆਲੇ ਲੱਭੀਏ ਕਿਹੜੇ ਵੀਰ ਭੈਣ ਨੇ, ਉਹਨਾਂ ਨੂੰ ਦੇਈਏ। ਅਤੇ ਪਰਸੋਂ ਹੀ ਮੈਨੂੰ ਇੱਕ ਬੜਾ ਪਿਆਰਾ ਵੀਰ ਮਿਲਿਆ, ਕਹਿੰਦਾ ਜੀ ਇੱਕ WhatsApp 'ਤੇ ਮੈਸੇਜ ਆਇਆ, ਕਿਸੇ ਨੇ ਗੁਰੂ ਨਾਨਕ ਸਾਹਿਬ ਦੇ ਪੁਰਬ 'ਤੇ 550 ਕਿਲੋ ਕੇਕ ਬਣਾਇਆ। ਕਹਿੰਦਾ ਜੀ ਮੈਨੂੰ ਬੜਾ ਵੱਟ ਚੜਿਆ, ਪਰ ਮੈਂ ਸੋਚਿਆ ਵੀ ਨਹੀਂ ਯਾਰ, ਇਹਦਾ ਹੁਣ ਮੈਂ ਕਿਵੇਂ ਟਾਕਰਾ ਕਿਵੇਂ ਕਰਾਂ, ਕਿਵੇਂ ਸਮਝਾਵਾਂ। ਕਹਿੰਦੇ ਪਤਾ ਨਹੀਂ, ਉਹ ਪੜ੍ਹਦੇ ਹੀ ਮੇਰੇ ਮਨ 'ਚ ਫੁਰਨਾ ਆ ਗਿਆ ਵੀ ਮੈਂ ਹੁਣ ਕੀ ਕਰਨਾ ਹੈ। ਘੱਟੋ ਘੱਟ 10 ਅਸਲ ਲੋੜਵੰਦ ਲੱਭਣੇ ਨੇ, ਕਾਲੀ ਨਾਲ ਵੰਡਣ ਵਾਲੇ ਨਹੀਂ, ਅਸਲ ਲੋੜਵੰਦ 10 ਲੱਭਣੇ ਨੇ, ਅਤੇ ਮੈਂ ਸਾਰਿਆਂ ਨੂੰ 550 ਰੁਪਏ ਦਿਆਂਗਾ। ਮੈਨੂੰ ਇਹ ਗੱਲ ਐਡੀ ਵਧੀਆ ਲੱਗੀ। ਜੇ ਗੁਰੂ ਨਾਨਕ ਸਾਹਿਬ ਦਾ ਵੰਡ ਛਕੋ ਅੱਜ ਅਸੀਂ ਸਾਰੇ ਅਪਣਾ ਲਈਏ ਨਾ, ਕੋਈ ਗੁਰਸਿੱਖ ਗਰੀਬ ਨਹੀਂ ਰਹੇਗਾ ਜੀ। ਅਸੀਂ ਸੈਲੀਬ੍ਰੇਸ਼ਨ ਕਰੀਏ, ਪਰ ਇੰਨੀ ਲੈਵਿਸ਼ ਸੈਲੀਬ੍ਰੇਸ਼ਨ ਗੁਰਪੁਰਬ ਦੀ ਨਾ ਕਰੀਏ ਕਿ ਸਾਡੇ ਜਿਹੜੇ ਨਾਲ ਦੇ ਵੀਰ ਭੈਣ ਨੇ ਉਹਨਾਂ ਨੂੰ ਲੋੜ ਤੋਂ ਵੀ ਉਹ ਖੁੰਝੇ ਰਹਿਣ, ਅਤੇ ਅਸੀਂ ਲੈਵਿਸ਼ਨੈਸ ਦੇ ਵਿੱਚ ਇਹਨੂੰ ਗੁਜ਼ਾਰਦੇ ਰਹੀਏ। ਔਰ ਗੁਰੂ ਨਾਨਕ ਸਾਹਿਬ ਨੇ ਸਾਨੂੰ ਟੈਂਪੋਰਲ ਅਤੇ ਸਪਿਰਿਚੁਅਲ ਦੋਨੋਂ ਸੁਨੇਹੇ ਦਿੱਤੇ ਨੇ। ਬੜੀ ਪਿਆਰੀ ਸ਼ੁਰੂਆਤ ਡਾਕਟਰ ਬੇਟੇ ਅਰਸ਼ਦੀਪ ਨੇ ਕੀਤੀ ਹੈ। ਮੈਂ ਬਹੁਤ ਸੱਚੀ ਮੈਂ ਬੇਨਤੀ ਕਰਦਾ, ਸਾਰੇ ਇੱਕ ਖਿੰਨ ਲਈ ਆਪਣੇ ਮਨ 'ਚ ਇੱਕ ਫੁਰਨਾ ਲਿਆਓ ਕਿ ਪਾਤਸ਼ਾਹ ਇਸ ਪਰਿਵਾਰ ਨੂੰ ਅਤੇ ਇਸ ਬਾਲ ਜਿਹੜਾ ਇਹ ਸੁਸਾਇਟੀ ਬਣੀ ਹੈ, ਜਿਹੜੀ ਸੇਵਾ ਕਰ ਰਹੀ ਹੈ, ਇਹ ਪਾਤਸ਼ਾਹ ਇਹ ਕੌਮ ਦੀ ਇਸੇ ਤਰੀਕੇ ਨਾਲ ਸੇਵਾ ਕਰਦੀ ਰਹੇ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕਵਲਜੀਤ ਕੌਰ ਜੀ। ਆਓ ਜੀ ਵਿਚਾਰਾਂ ਦੀ ਸਾਂਝ ਤੋਂ ਪਹਿਲੇ ਫਤਿਹ ਨਾਲ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਮੈਂ ਉੱਥੇ ਬੈਠੇ ਸੋਚ ਰਹੀ ਸੀ ਕਿ ਕੋਈ ਪੱਖ ਛੱਡਿਆ ਨਹੀਂ ਮੇਰੇ ਵੀਰਾਂ ਨੇ ਮੇਰੇ ਬੋਲਣ ਜੋਗਾ, ਕਿਉਂਕਿ ਮੁਸ਼ਕਿਲਾਂ, ਸਮੱਸਿਆਵਾਂ ਤੇ ਹੱਲ ਦੋਨਾਂ ਤੇ ਗੱਲ ਬਖੂਬੀ ਹਰ ਪੱਖ ਤੋਂ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਲਿਹਾਰੀ ਕੁਦਰਤ ਵਸਿਆ ਦਾ ਸੁਨੇਹਾ ਜਦੋਂ ਸਾਨੂੰ ਦਿੱਤਾ ਤਾਂ ਮੈਂ ਮਹਿਸੂਸ ਕੀਤਾ ਕਿ ਸਾਨੂੰ ਸਭ ਤੋਂ ਪਹਿਲੇ ਸਮਝਣਾ ਪਏਗਾ ਕੁਦਰਤ ਹੈ ਕੀ ਤੇ ਮੇਰਾ ਉਹਦੇ ਨਾਲ ਸੰਬੰਧ ਕੀ ਹੈ ਤੇ ਮੈਂ ਕਿੰਨਾ ਕੁ ਸੁਚੇਤ ਹਾਂ ਉਸ ਪ੍ਰਤੀ। ਤਾਂ ਸਤਿਗੁਰ ਪਾਤਸ਼ਾਹ ਦਾ ਇੱਕ ਫੁਰਮਾਨ ਹੈ ਜਿਹਦੇ 'ਚ ਕਹਿੰਦੇ ਨੇ, ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ। ਨਾਮ ਦਾਨ ਇਸ਼ਨਾਨ ਜਦੋਂ ਅਸੀਂ ਸਰਚਰ 'ਚ ਇਹ ਪਾਈਏ ਨਾ ਤੇ ਬਹੁਤ ਸਾਰੀਆਂ ਪੰਕਤੀਆਂ ਸਾਨੂੰ ਮਿਲਦੀਆਂ ਨੇ ਤੇ ਅਸੀਂ ਇਹਦਾ ਬਾਰੀ ਅਰਥ ਹੀ ਦੇਖ ਪਾਉਂਦੇ ਹਾਂ। ਜਦੋਂ ਇਹਨੂੰ ਹੋਰ ਗਹਿਰਾਈ ਨਾਲ ਵਾਚਣ ਦੀ ਕੋਸ਼ਿਸ਼ ਕਰੀਏ ਤੇ ਨਾਮ ਦਾ ਮਤਲਬ ਸਮਝ ਆਉਂਦਾ ਹੈ ਰੱਬ ਜੀ, ਰੱਬ ਜੀ ਪ੍ਰਤੀ ਮੇਰੀ ਜ਼ਿੰਮੇਵਾਰੀ। ਦਾਨ ਦਾ ਮਤਲਬ ਹੈ ਰੱਬ ਜੀ ਦੀ ਬਣਾਈ ਹੋਈ ਕੁਦਰਤ ਜੋ ਇਹ ਸਾਰੇ ਪਸਾਰੇ ਦੇ ਰੂਪ ਵਿੱਚ ਸਾਡਾ ਆਲਾ ਦੁਆਲਾ ਹੈ ਤੇ ਉਸ ਪ੍ਰਤੀ ਮੇਰੀ ਜ਼ਿੰਮੇਵਾਰੀ। ਇਸ਼ਨਾਨ ਦਾ ਮਤਲਬ ਹੈ ਮੇਰੀ ਆਪਣੇ ਪ੍ਰਤੀ ਜ਼ਿੰਮੇਵਾਰੀ। ਹੁਣ ਸਾਰੇ ਨੂੰ ਇਕੱਠਾ ਕਰ ਲਈਏ ਤਾਂ ਗੱਲ ਬਣਦੀ ਹੈ ਜ਼ਿੰਮੇਵਾਰੀ 'ਤੇ। ਜਦੋਂ ਅਸੀਂ ਆਪਣੇ ਜੀਵਨ ਦੇ ਵਿੱਚ ਜ਼ਿੰਮੇਵਾਰ ਮਨੁੱਖ ਬਣ ਜਾਵਾਂਗੇ, ਜ਼ਿੰਮੇਵਾਰੀ ਨਾਲ ਹਰ ਪੱਖ ਨਿਭਾਵਾਂਗੇ ਨਾ, ਉਹ ਫਿਰ ਭਾਵੇਂ ਰੱਬ ਪ੍ਰਤੀ ਹੈ, ਆਲੇ ਦੁਆਲੇ ਪ੍ਰਤੀ ਹੈ ਜਾਂ ਆਪਣੇ ਪ੍ਰਤੀ ਹੈ, ਤੇ ਸਾਡਾ ਜੀਵਨ ਸੋਹਣਾ, ਸੌਖਾ ਤੇ ਖੇੜੇ ਭਰਪੂਰ ਹੋ ਜਾਏਗਾ। ਕਿਉਂਕਿ ਜਦੋਂ ਅਸੀਂ ਜ਼ਿੰਮੇਵਾਰੀ ਤੋਂ ਕੁਤਾਹੀ ਵਰਤਦੇ ਹਾਂ ਨਾ ਤੇ ਤਾਂ ਹੀ ਸਾਨੂੰ ਉਹਦੇ ਜਿਹੜੇ ਮਾੜੇ ਪ੍ਰਭਾਵ ਨੇ ਉਹ ਦੇਖਣ ਨੂੰ ਤੇ ਆਪਣੇ ਆਪ 'ਤੇ ਹੰਢਾਉਣ ਨੂੰ ਵੀ ਮਿਲਦੇ ਨੇ। ਇਸੇ ਨੂੰ ਹੀ ਦੇਖਣਾ, ਸਮਝਣਾ, ਕਿਉਂਕਿ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਜੇ ਉਹ ਰਹਿੰਦਾ ਇੱਥੇ ਹੈ, ਮੇਰੇ ਅੰਦਰ ਵੀ ਹੈ ਤੇ ਆਲੇ ਦੁਆਲੇ ਵਿੱਚ ਵੀ ਹੈ, ਤੇ ਉਹਦੇ ਬਣਾਏ ਇਸ ਸਾਰੇ ਪਸਾਰੇ ਦੇ ਵਿੱਚ ਕੁਝ ਵੀ ਲਾਪਰਵਾਹੀ ਦੇ ਤੌਰ 'ਤੇ ਵਰਤਦਾ ਹੋਇਆ, ਚਾਹੇ ਮੇਰਾ ਸਰੀਰ ਹੈ ਚਾਹੇ ਆਲਾ ਦੁਆਲਾ ਹੈ, ਜਦੋਂ ਮੈਂ ਲਾਪਰਵਾਹੀ ਵਰਤਾਂਗਾ ਤੇ ਉਹਦੇ ਜਿਹੜੇ ਨਤੀਜੇ ਨੇ ਉਹਨਾਂ ਦਾ ਭੁਗਤਾਨ ਮੈਨੂੰ ਕਰਨਾ ਹੀ ਪੈਣਾ ਹਰ ਹਾਲ ਵਿੱਚ, ਜੋ ਅਸੀਂ ਕਰ ਵੀ ਰਹੇ ਹਾਂ। ਜਿਵੇਂ ਵੀਰ ਬਿਕਰਮ ਸਿੰਘ ਜੀ ਨੇ ਗੱਲ ਸ਼ੇਅਰ ਕੀਤੀ ਸੀ ਕਿ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ, ਹੁਕਮੇ ਹੋਵਣ ਆਕਾਰ ਦੀ ਗੱਲ ਕੀਤੀ। ਸਾਰਾ ਕੁਝ ਉਹਦੇ ਹੁਕਮ ਭੈ, ਜਿਹਨੂੰ ਆਸਾ ਕੀ ਵਾਰ 'ਚ ਭੈ ਦੇ ਵਿੱਚ ਕਿਹਾ, ਨੇਮ ਦੇ ਵਿੱਚ ਹੈ। ਪਰ ਬੰਦਾ ਕੀ ਨੇਮ ਵਿੱਚ ਹੈ? ਸਾਰਾ ਕੁਝ ਦੁਬਾਰਾ ਬੋਲਣ ਦੀ ਲੋੜ ਨਹੀਂ, ਜੋ ਸਾਰਾ ਕੁਝ ਵੀਰਾਂ ਨੇ ਸਾਂਝਾ ਕੀਤਾ। ਹਰ ਚੀਜ਼ ਉਹਦੇ ਬਣਾਏ ਹੁਕਮ ਨੇਮ ਦੇ ਵਿੱਚ ਚੱਲ ਰਹੀ ਹੈ। ਇੱਕ ਸਿਰਫ ਨੇਮ ਤੋਂ ਬਾਹਰ ਆਏ ਤੇ ਇਨਸਾਨ ਹੈ। ਉਸ ਮਾਲਕ ਦੇ ਨੇਮ ਤੋਂ ਬਾਹਰ ਹੋ ਕੇ ਜਦੋਂ ਜੀਵਨ ਜੀ ਰਿਹਾ ਹੈ ਤੇ ਉਹਦੇ ਪ੍ਰਭਾਵਾਂ ਨੂੰ ਵੇਖਦੇ ਹੋਏ ਅੱਜ ਅਸੀਂ ਸਾਰੇ ਸਿਰ ਜੋੜ ਕੇ ਬੈਠੇ ਹਾਂ ਕਿ ਸਾਨੂੰ ਵਾਤਾਵਰਣ ਨੂੰ ਸੰਭਾਲਣ ਦੀ ਲੋੜ ਹੈ ਜਾਂ ਹੋਰ ਇਸ ਪਾਸੇ ਵੱਲੋਂ ਧਿਆਨ ਦੇਣ ਦੀ ਲੋੜ ਹੈ। ਤਾਂ ਹੀ ਸਤਿਗੁਰ ਪਾਤਸ਼ਾਹ ਸਾਨੂੰ ਸੁਚੇਤ ਕਰਦੇ ਹੋਏ ਕਹਿੰਦੇ ਨੇ, ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਭਲਿਆ ਸੋਚ ਕੇ ਚੱਲ ਨਾ, ਜੇ ਤੂੰ ਆਪਣੇ ਨੇਮ ਤੋਂ, ਉਸ ਕਰਤੇ ਦੇ ਨੇਮ ਤੋਂ ਬਾਹਰ ਹੋ ਜਾਏਗਾ ਤੇ ਸਜ਼ਾ ਦਾ ਹੱਕਦਾਰ ਤਾਂ ਹੋਏਗਾ। ਉਹੀ ਸਜ਼ਾ ਅਸੀਂ ਅੱਜ ਭੁਗਤ ਰਹੇ ਹਾਂ। ਸੋ ਸਤਿਗੁਰ ਪਾਤਸ਼ਾਹ ਫਿਰ ਸਾਨੂੰ ਬਾਣੀ ਦੇ ਵਿੱਚ ਹੀ ਸੁਚੇਤ ਕਰਦੇ ਹੋਏ ਗਿਆਨੀ ਬਣਨ ਦੀ ਗੱਲ ਜਦੋਂ ਕਰਦੇ ਤਾਂ ਕਹਿੰਦੇ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ। ਜਦੋਂ ਆਪਣੇ ਆਪ ਦੀ ਪਹਿਚਾਨ ਕਰਾਂਗਾ, ਮੈਂ ਕੀ ਹਾਂ, ਕਿੰਦਾ ਹਿੱਸਾ ਵਾਂ ਤੇ ਕਿਸ ਤਰ੍ਹਾਂ ਦਾ ਜੀਵਨ ਜੀਣਾ ਹੈ, ਉਸ ਦਿਨ ਮੈਂ ਕਰਤੇ ਦੀ ਪਹਿਚਾਨ ਕਰਨ ਜੋਗਾ ਵੀ ਹੋ ਜਾਵਾਂਗਾ। ਕਿਉਂਕਿ ਸਤਿਗੁਰ ਪਾਤਸ਼ਾਹ ਨੇ ਬਾਣੀ 'ਚ ਬਾਰ-ਬਾਰ ਸਾਨੂੰ ਇੱਕ ਪੱਖ ਬਖੂਬੀ ਸਮਝਾਇਆ ਹੈ ਕਿ ਬਾਹਰੀ ਕਰਮਾਂ, ਦਿਖਾਵਿਆਂ ਨਾਲ ਜਿਹੜਾ ਨਾ ਜੀਵਨ ਸੋਹਣਾ ਨਹੀਂ ਬਣ ਸਕਦਾ ਤੇ ਉਸ ਕਰਤੇ ਨੂੰ ਵੀ ਇਹ ਗੱਲਾਂ ਨਹੀਂ ਪਾਉਂਦੀਆਂ। ਸਤਿਗੁਰ ਪਾਤਸ਼ਾਹ ਬਾਣੀ 'ਚ ਕਹਿੰਦੇ, ਸੋਈ ਕੁਚੀਲ ਕੁਦਰਤ ਨਹੀਂ ਜਾਣੇ। ਕੁਚੀਲ ਹੁੰਦਾ ਮਾੜਾ, ਗੰਦਾ। ਸਤਿਗੁਰ ਪਾਤਸ਼ਾਹ ਕਹਿੰਦੇ, ਜਿਹਨੇ ਕੁਦਰਤ ਨੂੰ ਹੀ ਨਹੀਂ ਜਾਣਿਆ, ਕਰਤੇ ਦੇ ਬਣਾਏ ਇਸ ਪਸਾਰੇ ਨੂੰ ਸਮਝਿਆ ਹੀ ਨਹੀਂ, ਉਹ ਮਾੜੇ ਜੀਵਨ ਵਾਲਾ ਹੈ। ਤੇ ਫਿਰ ਬਾਹਰੀ ਤੌਰ ਤੇ ਜਿੰਨੇ ਮਰਜ਼ੀ ਅਡੰਬਰ ਕਰੀ ਜਾਏ, ਲੀਪੇ ਥਾਏ ਨਾ ਸੁਚ ਹਰ ਮਾਨੇ, ਮਾਲਕ ਨਹੀਂ ਭਿੱਜੇਗਾ ਉਹਦੇ ਨਾਲ। ਜਿਵੇਂ ਵੀਰ ਜੀ ਨੇ ਕਿਹਾ, ਅਸੀਂ ਸਪਿਰਚੁਅਲ ਸਾਂਝ ਨਹੀਂ ਪਾਉਂਦੇ।
ਸਾਡਾ ਆਪਸੀ ਜਿਹੜਾ ਵਰਤੋਂ ਵਿਹਾਰ ਦਾ ਗੱਲਬਾਤ ਦਾ ਦਾਇਰਾ ਉਹ ਵੀ ਸਿਰਫ ਸਮਾਜਿਕ ਆਸਪੈਕਟ ਤੇ ਹੀ ਰਹਿ ਗਿਆ। ਅਸੀਂ ਸਤਿਗੁਰ ਪਾਤਸ਼ਾਹ ਦੇ ਦਿੱਤੇ ਇਸ ਫਲਸਫੇ ਨੂੰ ਸਮਝ ਹੀ ਨਹੀਂ ਪਾਏ। ਜੀਣਾ ਤਾਂ ਬਹੁਤ ਦੂਰ ਦੀ ਗੱਲ ਸੀ, ਕਿਉਂਕਿ ਸਮਝਦੇ ਤਾਂ ਜੀਂਦੇ, ਪਰ ਕਿਉਂਕਿ ਸਮਝਿਆ ਨਹੀਂ ਤੇ ਜੀਣ ਦੀ ਕੋਸ਼ਿਸ਼ ਵੀ ਨਹੀਂ ਕਰ ਪਾ ਰਹੇ। ਉਹਦੇ ਲਈ ਬਹੁਤ ਜ਼ਰੂਰੀ ਹੈ, ਜੋ ਮੈਂ ਮਹਿਸੂਸ ਕੀਤਾ ਹੈ ਕਿ ਜਿੱਥੇ, ਕਿਉਂਕਿ ਬੰਦਾ ਦੋ ਜਗ੍ਹਾ ਤੋਂ ਵਿਦਿਆ ਹਾਸਿਲ ਕਰਦਾ ਹੈ, ਇੱਕ ਹੈ ਜਿਹੜਾ ਸਕੂਲ ਦਾ ਦਾਇਰਾ ਹੈ, ਦੂਸਰਾ ਧਾਰਮਿਕ ਖੇਤਰ। ਅੱਜ ਦੇ ਟਾਈਮ ਦੀ ਲੋੜ ਹੈ, ਜਿਵੇਂ ਸਾਡੇ ਇਸੇ ਪਰਿਵਾਰ ਵੱਲੋਂ ਗੁਰਮਤਿ ਬਾਲ ਸਭਾ ਦਾ ਸੰਗਠਨ ਕੀਤਾ ਗਿਆ, ਚਲਾਈ ਜਾ ਰਹੀ ਹੈ, ਇੱਦਾਂ ਦੀਆਂ ਛੋਟੀਆਂ ਛੋਟੀਆਂ ਬਾਲ ਸਭਾਵਾਂ ਬਣਾ ਕੇ, ਕਿਉਂਕਿ ਇਹ ਗੁਰਮਤਿ ਦੇ ਦਾਇਰੇ ਦੇ ਵਿੱਚ ਲਿਆ ਕੇ, ਗੁਰਮਤਿ ਵਿੱਚ ਸਤਿਗੁਰ ਪਾਤਸ਼ਾਹ ਸਾਨੂੰ ਗੁਰੂ ਦੇ ਕਿਸ ਰਾਹ 'ਤੇ ਤੋਰ ਰਹੇ ਨੇ ਉਹਨੂੰ ਸਿੱਖਿਆ ਜਾਵੇ, ਉਹਨੂੰ ਜੀਵਿਆ ਜਾਵੇ। ਸਾਡੇ ਜਿੰਨੇ ਵਿਦਿਅਕ ਅਦਾਰੇ ਨੇ ਉੱਥੇ ਇਹ ਸਾਰੀਆਂ ਗੱਲਾਂ ਹੋਣੀਆਂ ਜ਼ਰੂਰੀ ਨੇ, ਤਾਂ ਕਿ ਸਾਡੇ ਬੱਚੇ ਵਾਤਾਵਰਣ ਪ੍ਰਤੀ ਸੁਚੇਤ ਹੋ ਸਕਣ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅਸੀਂ ਆਪ ਜ਼ਿੰਮੇਵਾਰ ਹੋਈਏ, ਉੱਥੇ ਸਮਾਜ ਦੇ ਵਿੱਚ ਆਪਣੀ ਅਗਲੇਰੀ ਪੀੜ੍ਹੀ ਨੂੰ ਵੀ ਸੋਹਣਾ ਸਮਾਜ ਸਿਰਜਣ ਲਈ ਵੀ ਜਿਹੜਾ ਸੁਚੇਤ ਕਰ ਸਕੀਏ, ਜ਼ਿੰਮੇਵਾਰ ਕਰ ਸਕੀਏ। ਸੋ ਇਤਨੇ ਹੀ ਸ਼ਬਦਾਂ ਦੇ ਨਾਲ ਮੈਂ ਸਮਾਪਤੀ ਕਰਦੇ ਹੋਏ ਅਖੀਰਲੀ ਪੰਕਤੀ ਸਾਂਝੀ ਕਰਨੀ ਚਾਹਾਂਗੀ, ਜਿੰਦੇ ਸਤਿਗੁਰ ਪਾਤਸ਼ਾਹ ਸਾਨੂੰ ਇੱਕ ਗੱਲ ਦੀ ਹਿਦਾਇਤ ਦਿੰਦੇ ਹੋਏ, ਕਿਉਂਕਿ ਸਾਨੂੰ ਪਤਾ ਕੀ ਲੱਗਦਾ ਹੈ, ਅਸੀਂ ਥੋੜ੍ਹ ਚਿਰਾ ਰੱਜ ਕੇ ਜੀਵ ਲਈਏ, ਬਾਕੀਆਂ ਨਾਲ ਮੈਨੂੰ ਕੀ। ਜੇ ਪੋਲਿਊਸ਼ਨ ਦੀ ਗੱਲ, ਵਾਤਾਵਰਣ ਨੂੰ ਖਰਾਬ ਕਰਨ ਦੀ ਗੱਲ ਹੁੰਦੀ ਹੈ, ਤੇ ਉੱਥੇ ਬਹੁਤ ਵਾਰ ਅਸੀਂ ਸੋਚਦੇ ਹਾਂ ਮੇਰੇ ਇਕੱਲੇ ਇੱਕ ਦੀ ਕੰਟਰੀਬਿਊਸ਼ਨ ਨਾਲ ਕੀ ਬਣੇਗਾ। ਸਤਿਗੁਰ ਪਾਤਸ਼ਾਹ ਸਾਨੂੰ ਸੁਝਾਉਂਦੇ ਨੇ, ਬਖਸ਼ਿਸ਼ ਕਰਦੇ ਨੇ, ਕਹਿੰਦੇ ਪਾਰੋਸੀ ਕੇ ਜੋ ਹੁਆ ਸੋ ਆਪਣੇ ਪੀ ਜਾਣ। ਆਪਣੇ ਘਰ ਜਿਸ ਅੱਗ ਦੇ ਵਿੱਚ ਸਾਰਾ ਸਮਾਜ ਆਲਾ ਦੁਆਲਾ ਜਲ ਰਿਹਾ ਹੈ, ਅਸੀਂ ਚੇਤੇ ਰੱਖੀਏ ਮੈਂ ਵੀ ਇਹਦੇ ਤੋਂ ਬਚ ਨਹੀਂ ਸਕਦਾ। ਬਚਾਂਗਾ ਉਸ ਦਿਨ ਜਦੋਂ ਪਹਿਲੇ ਆਪ ਸੁਚੇਤ ਹੋਵਾਂ ਤੇ ਆਪਣੇ ਆਲੇ ਦੁਆਲੇ ਨੂੰ ਸੁਚੇਤ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।